ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪਰੇਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਪੰਕਜ ਜੀ ਦਾ ਵੀ ਸਵਾਗਤ ਕਰਦੇ ਹਾਂ। ਪੰਕਜ ਜੀ ਵੈਰੀ ਵਾਰਮ ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ, ਬਹੁਤ ਵਧੀਆ ਜੀ। ਮੇਰੀ ਤਰਫੋਂ ਸਭ ਨੂੰ ਗੁੱਡ ਆਫਟਰਨੂਨ ਜੀ। ਗੁੱਡ ਆਫਟਰਨੂਨ ਜੀ। ਔਰ ਪ੍ਰੋਗਰਾਮ ਦੇ ਵਿੱਚ ਅਸੀਂ ਦੱਸ ਦਈਏ ਕਿ ਪੰਕਜ ਮੋਗਾ ਜੀ ਵੀ ਸਾਡੇ ਨਾਲ ਨੇ, ਪੀਕੇ ਜੀ ਵੀ ਨਾਲ ਜੁੜ ਰਹੇ ਨੇ, ਨਾਲ ਗੁਰਦੀਪ ਜੀ, ਬਾਨੀ ਜੀ ਔਰ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਸੋ ਪ੍ਰੋਗਰਾਮ ਦੇ ਵਿੱਚ ਅਸੀਂ 6 ਜਣੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ। ਸੋ ਲਗਾਤਾਰ ਅਸੀਂ ਜਿਹੜੇ 6 ਪੈਨਲ ਮੈਂਬਰਸ ਨੇ ਵਾਈ ਮੀਡੀਆ ਦੇ ਉੱਤੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਔਰ ਤੁਹਾਡੇ ਨਾਲ ਲੇਟੈਸਟ ਅਪਡੇਟ, ਪਹਿਲਾਂ ਵੱਡੀ ਖਬਰ ਮੈਂ ਸਾਂਝੀ ਕਰ ਦੇਵਾਂ ਕਿ ਸਾਊਥ ਅਫਰੀਕਾ ਦੀ ਜਿਹੜੀ ਟੀਮ ਹੈਗੀ ਹੈ ਉਹ ਅੱਜ ਜਿੱਤ ਗਈ ਹੈਗੀ ਹੈ। ਸਾਊਥ ਅਫਰੀਕਾ ਹੈਜ਼ ਡਿਫੀਟਡ ਨਿਊਜ਼ੀਲੈਂਡ। ਸੋ ਐਵਰੀ ਟੀਮ ਦੇ ਆਰ ਬੀਟਿੰਗ, ਬਹੁਤ ਬੁਰੀ ਤਰ੍ਹਾਂ ਹਰ ਟੀਮ ਨੂੰ ਉਹ ਹਰਾ ਰਹੇ ਨੇ। ਠੀਕ ਹੈ ਜੀ, ਇਹਦੇ ਬਾਰੇ ਵੀ ਗੱਲ ਕਰਦੇ ਹੈਗੇ ਆ। ਔਰ ਗਰੀਸ਼ ਜੀ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨਾਲ ਵੀ ਗਰੀਸ਼ ਜੀ ਨਾਲ ਵੀ ਗੱਲ ਕਰਾਂਗਾ। ਲੇਕਿਨ ਉਸ ਤੋਂ ਪਹਿਲਾਂ ਗੁਰਦੀਪ ਜੀ ਦੇ ਵਿਚਾਰ ਲੈਣੇ ਚਾਹਾਂਗਾ। ਗੁਰਦੀਪ ਜੀ, ਮੈਂ ਤੁਹਾਡੇ ਵਿਚਾਰ ਵੀ ਲੈਣਾ ਚਾਹਾਂਗਾ ਕਿ ਕੀ ਤੁਸੀਂ ਸਮਝਦੇ ਹੋ ਰੀਅਲ ਸਟੇਟ ਦੇ ਮਾਰਕੀਟ ਦੇ ਬਾਰੇ? ਪੰਜਾਬ ਦੀ ਗੱਲਬਾਤ ਅਸੀਂ 1 ਵਜੇ ਸਟਾਰਟ ਕਰਾਂਗੇ, ਦੁਪਹਿਰ 1 ਵਜੇ ਸਾਡੀ ਗੱਲਬਾਤ ਸ਼ੁਰੂ ਹੋ ਜਾਏਗੀ ਪੰਜਾਬ ਦੇ ਮੁੱਦੇ ਦੇ ਉੱਤੇ। ਕੱਲ ਜਿਹੜੀ ਡਿਬੇਟ ਹੋਈ ਉਹਦੇ ਤੇ ਵੀ ਗੱਲ ਕਰਾਂਗੇ। ਕ੍ਰਿਕਟ ਦੇ ਵੀ ਲਗਾਤਾਰ ਅਸੀਂ ਤੁਹਾਨੂੰ ਜਿਹੜੀ ਉਹ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਹਾਂ। ਗਾਣਾ ਬੜਾ ਪਿਆਰਾ ਇਹਨਾਂ ਨੇ ਚਲਾਇਆ। ਸੋ ਮੈਂ ਗੁਰਦੀਪ ਜੀ ਤੁਹਾਡੇ ਤੋਂ ਇੱਥੇ ਹੀ ਪੁੱਛ ਲੈਣਾ, ਇੰਨੀ ਸੋਹਣੀ ਪੰਜਾਬੀ ਸੀਆ ਬੋਲ ਰਹੀ ਹੈ, ਇਹ ਤੇ ਮੈਨੂੰ ਲੱਗਦਾ ਹੈ ਕਿ ਆਪਣੇ ਕਈ ਇੱਥੇ ਦੇ ਜਿਹੜੇ ਬੌਰਨ ਬਰੌਡ ਅਪ ਬੱਚੇ ਨੇ, ਕਈ ਵਾਰ ਉਹ ਇੰਨੀ ਵਧੀਆ, ਕਈ ਤੇ ਬਹੁਤ ਵਧੀਆ ਸੋਹਣੀ ਪੰਜਾਬੀ ਬੋਲਦੇ ਨੇ, ਪਰ ਕਈ ਇੰਨੀ ਵਧੀਆ ਪੰਜਾਬੀ ਨਹੀਂ ਬੋਲ ਪਾਉਂਦੇ ਜਿੰਨੀ ਸੀਆ ਨੇ ਬੋਲੀ ਹੈ ਇਸ ਗਾਣੇ 'ਚ, ਜਿੰਨੀ ਉਹਨੇ ਗਾਣਾ ਗਾ ਦਿੱਤਾ ਹੈ ਜੀ, ਇੰਨੀ ਸੋਹਣੀ ਪੰਜਾਬੀ। ਗੁਰਦੀਪ ਜੀ ਕੀ ਕਹੋਗੇ? ਯੁਧਵੀਰ ਜੀ, ਜਿਸ ਤਰ੍ਹਾਂ ਕਦੀ ਕਦੀ ਇਹ ਖਦਸ਼ਾ ਪਹਿਲਾਂ ਜ਼ਾਹਰ ਕੀਤਾ ਜਾਂਦਾ ਸੀ ਕਿ ਪੰਜਾਬੀ ਜਿਹੜੀ ਆ ਬੜੀ ਜਲਦੀ ਜਿਹੜੀ ਖਤਮ ਹੋ ਰਹੀ ਹੈ ਅਤੇ ਲੋਕ ਜਿਹੜੇ ਨੇ ਉਹ ਪੰਜਾਬੀ ਬੋਲਣਾ ਜਿਹੜਾ ਉਹ ਘੱਟ ਕਰ ਰਹੇ ਨੇ। ਲੇਕਿਨ ਮੈਂ ਜਿਸ ਤਰ੍ਹਾਂ ਦੇਖ ਰਿਹਾ ਕਿ ਜਦੋਂ ਦੇ ਇਹ ਥੋੜ੍ਹੇ ਜਿਹੇ ਜਿਹੜੇ ਤੁਸੀਂ ਕਹਿ ਸਕਦੇ ਉਹਨਾਂ ਨੂੰ ਕਿ ਇੰਟਰਨੈਸ਼ਨਲ ਸਾਡੇ ਸਿੰਗਰ ਬਣ ਚੁੱਕੇ ਨੇ, ਦਿਲਜੀਤ, ਸੋ ਇਹਨਾਂ ਨੇ ਦਿਲ ਵੀ ਜਿੱਤਿਆ ਅਤੇ ਜਿਹੜਾ ਇਹ ਕੰਮ ਕਰ ਰਹੇ ਆ, ਖਾਸ ਕਰ ਜੇ ਜ਼ੁਬਾਨ ਦੀ ਗੱਲ ਕਰੀਏ, ਅੱਜ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਸਾਡੇ ਪੰਜਾਬੀ ਸਿੰਗਰ ਨੇ ਉਹਨਾਂ ਨੇ ਇੰਗਲਿਸ਼ ਗਾਣੇ ਸ਼ੁਰੂ ਕਰ ਦਿੱਤੇ ਨੇ ਗਾਉਣੇ। ਹੁਣ ਇਹ ਹੋ ਰਿਹਾ ਹੈ ਕਿ ਇੰਗਲਿਸ਼ ਸਿੰਗਰ ਜਿਹੜੇ ਨੇ ਉਹਨਾਂ ਨੇ ਪੰਜਾਬੀ ਗਾਣੇ ਸ਼ੁਰੂ ਕਰ ਦਿੱਤੇ ਨੇ। ਸੋ ਇਹ ਬੜਾ ਵੱਡਾ ਔਨਰ ਵੀ ਹੈ। ਅਤੇ ਜਿਹੜਾ ਖਾਸ ਕਰ ਜਿਹੜੀ ਅਸੀਂ ਇੱਥੇ ਬੈਠ ਕੇ, ਖਾਸ ਕਰ ਜਦੋਂ ਅਸੀਂ ਕੈਨੇਡਾ ਜਾਂ ਜਿਹੜੇ ਜਿੰਨੇ ਵੀ ਸਾਡੇ NRI ਨੇ, ਜਿਨ੍ਹਾਂ ਦੇ ਬੱਚੇ ਜਿਹੜੇ ਬੜੇ ਫਿਕਰਮੰਦ ਰਹਿੰਦੇ ਸੀ ਪਹਿਲਾਂ ਕਿ ਉਹ ਲੈਂਗੁਏਜ ਦੇ ਨਾਲ ਨਹੀਂ ਜੁੜ ਰਹੇ, ਅਤੇ ਉਹਨਾਂ ਨੂੰ ਜੋੜਨ ਲਈ ਮੈਨੂੰ ਲੱਗਦਾ ਹੈ ਕਿ ਇਹੋ ਜਿਹੇ ਜਿਹੜੇ ਕਲਾਕਾਰ ਹੁੰਦੇ ਨੇ, ਫੇਮਸ ਜਿਹੜੀ ਪਰਸਨੈਲਿਟੀਜ਼ ਹੁੰਦੀਆਂ ਨੇ, ਉਹਨਾਂ ਨੂੰ ਬੜਾ ਵਾਚ ਕਰਦੇ ਨੇ, ਬੜਾ ਫੋਲੋ ਕਰਦੇ ਨੇ। ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਸਿੱਧੂ ਮੂਸੇਵਾਲਾ ਬੇਸ਼ੱਕ ਜਿੰਨੇ ਮਰਜ਼ੀ ਵਿਵਾਦ ਉਹਦੇ ਨਾਲ ਜੁੜੇ ਹੋਣ, ਲੇਕਿਨ ਇੱਕ ਚੀਜ਼ ਜੇ ਅਸੀਂ ਇਹ ਦੇਖਣੀ ਹੋਵੇ ਕਿ ਉਹਦਾ ਜਿਹੜਾ ਇੱਥੇ ਬਾਹਰ ਜਿਹੜੇ ਯੂਥ ਹੈ, ਜਿਹੜਾ ਖਾਸ ਕਰ ਅਸੀਂ ਸਾਊਥ ਏਸ਼ੀਅਨ ਦੀ ਗੱਲ ਕਰੀਏ, ਅਤੇ ਉਹਨਾਂ ਨੇ ਬਹੁਤ ਫੋਲੋ ਕੀਤਾ ਸਿੱਧੂ ਮੂਸੇਵਾਲੇ ਨੂੰ ਵੀ। ਸੋ ਇਹ ਬੜੀ ਚੰਗੀ ਗੱਲ ਆ ਅਤੇ ਮੈਨੂੰ ਲੱਗਦਾ ਇੱਕ ਪੋਜ਼ੀਟਿਵ ਇੱਕ ਸਾਈਨ ਆ ਜਦੋਂ ਕਈ ਵਾਰ ਅਸੀਂ ਡਿਸਕਰੇਜ ਹੋ ਜਾਂਦੇ ਹਾਂ ਕਲਚਰ ਨੂੰ ਲੈ ਕੇ, ਸਿੰਗਿੰਗ ਨੂੰ ਲੈ ਕੇ, ਬੋਲੀ ਨੂੰ ਲੈ ਕੇ। ਸੋ ਇਹੋ ਜਿਹੇ ਜਿਹੜੇ ਸਾਡੇ ਜਿਹੜੇ ਸਿੰਗਰ ਨੇ ਇਹ ਕਾਫੀ ਵਧੀਆ ਅਹਿਮ ਰੋਲ ਜਿਹੜਾ ਅਦਾ ਕਰਦੇ ਨੇ। ਜੀ ਯੁਧਵੀਰ ਜੀ, ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ। ਮੈਂ ਤੁਹਾਨੂੰ ਦੁਬਾਰਾ ਦੱਸ ਦੇਵਾਂ ਕਿ ਅਸੀਂ ਇਸ ਵੇਲੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸੱਭਰਵਾਲ ਸਾਹਿਬ, ਪੰਕਜ ਮੋਗਾ ਜੀ ਇਕੋਨਮੀ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਨੇ। ਅੱਜ ਬੜੇ ਸਾਰੇ ਅਹਿਮ ਕੁਐਸਚਨ ਅਸੀਂ ਐਡਰੈਸ ਕਰਾਂਗੇ। ਗੁਰਦੀਪ ਜੀ ਵੀ ਨਾਲ ਨੇ, ਬਾਨੀ ਜੀ ਵੀ ਨਾਲ ਨੇ, ਔਰ ਬਤੌਰ ਗਰੁੱਪ ਐਡਿਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਵੀ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਅੱਗੇ ਵਧਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਬੜੀ ਕੁਇਕਲੀ ਕਿ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਕੁਐਸਚਨ ਜਿਹੜੇ ਐਡਰੈਸ ਕਰਾਂਗੇ। ਇੱਕ ਤੇ ਜਿਹੜੇ ਮੌਰਗੇਜ ਰਿਨਿਊਅਲ ਹੋਣੀ ਹੈ, ਅਗਲੇ ਜੇ ਅਸੀਂ 2-3 ਸਾਲ ਦੀ ਗੱਲ ਕਰੀਏ ਤੇ ਮੌਰਗੇਜ ਰਿਨਿਊਅਲ ਹੋਣੀ ਹੈਗੀ ਹੈ। RBC ਦੀ ਅੱਜ ਰਿਪੋਰਟ ਆਈ ਹੈ, 60% ਜਿਹੜੀ ਮੌਰਗੇਜ ਰਿਨਿਊਅਲਸ ਨੇ ਉਹ 2026 ਤੱਕ ਹੋਣੀ ਹੈ। ਸੋ 2024, 25, 26 ਤੱਕ 60% ਮੌਰਗੇਜ ਰਿਨਿਊਅਲ ਹੋਏਗੀ। ਸੋ ਇਹਦਾ ਕੀ ਅਸਰ ਪੈ ਸਕਦਾ ਰੀਅਲ ਸਟੇਟ ਮਾਰਕੀਟ ਤੇ? ਵਿਲ ਅਪਡੇਟ ਯੂ ਔਨ ਦੈਟ। ਇੰਟਰਸਟ ਰੇਟਸ ਬੈਂਕ ਆਫ ਕੈਨੇਡਾ, ਮੇਰੀ ਤਾਂ ਜ਼ਾਤੀ ਰਾਏ ਹੈ ਕਿ ਬਿਲਕੁਲ ਘਟਾਏਗਾ ਅਗਲੇ ਸਾਲ। ਘਟਣਗੇ, ਨਹੀਂ ਘਟਣਗੇ, ਵਧਣਗੇ, ਕਿੱਥੇ ਰਹਿਣਗੇ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਇਕੋਨਮੀ ਸਾਡੀ ਕਿੱਦਾਂ ਦੀ ਚੱਲ ਰਹੀ ਹੈ? ਪੰਕਜ ਮੋਗਾ ਜੀ ਤੋਂ ਡਿਟੇਲ ਐਨਾਲਿਸਿਸ ਅਸੀਂ ਲਵਾਂਗੇ। ਸਾਡੀ ਇਕੋਨਮੀ ਕਿੱਦਾਂ ਚੱਲ ਰਹੀ ਹੈ? 5 ਮੰਥਸ ਕੰਟੀਨਿਊਸਲੀ ਅਸੀਂ ਦੇਖਿਆ ਹੈਗਾ, ਆਲਮੋਸਟ ਫਲੈਟਨ ਰਹੀ ਹੈ ਇਕੋਨਮੀ, ਔਰ ਮੈਨੂੰ ਤਾਂ ਲੱਗ ਰਿਹਾ ਅਕਤੂਬਰ ਦੇ ਵਿੱਚ ਹੀ ਜ਼ਿਆਦਾ ਕੋਈ ਹਲਚਲ ਸ਼ਾਇਦ ਹੀ ਹੋਈ ਹੋਵੇ। ਸੋ 2 ਕੁਆਟਰ ਦੀ ਜੇ ਗੱਲ ਹੋਈ ਹੈ ਤਾਂ ਦੈਨ ਟੈਕਨੀਕਲੀ ਵੀ ਕੁਡ ਬੀ ਗੋਇੰਗ ਇਨਟੂ ਰਿਸੈਸ਼ਨ। ਟੈਕਨੀਕਲੀ ਰਿਸੈਸ਼ਨ 'ਚ ਅਸੀਂ, ਵੈਸੇ ਦਿਸ ਇਜ਼ ਕੁਆਇਟ ਐਨ ਇੰਟਰਸਟਿੰਗ ਰਿਸੈਸ਼ਨ ਕਿ ਇਸ ਵੇਲੇ ਘਰਾਂ ਦੀ ਕੀਮਤ ਬਹੁਤ ਜ਼ਿਆਦਾ ਨਹੀਂ ਘਟੀ ਹੈ, ਪਰ ਉਨੀ ਜ਼ਿਆਦਾ ਨਹੀਂ ਘਟੀ। ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਅਨਇੰਪਲੋਇਮੈਂਟ ਨੰਬਰ ਵੀ ਕੋਈ ਜ਼ਿਆਦਾ ਨਹੀਂ ਹੈ, ਬੇਰੁਜ਼ਗਾਰੀ ਵੀ ਨਹੀਂ ਹੈ, ਨੌਕਰੀਆਂ ਵੀ ਮਿਲ ਰਹੀਆਂ ਹੈਗੀਆਂ ਇਸ ਸਮੇਂ, ਔਰ ਬਾਹਰ ਕੰਜ਼ਿਊਮਰ ਸਪੈਂਡਿੰਗ ਦੀ ਮੈਂ ਗੱਲ ਕਰਾਂਗਾ। ਸੋ ਇਹ ਬੜੀ ਇੰਟਰਸਟਿੰਗ ਇਸ ਵੇਲੇ ਸਾਰੀਆਂ ਚੀਜ਼ਾਂ ਚੱਲ ਰਹੀਆਂ। ਬਟ ਗਲੋਬਲ ਜਿਹੜੇ ਫਿਨੋਮੀਨਨਸ ਨੇ, ਹਾਊ ਦੇ ਵਿਲ ਬੀ ਇੰਪੈਕਟਿੰਗ ਆਵਰ ਕੈਨੇਡੀਅਨ ਇਕੋਨਮੀ, ਪੰਕਜ ਜੀ ਤੋਂ ਐਨਾਲਿਸਿਸ ਹੁਣੇ ਲੈਣੇ ਹੈਗੇ ਆ, ਕਿਉਂਕਿ ਜੋ ਇਸ ਵੇਲੇ ਇਰਾਕ, ਮਾਫ ਕਰਨਾ,
ਆਪਣੇ ਹਮਾਸ ਦੇ ਖਿਲਾਫ ਜੋ ਇਜ਼ਰਾਈਲ ਦੀ ਲੜਾਈ ਜੰਗ ਜਾਰੀ ਹੈ, ਗਾਜ਼ਾ ਦੇ ਵਿੱਚ ਐਂਟਰ ਕਰ ਗਏ ਨੇ, ਔਰ ਦੂਸਰੀ ਤਰਫ ਅਜੇ ਰਸ਼ੀਆ ਯੂਕਰੇਨ ਦੀ ਜੰਗ ਖਤਮ ਨਹੀਂ ਹੋਈ। ਸੋ ਉਹ ਕਿੱਦਾਂ ਸਾਡੀ ਇਕਨੋਮੀ ਨੂੰ ਇੰਪੈਕਟ ਕਰਨਗੇ, ਇਹ ਵੀ ਸਾਰੀ ਜਾਣਕਾਰੀ ਅਸੀਂ ਲੈਂਦੇ ਹਾਂ। ਗੁਰਦੀਪ ਜੀ, ਸ਼ੁਰੂਆਤ ਇੱਥੋਂ ਹੀ ਕਰ ਲੈਂਦੇ ਹੈਗੇ ਆ। ਪੰਕਜ ਜੀ, ਜਰਾ ਓਪਨਿੰਗ ਸਟੇਟਮੈਂਟ ਪਹਿਲਾਂ ਦੇ ਦਿਓ, ਫਿਰ ਇਹਦੇ ਤੇ ਗੱਲ ਕਰਦੇ ਹਾਂ, ਫਿਰ ਪੀਕੇ ਜੀ, ਔਰ ਫਿਰ ਤੁਹਾਡੇ ਨਾਲ ਗੱਲ ਜਾਰੀ ਰਹੇਗੀ, ਪਲੀਜ਼। ਜੀ ਬਿਲਕੁਲ ਯੁਧਵੀਰ ਜੀ, ਓਪਨਿੰਗ ਸਟੇਟਮੈਂਟ ਤਾਂ ਮੈਂ ਇਹ ਕਹਿ ਸਕਦਾ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹੈ, ਬੇਸਿਕਲੀ GDP ਜਿਹੜੀ ਹੈ ਫਲੈਟ ਰਹੀ ਹੈ ਸਾਡੀ ਕੱਲ ਜਦੋਂ ਰਿਪੋਰਟ ਆਈ ਹੈ, ਔਰ ਅਗਰ ਅਸੀਂ ਅਗਲੇ ਮਹੀਨੇ ਦੀ ਵੀ ਦੇਖੀਏ ਔਰ ਪੂਰਾ ਕੁਆਟਰ ਦੀ ਦੇਖੀਏ, ਸਾਨੂੰ ਇਹ ਦਿਖਦਾ ਪਿਆ, ਹਲੇ ਤੱਕ ਅਨਾਊਂਸ ਨਹੀਂ ਹੋਇਆ ਬਟ ਸਾਨੂੰ ਇਹ ਦਿਖਦਾ ਪਿਆ ਕਿ ਅਸੀਂ 0.1 ਕੰਟਰੈਕਸ਼ਨ 'ਚ ਚਲੇ ਗਏ ਹਾਂ। ਸੋ ਜਿਹੜੀਆਂ ਰਿਪੋਰਟਾਂ ਨੇ ਅੱਜ ਤੱਕ, ਸੋ ਉਸ ਕੰਟਰੈਕਸ਼ਨ ਦੀ ਵਜ੍ਹਾ ਨਾਲ ਅਸੀਂ ਕਹਿ ਸਕਦੇ ਹਾਂ ਕਿ ਵੀ ਆਰ ਇਨ ਟੈਕਨੀਕਲ ਰਿਸੈਸ਼ਨ। ਡਿਪੈਂਡ ਕਰਦਾ ਅੱਜ US ਕੀ ਕਰਨ ਜਾ ਰਿਹਾ ਜੀ, ਕਿਉਂਕਿ 2 ਵਜੇ ਦੇ ਕਰੀਬ US ਦੀ ਇੰਟਰਸਟ ਰੇਟ ਦੀ ਅਨਾਊਂਸਮੈਂਟ ਹੈ। 50% ਚਾਂਸਿਸ ਨੇ। ਪਹਿਲਾਂ ਤਾਂ ਅਸੀਂ ਇਹ ਮੰਨ ਰਹੇ ਸੀਗੇ ਪਿਛਲੇ ਵੀਕ ਤੱਕ ਤਾਂ ਇਹ ਲੱਗ ਰਿਹਾ ਸੀਗਾ ਕਿ 100% ਵਧਾਉਣਗੇ, ਲੇਕਿਨ ਧੀਰੇ ਧੀਰੇ ਜੋ ਰਿਪੋਰਟਾਂ US ਤੋਂ ਆਈਆਂ ਨੇ, ਉਹਨਾਂ ਦੇ ਇਨਫਲੇਸ਼ਨ ਦੀਆਂ ਰਿਪੋਰਟਾਂ ਆਈਆਂ ਨੇ, ਉਹਦੇ ਤੇ ਹੁਣ ਇਕੋਨੋਮਿਸਟ ਇਸ ਚੀਜ਼ ਤੇ ਆ ਗਏ ਨੇ ਕਿ ਹੋ ਸਕਦਾ ਹੈ ਵਧਾਉਣ, ਹੋ ਸਕਦਾ ਰੁਕ ਜਾਣ। ਸੋ ਲੈਟਸ ਸੀ ਉਹਦਾ ਕੀ ਇੰਪੈਕਟ ਹੈ, ਬਟ ਜਦੋਂ ਤੱਕ ਇਹ ਇੰਪੈਕਟ ਸੀਗਾ ਕਿ ਅਸੀਂ ਇੰਟਰਸਟ ਰੇਟ ਨਹੀਂ ਵਧਾਇਆ ਔਰ US ਦਾ ਇਹ ਸੀਗਾ ਕਿ ਉਹ ਵਧਾਏਗਾ, ਉਸ ਸਿਚੁਏਸ਼ਨ 'ਚ ਸਾਡੇ ਤੇ ਕਾਫੀ ਇਫੈਕਟ ਆਇਆ, ਸਾਡੇ ਤੇ ਡਾਲਰ ਤੇ ਕਾਫੀ ਇਫੈਕਟ ਆਇਆ ਬੇਸਿਕਲੀ, ਕਿਉਂਕਿ ਸਾਡਾ ਜਿਹੜਾ ਕੈਨੇਡੀਅਨ ਡਾਲਰ ਹੈ ਇਸ ਵੇਲੇ 72 ਸੈਂਟ ਤੇ ਖੜਾ ਹੋਇਆ, ਵਿਚ ਇਜ਼ ਵੈਰੀ ਲੋ ਅਗਰ ਦੇਖਿਆ ਜਾਵੇ ਤਾਂ। ਕਿਤੇ ਅਸੀਂ 73-74 ਦੇ ਕਰੀਬ ਕਰ ਰਹੇ ਸੀਗੇ, ਪਿਛਲੇ ਕਈ ਦਿਨਾਂ 'ਚ ਹੀ ਅਸੀਂ 1 ਸੈਂਟ 1.25 ਸੈਂਟ ਥੱਲੇ ਆ ਗਏ, ਔਰ ਅਗਰ ਅੱਜ ਇੰਟਰਸਟ ਰੇਟ ਵੱਧ ਜਾਂਦਾ ਹੈ ਤਾਂ ਸਾਡੇ ਡਾਲਰ ਤੇ ਇੰਪੈਕਟ ਕਿੰਨਾ ਖਾਂਦਾ ਦੇਖਦੇ ਹਾਂ। ਬਟ ਜਿਵੇਂ ਤੁਸੀਂ ਕਿਹਾ ਕਿ ਯੈਸ, ਵੈਰੀ ਡਿਫਰੈਂਟ ਸਿਨੈਰੀਓਜ਼। ਇੰਪਲੋਇਮੈਂਟ ਹਲੇ ਵੀ ਸਟਰੋਂਗ ਹੈ, ਹਾਊਸਿੰਗ ਹਲੇ ਵੀ ਸਟਰੋਂਗ ਪਈ ਹੋਈ ਹੈ, ਬਾਕੀ ਵੀ ਜਿਹੜੀਆਂ ਵੇਜ ਗਰੋਥ ਨੇ ਉਹ ਵੀ ਨਾਲ ਨਾਲ ਚੱਲ ਰਹੀਆਂ ਨੇ। ਸਪੈਂਡਿੰਗ ਘਟੀ ਹੈ, ਬਹੁਤ ਸੈਕਟਰ 'ਚ ਸਪੈਂਡਿੰਗ ਘਟ ਗਈ ਹੈ ਇਸ ਵੇਲੇ, ਲੇਕਿਨ ਏਅਰ ਕੈਨੇਡਾ ਫਿਰ ਵੀ ਬਿਲੀਅਨਸ ਆਫ ਡਾਲਰ ਦੇ ਪ੍ਰੋਫਿਟ ਦਿਖਾ ਰਿਹਾ ਹੈ। ਟਰੈਵਲ ਨਹੀਂ ਘਟਿਆ ਹਲੇ ਵੀ, ਟਰੈਵਲ ਉਸੇ ਤਰ੍ਹਾਂ ਚੱਲ ਰਿਹਾ, ਰਿਵੈਂਜ ਟਰੈਵਲ ਜਿਹਨੂੰ ਅਸੀਂ ਕਹਿ ਰਹੇ ਹਾਂ, ਰਿਵੈਂਜ ਟਰੈਵਲ ਹਲੇ ਤੱਕ ਰਿਵੈਂਜ ਹੀ ਬਣਿਆ ਹੋਇਆ, ਉਹ ਥੱਲੇ ਨਹੀਂ ਆਇਆ। ਲੇਕਿਨ ਅਗਰ ਓਵਰਆਲ ਦੇਖਿਆ ਜਾਵੇ ਤਾਂ ਸਾਡੀ ਇਕੋਨਮੀ 'ਚ ਕਾਫੀ ਬਾਕੀ ਚੀਜ਼ਾਂ ਤੇ ਇੰਪੈਕਟ ਆਇਆ ਹੈ, ਸਪੈਂਡਿੰਗ ਘਟੀ ਹੈ, ਉਹਦੀ ਵਜ੍ਹਾ ਨਾਲ ਇਨਫਲੇਸ਼ਨ ਵੀ ਥੋੜੀ ਥੱਲੇ ਆਈ ਹੈ, ਬਟ ਇਟ ਮਾਈਟ ਬੀ ਵੈਰੀ ਸਟਬਨ ਇਨਫਲੇਸ਼ਨ। ਸੋ ਬੈਂਕ ਆਫ ਕੈਨੇਡਾ ਦੇ ਹਿਸਾਬ ਨਾਲ, ਔਰ ਬੈਂਕ ਆਫ ਕੈਨੇਡਾ ਦੇ ਹਿਸਾਬ ਨਾਲ ਹੀ ਉਹ ਇਹ ਵੀ ਕਿਹਾ ਗਿਆ ਹੈ ਕਿ ਜਿਵੇਂ ਮਕਲਮ ਸਾਹਿਬ ਨੇ ਕੱਲ ਕਹਿ ਹੀ ਦਿੱਤਾ ਕਿ ਯੈਸ, ਜਿਹੜੇ ਫਿਸਕਲ ਸਪੈਂਡਿੰਗ ਹੈ, ਮਤਲਬ ਜਿਹੜੀਆਂ ਗਵਰਨਮੈਂਟ ਸਪੈਂਡਿੰਗ ਕਰਦੀ ਹੈ ਉਹਨੂੰ ਅਸੀਂ ਫਿਸਕਲ ਕਹਿੰਦੇ ਹਾਂ ਜੀ, ਮਤਲਬ ਤੇ ਜਿਹੜੀ ਬੈਂਕ ਆਫ ਕੈਨੇਡਾ ਯੂਜ਼ ਕਰਦੇ ਹਾਂ ਉਹਨੂੰ ਅਸੀਂ ਮੋਨਿਟਰੀ ਪਾਲਿਸੀ ਕਹਿੰਦੇ ਹਾਂ। ਸੋ ਫਿਸਕਲ ਪਾਲਿਸੀ 'ਚ ਬੇਸਿਕਲੀ ਚਾਹੇ ਪ੍ਰੋਵਿੰਸ ਲੈ ਲਈਏ ਚਾਹੇ ਫੈਡਰਲ ਲੈ ਲਈਏ, ਉਸ ਸਰਕਾਰਾਂ ਦੇ ਜਿਹੜੇ ਬਜਟ 'ਚ ਸਪੈਂਡਿੰਗ ਪਈਆਂ ਹੋਈਆਂ ਨੇ ਉਹ ਬੇਸਿਕਲੀ ਮੋਨਿਟਰੀ ਪਾਲਿਸੀ ਬੈਂਕ ਆਫ ਕੈਨੇਡਾ ਦੇ ਅਗੇਂਸਟ ਜਾ ਰਹੀਆਂ ਨੇ, ਕਿਉਂਕਿ ਉਹ ਇਹ ਕਹਿ ਰਹੇ ਨੇ ਕਿ ਇਟਸ ਲਾਈਕ ਰੋਇੰਗ ਦ ਬੋਟ ਟੂ ਸਾਈਡਡ, ਲਾਈਕ ਕੋਈ ਇੱਕ ਗਵਰਨਮੈਂਟ ਤਾਂ ਕਿਸੇ ਹੋਰ ਤਰਫ ਲੈ ਜਾਣਾ ਚਾਹ ਰਹੀ ਹੈ, ਬੈਂਕ ਆਫ ਕੈਨੇਡਾ ਕਿਸੇ ਹੋਰ ਤਰਫ ਲੈ ਜਾਣਾ ਚਾਹ ਰਿਹਾ ਹੈ, ਵਿਚ ਇਜ਼ ਮੇਕਿੰਗ ਮੋਰ ਹਾਰਡਰ ਫॉर बैंक ऑफ कैनेडा टू कीप द इन्फ्लेशन डाउन। सो ये सारियां चीज़ें ने जी, अगर चल के डिस्कस करते हैं, बट वेरी डिफरेंट सिचुएशन राइट नाउ जी। बिल्कुल जी, अज ये सारी चीज़ें ਅਸੀਂ ਗੱਲ ਕਰਾਂਗੇ। ਓਪਨਿੰਗ ਸਟੇਟਮੈਂਟ ਜਿਹੜਾ ਪੀਕੇ ਸਬਰਵਾਲ ਸਾਹਿਬ ਦਾ ਵੀ ਸੁਣ ਲਈਏ। ਪੀਕੇ ਜੀ, ਬਹੁਤ ਬਹੁਤ ਸਵਾਗਤ ਹੈ, ਬਹੁਤ ਵੈਲਕਮ ਜੀ। थैंक यू वेरी मच जी। युद्धवीर जी, देखो जो असी पहले प्रोग्राम ते गल कर रहे सी फिगर सी, अगर फिगर की गल करा इक्वाफैक्स की रिपोर्ट जी आई है कैनेडा का पोल जो किया उन्होंने कहा है कि मोर देन 1/3 यानी कि 36% ऑफ अडल्ट यंग अडल्ट दे सेड दे मिस द बिल पेमेंट दिस ईयर, वन बिल एक उन्होंने मिस किया है। जबकि अगर टोटल देखिए तो 23% है, लेकिन यंग जोड़े ने 18 तो 34 साल के अंदर वो 36% है जिन्होंने बिल मिस किया है। और एक इन्होंने पोल के अंदर एक चीज और इंटरेस्टिंग है, मैं इस करके पोल दस रहा कि मैं बिल्कुल दूजे पासे CMSC की रिपोर्ट भी दसांगा कि फिर एक ऑफिस की रिपोर्ट है कि दूजे पासे कह रहे हैं कि टोटल 39% जो रिस्पोंडेंट्स ने जो उन्होंने पोल किया वो कह रहे हैं कि उन्होंने बड़ा ज्यादा एंगजाइटी हुई पी है, पर्सनल डेट लैवल के उत्ते बड़े डरे बैठे ने। जबकि यंग जो है ना 52% है ऐसे होगी एक ऑफिस की रिपोर्ट। अगर दूसरे पासे CMA की रिपोर्ट देखो, वो पता ही कह रहा है, बड़ा इंटरेस्टिंग वो गल कर रहे हैं, वो कह रहे हैं कि रिसेंटली मार्गेज पेमेंट जो मिस है वो चीज घट होगी, लोग मिस जी कर रहे थे रफ्तार घट होगी रिसेंट कपल ऑफ मंथ्स के अंदर। क्यों? उसका रीजन बड़ा इंटरेस्टिंग दे रहे हैं। एक लेबर मार्केट की गल कर रहे हैं जी, उन्होंने मंगा साहब ने पहले प्रोग्राम की गल की थी जी, ठीक चल रही है। नंबर 2 उन्होंने कहा है कि इन्होंने उनकी किया है कि अपनी इक्विटी इन्हों की इन्नी वध गई बिकॉज ऑफ द प्राइस जंप सो हाई कि इक्विटी उत्ते लै लेके
पेमेंट करी जा रहे हैं पर पेमेंट मिस करने की कोशिश कर रहे कि मिस ना करन। तो इस करके यह चीज घट आ रही है। और नाल उन्होंने यह भी किया कि लगभग 6000 हाउस होल्ड ने ਜਿਹੜੇ कि बड़े बड़े एक्सपोजर ਦੇ ਉੱਤੇ ਹੈਗੇ ਨੇ, ਇਸ ਕਰਕੇ ਇੰਟਰਸਟ ਰੇਟ ਨੂੰ ਠੀਕ ਕਰਨਾ ਹੀ ਪਏਗਾ, ਨਹੀਂ ਤੇ ਇਹ ਚੀਜ਼ ਕਦ ਤੱਕ ਚੱਲੇਗੀ। ਵੈਰੀ ਇੰਟਰਸਟਿੰਗ ਜੀ। ਔਰ ਮੈਂ ਪੀਕੇ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਮੌਰਗੇਜ ਦੇ ਜਿਹੜੇ ਏਰੀਅਰ ਨੇ ਘਟ ਗਏ ਨੇ, ਮੈਂ ਉਹਦੀ ਐਗਜ਼ੈਕਟ ਨੰਬਰ ਵੀ ਦੱਸ ਦਿੰਦਾ ਹੈ ਕਿ ਦਸੰਬਰ ਦੇ ਵਿੱਚ ਉਹ 0.5% ਲੋਕ ਸੀਗੇ ਜਿਨ੍ਹਾਂ ਦੀ ਮੌਰਗੇਜ ਸੀਗੀ ਨਾ, ਤੇ 0.5% 0.5% ਸੀਗੇ ਦਸੰਬਰ 2022 ਦੇ ਵਿੱਚ, ਜਿਹੜੀ ਕਿ ਆਪਣੀ ਮੌਰਗੇਜ ਏਰੀਅਰ ਚ ਸੀਗੀ। ਏਦਾਂ ਨਹੀਂ ਕਿ ਬੈਂਕਰਪਸੀ ਹੋ ਰਹੀ ਸੀ, ਮੌਰਗੇਜ ਏਰੀਅਰ ਚ ਸੀਗੀ ਸਿਰਫ ਉਹਨਾਂ ਦੀ। ਅੱਛਾ, ਉਹ ਨੰਬਰ ਵੀ ਹੁਣ ਘਟ ਕੇ ਅੱਜ ਦਾ ਨੰਬਰ ਹੈ ਜੀ ਅਕਤੂਬਰ ਤੋਂ ਬਾਅਦ 31 ਅਕਤੂਬਰ ਦਾ ਨੰਬਰ ਸੁਣ ਲਓ, ਉਹ ਸਿਰਫ 0.25% ਰਹਿ ਗਿਆ ਜੀ। 0.5% ਵੀ ਨਹੀਂ ਜੀ, ਤੁਸੀਂ ਕਹਿ ਸਕਦੇ ਹੋ ਕਿ 0.25% ਰਹਿ ਗਿਆ। 0.25% ਲੋਕ ਹੀ ਸਿਰਫ ਆਪਣੀ ਮੌਰਗੇਜ ਏਰੀਅਰ ਚ ਨੇ। ਏਦਾਂ ਨਹੀਂ ਹੈ ਕਿ ਕਿਤੇ ਬੈਂਕਰਪਸੀ ਹੋ ਗਈ ਉਹਨਾਂ ਦੀ। ਇਹਦਾ ਪੀਕੇ ਜੀ, ਇਹਦਾ ਮਤਲਬ ਤੁਸੀਂ ਬਿਹਤਰ ਦੱਸੋਗੇ, ਇਹਦਾ ਮਤਲਬ ਵੀ 1000-2000 ਬੰਦਾ ਹੀ ਆ ਜਿਹੜਾ ਟੋਟਲ, ਕਿਉਂਕਿ ਹਾਊਸ ਹੋਲਡ ਮੈਂ ਟੋਟਲ ਨੰਬਰ ਗਿਣ ਲਏ ਆ ਕਿ ਟੋਟਲ ਜੇ ਮੈਂ ਹਾਊਸ ਹੋਲਡ ਦੀ ਗੱਲ ਕਰਾਂ ਮਸੀਂ 2000 ਬੰਦੇ ਹੋਣਗੇ ਕਿ ਜਿਹੜੇ ਇੰਨੇ ਸਖਤ ਏਰੀਆ 'ਚ ਹੈਗੇ ਨੇ। ਬਾਕੀ ਤਾਂ ਸਾਰਾ ਸਿਸਟਮ ਠੀਕ ਹੀ ਚੱਲ ਰਿਹਾ ਹੈਗਾ। ਇਹਦਾ ਬਿਲਕੁਲ ਹਾਂ ਜੀ। ਮੇਰੇ ਕੋਲ ਨਾ ਰੋਜ਼ ਆਉਂਦੇ ਨੇ ਬੰਦੇ। ਹੁਣ ਕੱਲ ਵੀ ਮੈਂ ਇੱਕ ਬੱਚੇ ਨੂੰ ਸਮਝਾ ਰਿਹਾ ਸੀ, ਬੱਚੇ ਹੀ ਕਹਾਂਗਾ 40-45 ਸਾਲ ਦੇ ਕਪਲ ਨੂੰ, ਉਹ ਲੱਖ ਲੈ ਦਿਓ, लेके हम वाला मकान ला दो। मैं कहा तुम लेने की बात कर रहे हो एक्स्ट्रा, मैं बोल रहा हूँ जो तुम्हें बैंक दे रहा है वही लो। बड़े घर में क्यों जा रहे हो? बड़े घर में जाके तुम सो जाओगे, नींद आए क्या सो पाओगे क्या वहां जाके तुम, कि जागे रहोगे? रातें जागने के लिए घर ले रहे हो कि रात को चैन की नींद सोने के लिए घर ले रहे हो? कल मैंने डांट मारी है किसी को और मैंने बोला ये गलत है। ये चीज जो है ना, जो आप एरियर्स की बात कर रहे हो, अभी भी लोग समझ जाए। मैं तो कहता हूँ अभी भी लोग सुन ले इस बात को कि कर्जे से निकलने की कोशिश करो, ना कि ज्यादा कर्जे में। मतलब गुस्सा असली तब आता है मेरे को युद्धवीर जी, जब ले पा रहे हैं आप घर, बैंक तुम्हें अप्रूव कर रहा है $9 लाख और कह रहे हैं कि ले लो, घर की इनकम अच्छी है, $2 लाख के करीब इनकम है, तो फिर कह रहे नहीं जी मेरे को तो डिटैच का शौक है, मुझे तो 1 लाख आप सेकंड मॉर्गेज ले दो और मेरे को 1 लाख दो। डांट खा के निकले। अब नहीं लेते मकान ना ले, मैंने इस पाप में पढ़ना ही नहीं है। ये जो वो लोग, ये मैंने एग्जांपल इसलिए दिया उन लोगों को जो लोग अभी भी बाज नहीं आ रहे। क्या वो अपने आप को इन 0.25 के अंदर लेके आना चाहते हैं? क्या क्यों लाना चाहते हो? है? तो अपनी घर के अंदर शांति रखो, थोड़ा एंजॉयमेंट करो। मैंने देखा है सर, आपके घर में भी युद्धवीर जी 4-5 कमरे हैं, पर पक्की बात है आपके यूज 1 या 2 ही कमरे होते होंगे, बाकी कमरों में आप जाते ही नहीं होंगे शायद। नहीं जाते। सेम है। मैं घर बेच के क्यों जा रहा हूँ? मैं घर बेच के अपार्टमेंट में क्यों जा रहा हूँ? कि जिसे कहते हैं फैमिली रूम, बेडरूम, किचन, फैमिली रूम, बेडरूम, किचन, वो लिविंग रूम, वो मेरा एक्सरसाइज रूम, वो मेरा मेडिटेशन रूम, वो मेरा फैन रूम, पता ही नहीं जाके देखा कि वहाँ पर है कि नहीं। मैंने बल्कि उस दिन वाइफ को बोला कि यार हफ्ते में 2-3 बार या रोज 1 बार चक्कर काटे घर को तो देख लिया करो। तो क्यों? हाँ देख तो लो, घर हमारा वो चीज वहीं की वहीं है कि नहीं है। पता चला कि हम तो खुश होकर बैठे हैं, पता चला उस घर के अंदर सामान ही नहीं है उस कमरे के अंदर। तो इस करके एक बार घूम के देख तो लिया करो, तो बेसमेंट ही देख लिया करो कभी जाकर। तो ये बात कर रहे थे, तो वाइफ मेरी कह रही थी कि अब तो मुक्का रहे हैं, चंगा ऐसे मूव कर रहे हैं, छोटे करी जा रहे हैं। तो मैं उन लोगों को बताना चाहता हूँ ये राइट टाइम है। ये बल्कि कहते हैं कि ये बड़ा अच्छा हुआ है कि बड़ा घर नहीं ले पा रहे, छोटा घर लो, 2 कमरे का ले लो, लेकिन ले लो और उसके बाद ये घर आपको मकान बना देगा। ये 2.25 वाली फिगर के अंदर आप लोग मत आओ जी। हाँ जी, कुछ मैसेज भी आए ने, वो भी मैसेज भी जरूर पढ़ांगे ਤੁਹਾਡੇ, और ਨਾਲ ਦੀ ਨਾਲ ਜਿਹੜੀਆਂ ਕਾਲਸ ਨੇ ਉਹ ਵੀ ਅਸੀਂ ਜ਼ਰੂਰ ਲਵਾਂਗੇ। ਮੈਂ ਇੱਕ ਵਾਰੀ ਫਿਰ ਦੁਬਾਰਾ ਤੋਂ ਦੱਸਵਾਂ ਕਿ ਅਸੀਂ 6 ਜਣੇ ਇਸ ਵੇਲੇ ਵਾਈ ਮੀਡੀਆ ਲਾਈਵ ਦੇ ਉੱਤੇ, ਰੇਡੀਓ ਵਾਈ ਤੇ ਲਾਈਵ ਹੈਗੇ ਤੁਹਾਡੀ ਖਿਦਮਤ ਦੇ ਵਿੱਚ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ। ਮੈਂ ਯੁੱਧਵੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੈਂ ਸਾਡੇ ਪ੍ਰੋਗਰਾਮ ਨੂੰ ਮੇਰਾ ਸਾਥ ਦੇ ਰਹੇ ਨੇ ਸਾਡੇ ਕੋ ਹੋਸਟ ਨੇ ਗੁਰਦੀਪ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਅਸੀਂ ਕਰ ਰਹੇ ਹਾਂ। ਨਾਲ ਬਾਨੀ ਜੀ ਸਾਡੇ ਨਾਲ ਨੇ। ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸਬਰਵਾਲ ਸਾਹਿਬ ਪੈਨਲ ਤੇ ਬੈਠੇ ਨੇ, ਔਰ ਨਾਲ ਪੈਨਲ ਦੇ ਉੱਤੇ ਸਾਡੇ ਹੈਗੇ ਨੇ ਗੈਸਟ ਪੰਕਜ ਮੋਂਗਾ ਜੀ। ਸੋ ਅਸੀਂ 6 ਦੇ 6 ਜਣੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ जी। अगली कॉल और बताएंगे जी। गिरीश जी तुसी ऑन दे रहो, नेक्स्ट कॉल जी। हेलो युद्धवीर जी, वो 6 लोग बोल रहे थे, बानी जी, आप, मोंगा जी और गुरदीप जी। छठा कल आखिरी में कौन है? सर छठा आप है, छठा आपने लगाया। हाँ जी ठीक है। अच्छा मोंगा साहब, पहले चीज बताइए, थोड़ा सा कंफ्यूजन है इसमें ना, ये जो फर्स्ट होम सेविंग्स अकाउंट है, तो अगर मान लो कोई 18 वाला मेग हो गया है, तो अगर 1 साल में खाता खोलता, अगर वो 2-3 साल बाद खोलता है तो कुछ घाटा है, मतलब कुछ ना कुछ लूज करेगा, वो क्या है कुछ बता सकते हैं? मैं समझने की कोशिश की, मुझे समझ में आया नहीं जी। लूज क्यों करेगा सर? नहीं, उसमें ऐसा है कि वो 5 ईयर के अंदर होता है निकालना, कि वो 5 ईयर मान लीजिए ऐसा कुछ है कि आज नहीं, वो उसको ना थोड़ा सा गलत तरीके से प्रमोट किया जा रहा है, मैं उसको एक्सप्लेन करता हूँ। हाँ जी नहीं, उसमें ये है कि अगर आप अभी इस साल नहीं, एटलीस्ट कहते हैं कुछ करना है नहीं करना, खाता जरूर खुला लो इस साल।
मैं वही आपको एक्सप्लेन करना चाह रहा हूँ क्यों है वो। एक्चुअली क्या है सर, जैसे TFS से आप समझते हैं टैक्स फ्री सेविंग अकाउंट, अगर आपने आज तक भी नहीं खोला है तो आज आप खोल के उसमें पिछली सारी पेमेंट डाल सकते हो 2009 से। $88,000 आज तक की 31 दिसंबर, इस साल के 31 दिसंबर तक की हमारे पास है। तो आप पूरा पिछला डाल सकते हो। FHSA के साथ ये है कि अगर आपने अकाउंट नहीं खोला था तो पिछले साल वाला नहीं डाल सकते, आपका साल वहां से शुरू हो रहा है। तो बेसिकली 2023 में अगर आपने नहीं खोला तो 2024 में आप 8,000 ही डाल पाओगे, 16 नहीं डाल पाओगे, क्योंकि 2023 का बेनिफिट नहीं ले सकते आप। आपको उससे आगे का बेनिफिट मिलेगा, पीछे का नहीं मिलेगा। लेकिन इसमें भी कैच है सर, आप सिर्फ 2 साल का ही डाल सकते हो। तो अगर आज ने 2023 में अकाउंट खोल लिया, आप कहते हो मैं 2026 में डालूंगा, आपको 3 साल या 4 साल का बेनिफिट मिल जाए, वो नहीं मिलेगा। आप सिर्फ 16,000 मैक्सिमम डाल सकते हैं। ओके, तो बेसिकली आपको जो आपकी लिमिट है उसको 2 साल में पूरा कर दो, राइट? मतलब 1 साल आज अगर खोला है तो अगले साल अगर आप डाल रहे हो तो आपको 16,000 डालने की मिल जाएगी। लेकिन अगर आप 25 में डाल रहे हो तो भी आप 16 नहीं डाल सकते हो, आप 23 वाला लूज कर जाओगे। हाँ जी, तो ऐसा कुछ नहीं है। मैं इसलिए सबको जिनसे भी मेरी बात हुई है FHSA के लिए, FHSA में एक बेनिफिट ये है कि आप जब पैसा डालते हो तो टैक्स डिडक्शन मिलती है आपको। हाँ जी। तो उनको तो डालना ही नहीं चाहिए जिनकी इनकम नहीं है, चाहे वो 18 साल के हो गए। नहीं, आई मीन मतलब वो 18 का एग्जांपल दिया था ना कि हो सकता है कि मान लो उसके 2 साल बाद उसकी अच्छी नौकरी लग जाए, फॉर एग्जांपल 22 में वो ना, तो मतलब वो बेसिकली अगर आप बेसिकली गिरीश जी ये करना चाह रहे हो कि 2 साल का ही बेनिफिट ले रहे हो, तीसरे साल का नहीं ले सकते इकट्ठा। ओके, तो 16,000 का बेनिफिट ले रहे हैं। हाँ, तो मैं तो कहने का मतलब है कि जिसको जल्दी घर लेना है तो वो पहले ही चालू कर दे आज से ही, 18वें साल से ही, सो दैट कि वो जैसे वो 8, 18, 5, 23, 24 साल में अपना ले ले घर, समथिंग लाइक दैट। अगर इनकम होती है तो ये इनकम होती है तो मैं ये ना सर, बड़ा ही आप जनरल क्वेश्चन पूछ रहे हैं, मैं इस पे कोई एडवाइस नहीं देना चाहूंगा। प्लीज जो भी लोग सुन रहे हैं, मैं कुछ और कह रहा हूँ, एडवाइस कुछ और समझी जा रही है यहाँ पे। बिल्कुल नहीं, हर एक की अपनी इंडिविजुअल सिचुएशन है। जब तक आप मेरे साथ आके टैक्सेस डिस्कस नहीं करेंगे, मैं उसको एडवाइस नहीं देना चाहूंगा किसी तरह की भी। बट मैं रूल समझा रहा हूँ कि रूल ये है। आप ये कह रहे हैं कि लेना चाहिए उनको 18 वालों को, मैं इसमें किसी में एग्री नहीं कर रहा हूँ गिरीश जी आपके साथ, वो मैं इंडिविजुअल सिचुएशन देख के देखूंगा। नहीं सर, मैं ये कहना चाहता हूँ आप इन्वेस्ट कर दो, लेकिन उसका जो रिफंड है वो ना लो, पड़ा रहने दो वहाँ पे, ग्रो करने दो। सर मैं आप अपनी एडवाइस दे सकते हैं? नहीं यार, मैं इससे सहमत गिरीश जी नहीं हूँ, टू बी ऑनेस्ट। मैं डिस्कस कर चुका हूँ ये बात इनके साथ, आप बैठ के बात करो उनके साथ। तो मैं एक CFP हूँ सर, मैं एक सर्टिफाइड फाइनेंशियल प्लानर हूँ। मुझे इंडिविजुअल बंदे से बात करके एडवाइस देनी है, ना कि ब्रॉड वे में एडवाइस देनी है। ओके, चलिए। अच्छा, अगला पॉइंट है। अच्छा, वो जो अपन पहले डिस्कस कर रहे थे कल परसों, अपने मकलन साहब वहाँ बात कर रहे थे, जब ये कर रहे थे वो बोट कार दोनों अपोजिट डायरेक्शन में जा रही है, अपनी टूडो साहब थे वहाँ पे, वो सुन रहे थे? नहीं सर, ये तो ऑटवा में जो है ना लॉ मेकर्स के साथ स्पीच चल रही थी ना, वहाँ तो वो नहीं थे ना। ये क्वेश्चन चल रहे थे, वो क्वेश्चन नॉर्मली नहीं होते। मुझे वो नहीं होता, और मेन तो उनको सुनना चाहिए था ना कि ये क्या हो रहा है, राइट? सुन गया, पहुँच गई खबर उनके पास उसी वक्त। ऐसा कौन सा प्राइम मिनिस्टर है किस कंट्री का, अगर बैंक उसके हेड कोई स्पीच दे रहा हो, क्वेश्चन आंसर दे रहा हो और उस तक उसके आंसर ना पहुंचे, बड़ा ही फिर तो वो बनने के भी लायक नहीं है, अगर उसके पास ऐसी चीजें नहीं पहुंच रही है। मैं बताता हूँ, देखिए देश में सिलसिला यही चल रहा है, अब क्या करो। अब देखो, पिछले हफ्ते अपने टूडो साहब आए, वो कहते हैं कि क्या कहते हैं वो, कमोडिफिकेशन, सुना पढ़ा आपने वो मुंगा साहब? किसने बोला सर? हाउसिंग का उन्होंने कहा कमोडिफिकेशन कर दिया। ओके, हाँ जी, बड़ा समझाइए इसका मतलब क्या है कमोडिफिकेशन, प्लीज बताइए, समझाइए। ठीक है जी, आप समझाना चाहेंगे? जी, वो कुछ चीजें इसको हाउसिंग को और इमिग्रेशन को मर्ज करना चाहते हैं। इसको एक अलग से इसको एक दर्जा देके इसको अलग ढंग से इसको लाना चाहते हैं। सर एक मिनट रुकिए, अभी इनके कमेंट्स आए हैं, क्लियर कमेंट्स आए हैं कि दे आर प्लानिंग कि जो इमिग्रेशन की जो फेड के अंदर है, हाउसिंग को भी उसके अंदर ला के एक अलग तरीके से इनको आपस में मिलाया जाए, उस हिसाब से प्लानिंग की जाए। कमोडिटी सर, एक्चुअली गिरीश जी मैं थोड़ा सा और पीके जी ने बड़ा अच्छी तरह एक्सप्लेन कर दिया है। कमोडिटी होती क्या है जी? जी कह रहे हैं
जी ने सही नहीं बताया। मोंगा साहब आप बताइए। अच्छा, आपने क्या गिरी जी बोला? मैं तो इमिग्रेशन वाली बात कर रहा हूँ आपके साथ, उसके लाके समझ करना है। नहीं, मोंगा साहब बताएंगे कमोडिटी। जी हाँ जी बताइए मोंगा साहब। कमोडिटी का मतलब क्या होता है सर? कमोडिटी होती है जिसको हम एनर्जी, ऑयल, नेचुरल गैस, इसको हम ट्रेड करते हैं। हाँ जी हाँ जी हाँ जी हाँ जी बताइए। So basically, you are making housing as a commodity, not as a living space or something. आप उसको raw material बना दिया, आपने उसको एक प्रोडक्ट बना दिया है। हाँ जी खरीदने बेचने के लिए और ट्रेड करने के लिए। यस तो ये वो तो हम यहाँ। तो आप क्या कह रहे हैं गिरी जी, आप बताइए, जरा बता दीजिए आर्टिकल को, हमारा राय क्या होगा? इसकी डेफिनेशन पूछ रहा था ना, ये क्या है? तो ये वो तो कमोडिटी वाली कमोडिटी होगी। मैं क्या कोई बात जो कर रहे थे ना आपकी, उन्होंने ये कुछ सोचा कि ये करेंगे कमोडिटी, तो वो अगर बता सकें आप तो। हाँ मैं बता दूँ। ये हम 4-5 साल से ही बात कर रहे हैं कि जो कमोडिफिकेशन मतलब है कि लोगों ने धंधा बना लिया, इन्वेस्टर्स को वो पकड़ रहे हैं। कहते हैं कि इन्वेस्टर्स को वो, उसका अंग्रेजी का जो एग्जैक्ट वर्ड है बैशिंग को अंग्रेजी में कहते हैं वायलेंट फिजिकल असॉल्ट एंड सीवियर क्रिटिसिज्म। हाँ जी, तो टूडू साहब ने अब बोला, हम तो यहाँ 4-5 साल से पहले बोल रहे हैं कि इन्वेस्टर को रोका जाए, थोड़ा सा उनको डीमोटिवेट किया जाए, थोड़ा सा उस पर स्लो किया जाए। उनकी वजह से तो ज्यादा घरों का दाम बढ़े और अनएफोर्डेबिलिटी बढ़ी है। बस मैं गिरीश जी एक चीज, सॉरी मैं आपको काट रहा हूँ, मैं नॉर्मली काटना नहीं चाहता, बट पीके जी, मैंने या युद्धवीर जी, हम जब भी डिस्कशन करते हैं यहाँ पे बैठ के, हमने हमेशा बात की है कि इन्वेस्टर के लिए रूल अलग होने चाहिए। एक मकान या 2 मकान खरीद लिया अलग बात है, बाकी उनके लिए रूल्स अलग होने चाहिए, उनकी मॉर्गेजेस के रूल अलग होने चाहिए। हमेशा हमने इस बात को प्रमोट किया है, हमने ये किया है। अब पॉलिटिशियन नहीं कर रहे हैं तो उसमें हम क्या कर सकते हैं? आपको पता है अभी सारे इन्वेस्टर्स को अभी ये लेटर आए हैं सीआरए से कि यूटीएचआई अनयूटिलाइज होम के अंदर चाहे हो या ना हो, आप इस फॉर्म को भरिए और भर के हमें एक्सप्लेन करिए। और उन्होंने उसकी डेट 31 अक्टूबर दी थी, जो कल निकल गई है। वो फॉर्म भर के देने हैं और उसके अंदर इतनी कंफ्यूजन चल रही है मार्केट, इवन अकाउंटेंट्स के अंदर कंफ्यूजन चल रही है कि कौन अप्लीकेबल है कौन नहीं। अल्टीमेटली हार के सबने वो फॉर्म भर के भेज दिए, क्योंकि इसमें लिखा हुआ है कि अगर ये आपने फॉर्म भर के नहीं भेजा तो $5,000 पर हाउस आपके पेनल्टी है और पर ओनर। और यहाँ तक की कंफ्यूजन खड़ी हुई पड़ी है। कोई कहता है जी ये सिर्फ कॉर्पोरेशन के लिए है, कोई कहता है जी नहीं ये सिर्फ पार्टनरशिप के लिए है। यहाँ तक बात चल रही है कि इवन हस्बैंड एंड वाइफ जिन्होंने मिलकर 4 प्रॉपर्टी ली है या चलो एक भी ली है घर के अलावा, तो वो पार्टनर कैटेगरी में आएंगे कि 1 हाउस होल्ड कैटेगरी में आएंगे। ये डिबेट चल रही है। इसके ऊपर बचने के लिए ये फॉर्म सब भर के भेजे। मैंने खुद सारे फॉर्म भर के भेजे, इतने सारे अकाउंट मैंने क्या भरने, मैंने अकाउंटेंट को बोला फीस दे दी, भर के भेज दिया। सर मैं ये एग्जांपल इसलिए दे रहा हूँ कि ये पीछे पड़े हुए हैं और इसके ऊपर काम कर रहे हैं, पर झटके से डिक्टेटरशिप नहीं हो सकती। ये जो चीजें हैं ये प्रेशराइज करने वाली चीजें हैं और उसके बाद इसके इनकम भी है, नॉट ओनली प्रेशराइज, ये गवर्नमेंट की इनकम भी है, विच इज अ गुड थिंग टू हैपन। इंटरेस्ट तो आगे इनको पता है, आपको इनको ज्यादा लग रहा है, 1/4% इंटरेस्ट को ज्यादा देना पड़ता है इन्वेस्टर प्रॉपर्टी के ऊपर। इनका सिंपल तरीका है, इन्वेस्टमेंट प्रॉपर्टी 1/4% यू आर पेइंग मोर इंटरेस्ट। मैं तो कहता हूँ उसको 0.5% कर दो और बढ़ा दो। नहीं देखिए सवाल साहब, मैं तो 4-5 साल से बोल रहा हूँ कि इनको इन्वेस्टर को रोको। टूडो साहब कुंभकर्ण की नींद सोए हुए हैं, अब ये जागे हैं, ये अब इनका इलेक्शन आ रहा है, अभी तक क्यों नहीं जागे जी? अच्छा, आप वो उनकी भी बात करते हैं। मैं एक चीज आज इतने डिस्कस करना चाहना, चरणजीत जी अगली कॉल है, तुसी भी वेट कर लो, मैं बाकी कॉलर रिक्वेस्ट है वेट कर ला। मैं 1 मिनट बस ਹੋਰ ਲੈਣਾ ਚਾਹਨਾ ਹੈਗਾ ਗਿਰੀਸ਼ ਜੀ ਦੇ ਨਾਲ। ਹਾਂ ਠੀਕ ਹੈ ਗਿਰੀਸ਼ ਜੀ, ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਹੁਣੇ ਹੀ ਪੀਕੇ ਜੀ ਸਾਨੂੰ ਦੱਸਣਗੇ। ਪੀਕੇ ਜੀ 1 ਮਿੰਟ ਲਈ ਇਮੇਜਿਨ ਕਰੋ ਕਿ ਗਿਰੀਸ਼ ਜੀ ਹੈਗੇ ਨੇ ਇਨਵੈਸਟਰ, ਠੀਕ ਹੈ ਜੀ, ਤੇ ਗਿਰੀਸ਼ ਜੀ ਹੈਗੇ ਨੇ ਇਨਵੈਸਟਰ ਤੇ ਮੈਂ ਹੈਗਾ ਜੀ ਆਪਣਾ ਘਰ ਫਸਟ ਟਾਈਮ ਹੋਮ ਬਾਇਰ ਕਹਿ ਲਓ, ਸੈਕਿੰਡ ਟਾਈਮ ਹੋਮ ਬਾਇਰ ਕਹਿ ਲਓ, ਮੈਂ ਆਪਣੇ ਰਹਿਣ ਲਈ ਘਰ ਲੈਣਾ, ਮੈਂ ਰਹਿਣ ਲਈ ਘਰ ਲੈਣਾ ਹੈ ਤੇ ਗਿਰੀਸ਼ ਜੀ ਹੈਗੇ ਨੇ ਇਨਵੈਸਟਰ। ਅਸੀਂ ਦੋਨੋਂ ਜਣੇ $1 ਮਿਲੀਅਨ ਦਾ ਘਰ ਹੈ ਇੱਥੇ ਬਰੈਂਪਟਨ ਦੇ ਵਿੱਚ ਦੇਖ ਰਹੇ ਹਾਂ। ਫਰਜ਼ ਕਰ ਲਓ ਜੀ ਅਸੀਂ ਸੈਮੀ ਡਿਟੈਚ ਕਰ ਲਾ ਲਓ, ਡਿਟੈਚ ਕਰ, ਸਾਡਾ ਬਜਟ ਦੋਨਾਂ ਦਾ $1 ਮਿਲੀਅਨ ਦਾ ਅਸੀਂ ਘਰ ਦੇਖ ਰਹੇ ਹਾਂ। ਇਹ ਇਨਵੈਸਟਰ ਨੇ, ਮੈਂ ਆਪਣੇ ਰਹਿਣ ਲਈ। ਸਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, $1 ਮਿਲੀਅਨ ਮੈਂ ਤੇ ਘਰ ਲੈ ਕੇ ਅੰਦਰ ਚਲਾ ਜਾਵਾਂਗਾ, ਠੀਕ ਹੈ ਕਿ ਨਹੀਂ? ਮੈਂ ਤੇ ਅੰਦਰ ਘਰ ਲੈ ਕੇ ਮੈਨੂੰ ਅੰਦਰ ਤੁਸੀਂ ਭੇਜ ਦਿੱਤਾ, ਮੇਰਾ ਕੈਸ਼ ਫਲੋ ਬਣਾਓ। ਇਹਨਾਂ ਦਾ ਕੈਸ਼ ਫਲੋ ਮੈਨੂੰ ਬਣਾ ਕੇ ਦਿਖਾਓ ਕਿ $1 ਮਿਲੀਅਨ ਦਾ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ, 10% ਦੇ ਡਾਊਨ ਪੇਮੈਂਟ ਦੇ ਦੇਣਗੇ ਤੁਹਾਨੂੰ $1,00,000, ਮੈਂ 10% ਡਾਊਨ ਪੇਮੈਂਟ ਮੈਂ ਵੀ ਦੇ ਦਾਂਗਾ $1,00,000, ਮੈਂ ਆਪਣੇ ਰਹਿਣ ਲਈ ਘਰ ਲੈ ਰਿਹਾ। सॉरी विस्कार, थोड़ी आवाज कट गई थी, पिछली 2 लाइन जरा दोबारा बोल दोगे? मैं दोबारा बोल देना है सर। ठीक है जी, इतना यार समझ गया मैं युद्धवीर जी, सॉरी मैं आपको एग्जांपल भी समझा देता हूँ। नहीं सर, मैंने पूरी बात, इसलिए मेरी आवाज की कट गई थी। नहीं सर, मैं युद्धवीर जी मेरे पास एग्जांपल है, मैं आपको समझाता हूँ।
आप सुनिए, ओके, मैं आपको इन्वेस्टर बना दूं, इंस्टेड आप मुझे इन्वेस्टर बना रहे थे। नहीं आप बने ना इन्वेस्टर। मेरी बात सुने, मेरी बात नहीं मैं समझ गया मैं आपको नहीं आप समझे नहीं ना, अभी बात पूरी होने नहीं, मैं समझ गया नहीं समझे आप। नहीं गिरीश जी, आप बात दूसरा की होने दिया करिए बीच में प्लीज, बाकियों के लिए। हाँ बात समझे ना पीके जी, गिरीश जी फर्ज कर लो इन्वेस्टर है ਤੇ मैं अपने रहन ਲਈ कर ले रहे हैं, दोनों जने का बजट $1 मिलियन है, ਅਸੀਂ दोनों जने आ गए ਤੁਹਾਡੇ ਕੋਲ, ठीक है जी ਹੁਣ ਘਰ ਇੱਕ ਹੈ, ਘਰ ਸਿਰਫ ਇੱਕ ਹੈ, ਘਰ ਦੋ ਨਹੀਂ ਹੈ ਜੀ, ਸਿਰਫ ਇੱਕ ਘਰ ਹੈ जी $1 ਮਿਲੀਅਨ ਦਾ ਘਰ ਹੈ। मैं भी 10% डाउन पेमेंट दे रहा है $1 लाख, गिरीश जी भी 10% डाउन दे रहे हैं $1 लाख, ठीक है जी। ਹੁਣ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਵੀ ਉਹ ਘਰ ਮੈਨੂੰ ਜ਼ਿਆਦਾ ਸੂਟੇਬਲ ਰਹੇਗਾ ਕਿਉਂਕਿ ਮੈਂ ਫਸਟ ਟਾਈਮ ਹੋਮ ਬਾਇਰ ਹੈਗਾ ਹੈ। ਇਹਨਾਂ ਦਾ $1 ਲੱਖ ਡਾਊਨ ਦੇਤਾ, $1 ਮਿਲੀਅਨ ਦਾ ਘਰ ਲੈ ਲਿਆ, ਦੱਸੋ ਇਹਨਾਂ ਦੀ ਅੱਜ ਕਿੰਨੇ ਤੇ ਕਿਰਾਏ ਤੇ ਚੜ੍ਹ ਲਓਗੇ ਬਰੈਂਪਟਨ ਦੇ ਵਿੱਚ ਘਰ, ਤੇ 9 ਲੱਖ ਦੀ ਮੌਰਗੇਜ ਕਿੰਨੀ ਬਣੇਗੀ ਸਾਡੇ ਦੋਨਾਂ ਦੀ, ਪਹਿਲਾਂ ਤਾਂ ਇਹ ਦੱਸੋ ਸਾਨੂੰ। ਜਿਹੜਾ ਐਂਡ ਯੂਜ਼ਰ ਹੈਗਾ ਉਹ ਤੇ ਅਗਰ ਉਹ ਅਫੋਰਡ ਕਰ ਰਿਹਾ, ਬੈਂਕ ਉਹਨੂੰ ਅਲਾਉ ਕਰ ਰਿਹਾ ਤੇ ਹੀ ਸ਼ੁੱਡ ਗੋ, ਲੇਕਿਨ ਜਿਹੜਾ ਇਨਵੈਸਟਰ ਹੈਗਾ ਉਹ 20% ਅਗਰ ਡਾਊਨ ਪੇਮੈਂਟ ਦੇ ਰਿਹਾ, ਉਹਦਾ ਰੈਂਟ ਹੀ ਨਹੀਂ ਪੂਰਾ ਹੋਣਾ, ਉਹਦਾ ਰੈਂਟ ਹੀ ਨਹੀਂ ਪੂਰਾ। लेकिन ਅਸੀਂ ਲੋਕ ਕੀ ਕਰਨੇ ਆ, ਐਜ਼ ਏ ਇਨਵੈਸਟਰ ਵੀ ਡੋਂਟ ਕੇਅਰ, ਅਸੀਂ ਲੋਕ 20% ਦੇ ਚੱਕਰ ਰਹਿੰਦੇ ਹੀ ਨਹੀਂ। ਅਸੀਂ ਅਗਰ ਕਰ ਲੈਣਾ ਹੈ ਤਾਂ 20-30%। ਹੁਣ ਮੇਰੀ ਕਿਸੇ ਨਾਲ ਗੱਲ ਚੱਲ ਰਹੀ ਸੀ ਕਿਸੇ ਕਮਰਸ਼ੀਅਲ ਪ੍ਰਾਪਰਟੀ ਵਾਸਤੇ, ਤੇ ਮੈਂ ਉਹ ਮੈਨੂੰ ਕਹਿੰਦੀ ਹੈ ਦਿਸ ਵਾਸ ਆਈ ਵਾਸ ਟਾਕਿੰਗ ਵਿਦ CIBC, ਤੇ ਉਹ ਮੈਨੂੰ ਕਹਿ ਰਹੇ ਸੀ ਕਿ तुम्हारा इतना रेंट आएगा एक्सपेक्टेड और इतनी मॉर्गेज है तो वो तो आपका नेगेटिव जा रहा है। तो मैंने कहा एक बात बताओ कितने में डालूंगा तो नेगेटिव खत्म हो जाएगा। कहती है आपको अगर इतना लोन देते हैं तो नेगेटिव नहीं होगा। मैं कहा ठीक है इतना ही दो, बाकी मैं दे रहा हूँ। तो वहाँ पर इन्वेस्टर विन कर जाता है हमेशा। जी। तो ਇਹਦਾ ਮਤਲਬ ਹਾਂਜੀ, ਇਹਦਾ ਮਤਲਬ ਇਹ ਹੈ ਕਿ ਜਿਹਦੇ ਕੋਲ ਤੇ ਸਰ ਸਰਪਲਸ ਕੈਸ਼ ਹੈ ਉਹ ਤੇ ਬਿਲਕੁਲ ਵਿਨ ਕਰ ਜਾਏਗਾ ਇਨਵੈਸਟਰ, ਠੀਕ ਹੈ ਕਿ ਨਹੀਂ? ਸਰਪਲਸ ਕੈਸ਼ ਵਾਲਾ ਤਾਂ ਵਿਨ ਕਰ ਜਾਏਗਾ। ਅਦਰਵਾਈਜ਼ ਜਿਹੜਾ ਬੰਦਾ ਜੇ ਕਹੇ ਕਿ ਮੈਂ 10% 20% ਡਾਊਨ ਦੇ ਕੇ ਕਰ ਦੇਵਾਂਗਾ ਤੇ ਉਹ ਇਨਵੈਸਟਰ ਵਿਨ ਨਹੀਂ ਕਰ ਸਕਦਾ। ਅੱਜ ਪੀਕੇ ਜੀ ਤੁਸੀਂ ਵੀ ਜਾਰਜ ਟਾਊਨ ਦੇ ਵਿੱਚ ਰਹਿੰਦੇ ਹੋ, ਬਰੈਂਪਟਨ ਤੁਸੀਂ ਰਹਿ ਕੇ ਗਏ ਹੋ, ਪੰਕਜ ਜੀ ਤੁਸੀਂ ਵੀ ਇਸ ਵੇਲੇ ਮਿਸੀਸਾਗਾ ਰਹਿੰਦੇ ਹੋ, ਮੈਂ ਇੱਥੇ ਬਰੈਂਪਟਨ ਰਹਿੰਦਾ। ਸਾਡੇ ਆਸ-ਪਾਸ ਜਾਂ ਜਿੱਥੇ ਮੈਂ ਰਿਹਾ ਹਾਂ ਇਨਵੈਸਟਰ ਘਰ ਹੀ ਨਹੀਂ ਲੈ ਸਕਦਾ, ਸਾਰੇ ਘਰ ਐਂਡ ਯੂਜ਼ਰ। बिल्कुल इन्वेस्टर कितना ले लेगा? नेगेटिव चल रहा है, जबरदस्त नेगेटिव चल रहा है सर। हाँ इन्वेस्टर का गिरीश जी अब आप भी अपने आप तर्क रखिए। गिरीश जी घर कैसे लेगा? आज इन्वेस्टर घर ही नहीं ले सकता। ठीक है जी, आपकी बात खत्म हो गई तो मैं चालू करूँ फिर? प्लीज गो। अच्छा ओके, अब देखिए अब ना इसको फ्लिप करते हैं। आप हो इन्वेस्टर और मैं हूँ फर्स्ट टाइम बायर, मेरे हैं 2 छोटे बच्चे, ठीक है? ठीक है। मैं सिर्फ $500,000 का 1 या 2 कमरे का घर लेना चाहता हूँ टाउन, ठीक है? ठीक है जी, ठीक है। अब देखिए क्या है कि हमारी दोनों की इनकम बराबर है, डाउन पेमेंट बराबर है, एवरीथिंग इज सेम सिमिलर, ठीक है जी? ठीक है। डिफरेंस ये है कि आपके पास, आप इन्वेस्टर हो, आपके पास दो या एटलीस्ट चलो 2 ही मान लो, ज्यादा की क्या बात करो, ठीक है? अब वहाँ पे नया बिल्डर एक बना रहा है आपके मैकफीन और कैसल मोड़ पे, बराबर समथिंग लाइक दैट, ठीक है? अब वो बिल्डर बोलता है कि आप मुझे लेके आओ कमिटमेंट, मॉर्गेज अप्रूवल नहीं, कमिटमेंट लेके आओ। अब मैं भी बॉर्डर पे रुका हूँ। अच्छा, और वो भी कहता है बिल्डर कि ये इधर उधर से नहीं लाना है आपने, मेन 5 बैंक चला जाएगा 20 लेंडर से, वहां से लेके आना है। अच्छा, अब दिक्कत ये है कि वो जो कमिटमेंट है उसमें तो थोड़ा बहुत, मतलब आप भी थोड़ा फंसे हुए, आपका भी नहीं हो रहा, मेरा भी हो, चलो आटे में नमक चल जाता, थोड़ा बहुत कपड़ा इधर उधर किया तो अब दोनों उसी में फंसे हुए हैं। लेकिन इधर क्या हुआ कि मेरा तो अप्रूव नहीं हो रहा है, आपने क्या किया, आपने उनको बिल्डर को झूठ बोल दिया कि भाई देखो मेरे पास 2 प्रॉपर्टी है, मैं तो ये दोनों बेच दूंगा और मैं इसको ले लूंगा ये $500,000 का। अब मेरा कंपटीशन तो आपके साथ है, आपने थोड़ी कुछ करना है वहाँ पे, आपने तो झूठ बोला कि आपने वहाँ पे लग जाओगे। अब मुझे तो रहने के लिए चाहिए वहाँ पे मेरे। मैं 1 मिनट टोक दूं गुरुजी जी बीच में आपको? ये जो आप बोल रहे हैं सब्जेक्ट टू द कंडीशन ऑफ सेलिंग योर होम, ये बात खत्म हो चुकी है, इसके ऊपर कमिटमेंट मिलती नहीं है। किसने कह दिया आजकल आपको इसके ऊपर कमिटमेंट मिल रही है? ये तो कंडीशन ही खत्म कर दी है, बिल्डर ने भी खत्म कर दी है, लेंडर ने भी खत्म कर दी है। दे विल नेवर एवर गिव यू कमिटमेंट सब्जेक्ट टू द कंडीशन ऑफ सेलिंग योर हाउस। ये है ही नहीं, खत्म होगी बात सर, ये बात पुरानी हो गई अब। और दूसरी बात यह है कि जो बैंक जो लेंडर जो बिल्डर आपसे कमिटमेंट मांग रहा है, क्योंकि बिल्डर भी फंसा हुआ है। अब बिल्डर को पैसा इसलिए नहीं मिल रहा क्योंकि उनको लेंडर ने कह दिया है तेरे प्रीवल को हम नहीं मानेंगे, अब तू कमिटमेंट लेके आ जा। ऐसे लेटर आए हैं हमारे कई जानने वालों को जिनको हमने मना किया था कभी लेने के लिए किसके पास, तो आगे वो कह रहे हैं कि हमारा बिल्डर ही कह रहा है कि तेरा मकान बनाना मैं शुरू ही नहीं कर रहा जब तक तेरी पक्की कमिटमेंट विदाउट कंडीशन आती है। सब्जेक्ट टू द सेलिंग ऑफ द हाउस इज ए कंडीशन। तो वो कह रहे हैं जी नो कंडीशन। मैं कहो तो मैं ये लेटर जो है मैं मीडिया में भेज देता हूँ, वाई मीडिया में, वो बेशक छाप दें उसको कि
ये आपको नो कंडीशन कमिटमेंट चाहिए मेरे को, उसके बाद मैं तुम्हारा घर बनाना शुरू करूंगा। क्योंकि बिल्डर को पता चल गया जो मैंने 2 साल पहले बुक किया था, अब मैंने शुरू करना है, $1,00,000 बढ़ चुका है, मारो इसके पैसे। ये आपकी यहाँ तक की बात का जवाब है, आप आगे बता दीजिए। नहीं, ये कमिटमेंट, ये घर बेच के घुसने वाला, ये कब से खत्म हुआ है सर? ये तो कंडीशनल, अनकंडीशनल के अंदर तो शुरू से ही था, लेकिन अब इन्होंने देना बंद कर दिया कमिटमेंट। वो कह रहे हैं नो कंडीशन कमिटमेंट। नो कंडीशन कमिटमेंट का मतलब ये होता है, अगर आप उसके अंदर देते हैं कि सब्जेक्ट टू सेल ऑफ योर हाउस, वो फिर कंडीशन बन गई। आप लेटर पढ़िए बिल्डर का, क्लियर लिखा हुआ है नो कंडीशन कमिटमेंट। कोई भी कंडीशन इसमें नहीं हो सकती। उसके अंदर ये भी कंडीशन नहीं हो सकती कि डिसेबिलिटी, उसके अंदर ये भी नहीं कंडीशन होती जॉब जाने की, उसमें कुछ भी कंडीशन। हमें क्लियर की है बैंक से लेटर कि यू आर अप्रूव्ड, दैट्स ऑल, चैप्टर क्लोज। तो लेटर जो आपने कहा ना, जो आप बता रहे थे नाम, तो वो पढ़ लीजिए दोबारा, उसमें लिखा हुआ है। अच्छा, अगर मान लीजिए जैसे फॉर एग्जांपल युद्धवीर जी को सही में बेच के जाना हो, तो वो तो कैसे होगा? उनके पास तो है नहीं, वो सब तो घर ही नहीं है, बिल्कुल नो। हाँ, अगर ये लाइन हटा दें, नो कंडीशन कमिटमेंट, फिर ये बात लागू हो जाएगी। एनीवे, मेरा तो यही पॉइंट है कि बस वो तो बोल देंगे कि भाई अब मेरा बेसिकली वो क्या हुआ कि विजय ने कह दिया कि मैं तो घर बेच के चला जाऊंगा। उसके बाद मैं तो रह गया, उन्होंने घर ले लिया। उसके बाद जब वो नहीं सर ये हो जाए ना अगर, तो सारे के सारे जो इन्वेस्टर है सबको लेटर मिल जाएगा, सबको मिल जाएगा, उनकी बिना इनकम के ही मिल जाएगा लेटर सबको, कि मेरे घर के अंदर इक्विटी 1.2 मिलियन है, मैं घर बेच के 1 मिलियन का बुक करा रहा हूँ, 2 लाख मेरी जेब में फिर भी आ जाएंगे बिना इनकम के भी, तो मैं तो ले लूंगा। फिर तो उनको लेटर की भी जरूरत नहीं है लेंडर की। अगर ये बात हो जाए तो ऐसे ऐसे लोग बैठे हुए हैं जिनके घर के अंदर 1.2 मिलियन इक्विटी है, वो कहेंगे जी बिल्डर को लेटर डाल के कि मैं घर बेच दूंगा, बेचने का मेरे 1.2 मिलियन मेरा कैश आ जाएगा, 1 मिलियन का तेरा घर है, 2 लाख मेरे फिर भी बचे हुए हैं, बताओ लेटर की जरूरत है? इसको कहते हैं हम लोग कंफर्ट लेटर। तो क्या जरूरत है इसकी? नहीं है। तो सर ये चीजें नहीं है, ये सिर्फ कागजों में। ओके, थैंक यू सो मच। नहीं, एक मिनट एक और बात मैं पूछ लेता हूँ। जो आप बात कह रहे हैं ना, पीके जी उसको क्लियर कर देंगे। पीके जी जे फर्ज कर लो ਤੁਹਾਡੇ ਕੋਲ ਇੱਕ ਬੰਦਾ ਬੈਂਕ ਕੋਲ ਜਾਂਦਾ ਹੈ, ਉਹ ਕਹਿੰਦਾ ਜੀ ਮੇਰੇ ਕੋਲ 2 ਪ੍ਰॉपर्टीज ਹੈਗੀਆਂ, 2 ਪ੍ਰॉपर्टीज ਨੇ ਤੇ ਹੁਣ ਮੈਂ ਤੀਜੀ ਇਨਵੈਸਟਮੈਂਟ ਵਾਸਤੇ ਲੈਣੀ ਹੈ, ਠੀਕ ਹੈ ਜੀ। ਤੇ ਇਹਨਾਂ ਦਾ ਹੀ ਮੈਂ ਐਗਜ਼ਾਮਪਲ ਲੈ ਲੈਣਾ ਗਰੀਸ਼ ਜੀ ਦਾ, ਕਿ ਕਹਿੰਦੇ $500,000 ਦੀ ਪ੍ਰਾਪਰਟੀ ਹੈ, 5 ਲੱਖ ਦੀ ਪ੍ਰਾਪਰਟੀ ਹੈ, ਠੀਕ ਹੈ। ਤੇ ਉਹ ਬੰਦਾ ਕਹਿੰਦਾ ਜੀ ਮੈਂ ਹੁਣ ਤੀਸਰੀ ਲੈਣੀ ਹੈ ਤੇ ਮੈਂ $1,00,000 ਡਾਊਨ ਪੇਮੈਂਟ ਦੇ ਰਿਹਾ। ਇੱਕ ਬੰਦਾ ਕਹਿੰਦਾ ਜੀ ਮੇਰੇ ਕੋਲ ਪ੍ਰਾਪਰਟੀ ਕੋਈ ਵੀ ਨਹੀਂ ਹੈ, ਮੈਂ ਆਪਣੇ ਰਹਿਣ ਲਈ ਲੈਣੀ ਹੈ, ਐਂਡ ਯੂਜ਼ਰ ਹੈ, ਮੈਂ ਵੀ $1,00,000 ਡਾਊਨ ਦੇ ਰਿਹਾ ਹੈਗਾ, ਠੀਕ ਹੈ ਜੀ। ਤੇ ਉਹ ਤੇ ਕਹਿਣਗੇ ਵੀ ਜਿਹੜਾ ਐਂਡ ਯੂਜ਼ਰ ਹੈ, ਜਿਹਨੇ ਆਪ ਯੂਜ਼ ਕਰਨੀ, ਆਪ ਰਹਿਣਾ ਹੈਗਾ, ਇਹਨੂੰ ਪਹਿਲਾਂ ਦਿਓ प्रॉपर्टी। जी बिल्कुल, क्योंकि उन्होंने आपकी इन्वेस्टर की जो बाकी की 2 प्रॉपर्टी है ना, वो देखना है कि वो सेल्फ कैरिंग प्रॉपर्टी है कि नहीं है। पता चला कि उसका रेंट आ रहा है 4,000, आपका खर्चा है 5,000, तो माइनस 1,000 हो गया, तो आपकी इनकम में से वो कैलकुलेट करते जाएंगे। तो चांसेस ये हैं कि गिरीश जी अगर एंड यूजर है तो इनके लिए बैंक पहले जाएगा, पहला जाऊंगा। सर गिरीश जी, वैसे भी आपको एक बात बता दूं, आपने जो आपने इंटरसेक्शन भी बोली है ना, आपने इंटरसेक्शन बोली मक्वीन एंड कैसल मोड़ वाली इंटरसेक्शन पे आज आपको 2 मिलियन से कम को प्रॉपर्टी नहीं मिलेगी। 2 मिलियन, हाँ नहीं, चलो आप सर आप ब्रैम्पटन में हम दोनों चलते हैं, आप मुझे दिलवा दें ब्रैम्पटन में कौन सा घर आज मेरे इन्वेस्टमेंट कराएंगे, हम पीके जी से आके पूछ लेंगे। हमने तो मैंने की नहीं ना, मैं किसी को करने दे रहा हूँ। मेरे कई क्लाइंट आगे चले जाते हैं मीटिंग के बाद, मैं कहता हूँ जी मैं लेके दे ही नहीं रहा, उनको कैलकुलेट करके देता हूँ, $2,500 आपको महीने का कम पड़ रहा है, आज देख लो आप। और वो फिर वो एक होता है ना जमीन से लगाओ, तो वो कर लेते हैं। अब आज इतने आए हुए हैं मेरे पास, इतने मैसेज हैं जिसमें लिखा हुआ है मैं डिपॉजिट छोड़ने को तैयार हूँ, 1,50,000 डिपॉजिट दिया था, आप ले लो, प्रॉपर्टी ले लो, सेलिंग ऑन लॉस। हजारों मेरे पास वो मैसेज, हजारों, सैकड़ों नहीं सर, हजारों मैसेज। एक ग्रुप बना हुआ है जहाँ पर ये मैसेज आते हैं कि रेडी टू लूज द डिपॉजिट, ऑन टॉप ऑफ इट कमीशन ही हम दे देंगे, ले लो। ये वही लोग हैं सर जो जिसे कहते हैं कि जिनके लिए बिल्डर इनसे कमिटमेंट मांग रहा है, और ये लोग फंसे हुए हैं इस वक्त, कमिटमेंट दे नहीं पा रहे क्योंकि बिल्डर ने क्लियर लिख दिया है इसके अंदर कि नो कंडीशन कमिटमेंट। जी ठीक है, थैंक यू जी। चरणजीत जी ਤੁਸੀਂ ਆਉਂਦੇ ਰਹੋ। ਚरणजीत जी गो हेड, नेक्स्ट कॉल जी। ਹਾਂਜੀ ਜਿੱਦੂ ਜੀ ਸਰ ਨੂੰ ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ, ਵੈਸੇ ਤਾਂ ਜਿਹੜੀ ਗੱਲ ਮੈਂ ਕਰਨੀ ਸੀ, ਗਰੀਸ਼ ਜੀ ਉਹਨਾਂ ਨੇ ਬਹੁਤ ਵਧੀਆ ਕਲੀਅਰ ਕਰ ਦਿੱਤੀ, ਤੁਸੀਂ ਡਿਸਕਸ਼ਨ ਵੀ ਕਾਫੀ ਕਰ ਲਈ ਹੈ। ਮੈਂ ਇਹੀ ਪੁੱਛਣਾ ਸੀਗਾ, ਤੁਸੀਂ ਦੱਸ ਦਿੱਤਾ ਆ। ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਵੀ ਇਨਵੈਸਟਮੈਂਟ ਕਰਨ ਲਈ ਜਿਹੜਾ ਬੰਦਾ ਉਹ ਲੈ ਸਕਦਾ ਤੇ ਫਸਟ ਟਾਈਮ ਜਿਹੜਾ ਆ ਉਹਦੇ ਵਾਸਤੇ ਸੌਖਾ ਆ, ਇੱਦਾਂ ਨਹੀਂ ਹੈਗਾ। ਤੁਸੀਂ ਇਹ ਦੇਖੋ ਵੀ ਜਿਹੜੇ ਕੋਲ ਪਹਿਲਾਂ ਘਰ ਹੈਗਾ ਉਹਦੇ ਕੋਲ ਕੁਛ ਇਕੁਇਟੀ ਵੀ ਹੈਗੀ ਆ, ਉਹ ਤੋਂ ਡਾਊਨ ਪੇਮੈਂਟ ਦੇ ਦੂਗਾ। ਜਿਹੜਾ ਫਸਟ ਟਾਈਮ ਬਾਹਰ ਹੈ ਉਹ ਕਿੱਥੋਂ ਦਊਗਾ? ਅੱਜ ਕੱਲ੍ਹ ਜੇ ਦੇਖਿਆ ਜਾਵੇ ਪੈਸੇ ਨੂੰ ਜੋੜਨ ਲਈ ਕਿੰਨਾ ਟਾਈਮ ਚਾਹੀਦਾ? ਘੱਟ ਤੋਂ ਘੱਟ 8 ਲੱਖ ਦਾ ਘਰ ਹੈ, 8 ਲੱਖ ਲਈ ਜੇ ਉਹ 5% ਵੀ ਦਿੰਦਾ 40,000 ਕਰ ਲੂਗਾ, ਠੀਕ ਹੈ।
ਤੇ ਉਹ ਜਿਹੜਾ ਉਹਨੇ ਬਾਅਦ ਦੇ ਵਿੱਚ ਕੁਆਲੀਫਾਈ ਕਰਨ ਲਈ ਉਹਦੀ ਚਾਹੀਦੀ ਆ ਇਨਕਮ ਚਾਹੀਦੀ ਆ, ਉਹ ਕਿੱਥੋਂ ਲਊਗਾ ਜੀ? ਸਰ ਮੈਂ ਤਾਂ ਜਵਾਬ ਦਿਆਂ ਤੁਹਾਨੂੰ, ਇੱਕ ਮਿੰਟ ਜਰਾ। ਜੋ ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਦੇਖੋ ਇੱਕ ਸਿੰਪਲ ਇੱਕ ਤੁਹਾਨੂੰ ਫਾਰਮੂਲਾ ਦੱਸ ਦਿਆਂ। ਤੁਹਾਡੇ ਇੱਥੇ ਅੱਜ ਭਾਂਜੀ ਵਗੈਰਾ ਆਉਂਦੇ ਨੇ, ਵਾਟੀਆ ਸਾਹਿਬ ਆਉਂਦੇ ਨੇ, ਉਹਨਾਂ ਕੋਲ ਪੁੱਛ ਲਓ, ਤੁਹਾਨੂੰ ਦੱਸ ਦੇਣਗੇ। ਬੜੀ ਸਿੰਪਲ ਜੀ ਗੱਲ ਹੈ। ਜਿਹੜਾ ਸਾਡੇ ਕੋਲ ਕੇਸ ਰੋਜ਼ ਆਉਂਦਾ ਹੈ ਵਜਾ, ਉਹ ਇਹ ਦੇਖਦੇ ਨੇ ਕਿ ਤੁਹਾਡੇ ਕੋਲ ਚਾਹੇ $1 ਮਿਲੀਅਨ ਕਿਉਂ ਨਾ ਪਿਆ ਹੋਏ, ਤਾਂ ਤੁਸੀਂ 5% ਦੀ ਗੱਲ ਕਰ ਰਹੇ ਹੋ, ਚਾਹੇ ਮਿਲੀਅਨ ਕਿਉਂ ਨਾ ਪਿਆ ਹੋਏ, ਅਗਰ ਤਾਂ ਤੁਸੀਂ 20% ਤੋਂ ਜ਼ਿਆਦਾ ਡਾਊਨ ਪੇਮੈਂਟ ਕਰ ਰਹੇ ਹੋ, ਚਾਹੇ ਮਿਲੀਅਨ ਕਰਤਾ, ਚਾਹੀਦਾ 2 ਲੱਖ ਹੈਗਾ, ਤੁਸੀਂ ਦੇਤਾ $1 ਮਿਲੀਅਨ, ਸਰ ਤੁਹਾਨੂੰ ਉਹ ਮੌਰਗੇਜ 20% ਨਾਲ ਤੁਹਾਡੀ ਇਨਕਮ ਮਲਟੀਪਲਾਈ ਬਾਈ 4.5, ਇਸ ਤੋਂ ਜ਼ਿਆਦਾ ਮੌਰਗੇਜ ਦੇਣਗੇ ਨਹੀਂ। ਇਹਦਾ ਸਿਸਟਮ ਹੀ ਚੇਂਜ ਹੋ ਗਿਆ। ਤੁਹਾਡੀ ਅਗਰ ਇਨਕਮ ਹੈਗੀ 1 ਲੱਖ, ਤੁਹਾਨੂੰ 4.5 ਲੱਖ ਮੌਰਗੇਜ ਮਿਲੇਗੀ। ਗੱਲ ਖਤਮ ਹੋ ਗਈ। ਅਗਰ 20% ਜ਼ਿਆਦਾ ਡਾਊਨ ਦਿੱਤੇ, ਅਗਰ ਤੁਸੀਂ ਦੇ ਰਹੇ ਹੋ 5% ਜਿਸ ਤਰ੍ਹਾਂ ਗੱਲ ਕੀਤੀ, ਤੁਹਾਡੀ ਇਨਕਮ ਨੂੰ ਮਲਟੀਪਲਾਈ ਕਰ ਦਿਓ 4 ਨਾਲ। ਇਹ ਸਿੰਪਲ ਮੈਂ ਨੰਬਰਸ ਬਣਾਏ ਹੋਏ ਨੇ, 0.1 ਤੋਂ ਥੱਲੇ ਹੋ ਸਕਦਾ ਹੈ। ਤੇ ਯਾਨੀ ਕਿ ਤੁਹਾਡੀ 1 ਲੱਖ ਦੇ ਉੱਤੇ ਤੁਹਾਨੂੰ 4 ਲੱਖ ਹੀ ਲੋਨ ਮਿਲੇਗਾ। ਇਹ ਤੇ ਪਹਿਲਾ ਗੱਲ ਹੋ ਗਈ। ਹੁਣ ਆ ਜਾਓ ਦੂਜੇ ਪਾਸੇ ਇਨਵੈਸਟਰ ਦੀ ਗੱਲ, ਕਿ ਇਨਵੈਸਟਰ ਆਪਣੀ ਇਕੁਇਟੀ ਚੋਂ ਕੱਢ ਲੇਗਾ। ਸਰ ਨਹੀਂ, ਇਕੁਇਟੀ ਤੋਂ ਤਾਂ ਹੀ ਉਹ ਕੱਢੇਗਾ ਨਾ ਜਦ ਉਹਦੀ ਵੀ ਇਨਕਮ ਜਸਟੀਫਾਈ ਕਰ ਰਹੀ ਹੋਏਗੀ। ਅਗਰ ਮੰਨ ਲਓ ਉਹਦੀ ਇਨਕਮ ਇਨਵੈਸਟਰ ਦੀ ਹੈਗੀ 1 ਲੱਖ, ਉਹਦੇ ਕੋਲ ਮਾਰਗੇਜ ਆਲਰੇਡੀ ਹੈਗੀ 5 ਲੱਖ, ਲੇਕਿਨ ਉਹਦੇ ਅੰਦਰ ਇਕੁਇਟੀ ਹੈਗੀ 1 ਮਿਲੀਅਨ, ਉਹ ਲੈ ਨਹੀਂ ਸਕਦਾ, ਉਹਨੂੰ ਬੈਂਕ ਦੇਗਾ ਹੀ ਨਹੀਂ, 10,000 ਵੀ ਨਹੀਂ ਦੇਗਾ। तो ਉਹਦੀ ਇਕੁਇਟੀ ਕਿਸ ਕੰਮ ਦੀ ਆ ਗਈ ਸਰ? ਉਹ ਸਿੱਧਾ ਕਰਦੇ ਨੇ ਅਫੋਰਡੇਬਿਲਿਟੀ ਹੈ ਕਿ ਨਹੀਂ, ਸਿੱਧਾ ਤੁਹਾਨੂੰ ਦੱਸਦੇ ਆ। B20 ਰੂਲ ਦੀ ਜਿਹੜੀ ਗੱਲ ਹਰ ਰੋਜ਼ ਕਰਨੀ ਆਈ ਤਾਂ ਰੂਲ ਹੈ ਸਰ। ਤੁਸੀਂ ਇਕੁਇਟੀ ਕੱਢ ਹੀ ਨਹੀਂ ਸਕਦੇ ਅਗਰ ਤੁਹਾਡੀ ਇਨਕਮ ਜਸਟੀਫਾਈ ਨਹੀਂ ਕਰ ਰਹੀ। ਚਲੋ ਦੂਜੇ ਪਾਸੇ ਆ ਜਾਓ, ਅਗਰ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੋ ਔਰ ਅਗਰ ਜਿਹੜਾ ਜਗਵੀਰ ਜੀ ਨੇ ਕਿਹਾ ਅਗਰ ਤੁਹਾਡੇ ਰੈਂਟਲ ਇਨਕਮ ਆਫਸੈਟ ਨਹੀਂ ਕਰ ਰਹੀ ਤੁਹਾਡੇ ਖਰਚੇ, तो फिर ਤੁਹਾਡੀ ਇਨਕਮ ਵੱਲ ਜਾਣਗੇ। ਸਪੋਜ਼ ਕਰੋ ਤੁਹਾਡਾ ਰੈਂਟਲ ਇਨਕਮ 4000, ਤੁਹਾਡੇ ਖਰਚੇ ਨੇ 5000, ਤੇ ਤੁਹਾਨੂੰ 1000 ਦਾ ਕੁਸ਼ਨ ਪੂਰਾ ਕਰਨਾ ਪਏਗਾ ਆਪਣੀ ਇਨਕਮ ਤੋਂ ਜਾਂ ਆਪਣੀ ਡਾਊਨ ਪੇਮੈਂਟ ਤੋਂ। ਡਾਊਨ ਪੇਮੈਂਟ ਤੁਹਾਨੂੰ ਮਿਲ ਨਹੀਂ ਰਹੀ ਕਿਉਂਕਿ ਤੁਹਾਡੀ ਡਾਊਨ ਪੇਮੈਂਟ ਦੇ ਅੰਦਰ ਤੁਹਾਡੀ ਇਨਕਮ ਜਸਟੀਫਾਈ ਨਹੀਂ ਕਰ ਰਹੀ ਤੁਹਾਡੇ ਓਰੀਜਨਲ ਹੋਮ ਦੇ ਉੱਤੇ, ਤੇ ਤੁਸੀਂ ਦੱਸੋ ਬਾਕੀ ਤੇ ਕਿੱਧਰ ਲੈ ਕੇ ਆਣਗੇ। ਪ੍ਰੋਬਲਮ ਇਨਵੈਸਟਰ ਵਾਸਤੇ ਜ਼ਿਆਦਾ ਹੈ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਅਗਰ ਤੁਹਾਡੀ ਇਨਕਮ ਜਸਟੀਫਾਈ ਕਰ ਰਹੀ ਹੈ तो ਤੁਸੀਂ ਕਰ ਲੈ ਸਕਦੇ ਹੋ। ਅਗਰ ਅਸੀਂ ਇਹ ਕਹੀਏ ਕਿ ਵੀ ਇਨਕਮ ਤੇ ਜਸਟੀਫਾਈ ਨਹੀਂ ਕਰ ਰਹੀ, ਮੈਨੂੰ ਬੜੀ ਭਾਰੀ ਪ੍ਰੋਬਲਮ ਹੈ, ਉਹ ਤੇ ਇਨਵੈਸਟਰ ਵਾਸਤੇ ਵੀ ਪ੍ਰੋਬਲਮ ਹੈ ਸੇਮ। ਇਹ ਮੇਰਾ ਮਤਲਬ ਹੈ ਕਹਿੰਦਾ ਸਰ। ਨਹੀਂ ਦੇਖੋ, ਪ੍ਰੋਬਲਮ ਇਨਵੈਸਟਰ ਵਾਸਤੇ ਹੈਗੀ ਆ ਉਹ, ਪਰ ਫਿਰ ਵੀ ਜਦੋਂ ਉਹ ਲੈ ਲੈਂਦੇ ਆ ਪ੍ਰੋਬਲਮ ਤਾਂ ਉਹਨੂੰ ਬਾਅਦ ਵੀ ਆਉਂਦੀ ਆ, ਜਿਸ ਤਰ੍ਹਾਂ ਹੁਣ ਲੋਕਾਂ ਨੂੰ ਆਈ ਹੋਈ ਹੈਗੀ ਆ। ਜੀ ਜੀ ਇੱਕ ਲਾਲਚ ਹੁੰਦਾ ਨਾ, ਲਾਲਚ ਜਦੋਂ ਹੁਣ ਬੰਦੇ ਜਦੋਂ ਕੋਈ ਕਨਵਿੰਸ ਕੀਤਾ ਜਾਂਦਾ ਉਹ ਲਾਲਚ ਦੇ ਵਿੱਚ ਫਸ ਜਾਂਦੇ ਤੇ ਲੈ ਲੈਂਦੇ ਆ। ਪਰ ਹੁਣ ਵੀ ਲੋਕਾਂ ਨੇ ਲਏ ਆ, ਨਹੀਂ ਕਰ ਸਕਦੇ ਉਹਨਾਂ ਨੇ, ਹੁਣ ਉਹਨਾਂ ਦੇ ਘਰ ਵਿਕਣੇ ਵੀ ਸ਼ੁਰੂ ਹੋ ਗਏ ਆ। ਇਹਦੇ ਕਹਿਣ ਦਾ ਮਤਲਬ ਜਿੱਦਾਂ ਉਹਨੂੰ 40000 ਦੇ ਦੀ ਪੇਮੈਂਟ, 7,60,000 ਲਈ ਉਹਨੂੰ ਕਿੰਨੀ ਲਈ ਕੁਆਲੀਫਾਈ ਕਰਨਾ ਪਊਗਾ, ਕਿੰਨੀ ਇਨਕਮ ਚਾਹੀਦੀ ਉਹਦੀ? 7,60,000 ਮੌਰਗੇਜ ਵਾਸਤੇ ਜਾਂ 7,60,000? 7,60,000 ਮੌਰਗੇਜ ਵਾਲੀ, ਕਿਉਂਕਿ 8 ਲੱਖ ਦਾ ਘਰ ਆ। ਹਾਂਜੀ 40 ਉਹਨੇ ਔਖਾ ਸੌਖਾ ਕਰਕੇ ਉਹਦੀ ਪੇਮੈਂਟ ਦੇਤੀ, ਡਾਊਨ ਪੇਮੈਂਟ 1,90,000 ਸਿੱਧਾ 1,90,000 into 4 760 ਹੋ ਗਿਆ ਜੀ। 1,90,000 ਚਾਹੀਦੀ ਹੈ 7,60,000 ਲੈਣ ਵਾਸਤੇ, ਅਗਰ ਉਹ 20% ਤੋਂ ਥੱਲੇ ਪੇਮੈਂਟ ਕਰ ਰਿਹਾ। ਤਾਂ ਹੀ ਕਹਿ ਰਿਹਾ ਨਾ ਮੈਂ, ਉਹ ਕਿੱਥੋਂ ਲੈ ਲੂਗਾ ਉਹ ਘਰ? ਦੱਸੋ ਕਿੱਥੋਂ ਕੁਆਲੀਫਾਈ ਕਰ ਦੂਗਾ? ਸਰ ਮੈਨੂੰ ਇੱਕ ਗੱਲ ਹੋਰ ਵੀ ਦੱਸੋ, ਕਿਉਂ ਲੈਣਾ 1 ਮਿਲੀਅਨ ਦਾ ਘਰ ਸਰ? ਕਿਉਂ ਲੈਣਾ? ਕਿਉਂ ਨਹੀਂ ਲੈਣਾ 8 ਲੱਖ ਦਾ ਘਰ? ਕਿਉਂ ਨਹੀਂ ਲੈਣਾ 7.5 ਲੱਖ ਦਾ ਘਰ? ਕਿਉਂ ਨਹੀਂ ਲੈਣਾ 7 ਲੱਖ ਦਾ ਘਰ? ਮਿਲੀਅਨ ਦਾ ਹੀ ਕਿਉਂ ਲੈਣਾ ਹੈਗਾ? ਮੈਂ ਇਹੀ ਕਹਿ ਰਿਹਾ, ਨਹੀਂ ਮੈਂ ਇਹੀ ਕਹਿ ਰਿਹਾ ਵੀ ਘੱਟ ਤੋਂ ਘੱਟ ਜੇ ਲੈਣਾ ਹੋਵੇ, ਅੱਜ 8 ਲੱਖ ਤੋਂ ਘੱਟ ਤਾਂ ਹੈ ਹੀ ਨਹੀਂ ਕੋਈ ਘਰ। ਠੀਕ ਹੈ ਸਰ ਜੀ, ਕੰਟੈਕਟ ਕਰ ਲਓ, ਤੁਹਾਨੂੰ ਅਸੀਂ 6 ਲੱਖ ਤੇ ਦਿਲਾ ਦੇਵਾਂਗੇ। ਪਰ ਸਵਾਲ ਹੈ ਕਿ ਪਸੰਦ ਨਹੀਂ ਆਉਂਦੇ ਲੋਕਾਂ ਨੂੰ, ਅਸੀਂ ਰੋਜ਼ ਵੇਚਨੇ ਆ। ਕੰਟੈਕਟ ਕਰ ਲਓ ਸਾਨੂੰ, ਬਾਅਦ ਹੀ ਅਗਰ ਤੁਹਾਡਾ ਕੋਈ ਹੈਗਾ ਜਿਹਨੂੰ ਨਹੀਂ ਮਿਲ ਰਿਹਾ, ਹੈਗੇ ਨੇ ਘਰ, ਪਰ ਸਵਾਲ ਹੈਗਾ, ਮੈਂ ਹਮੇਸ਼ਾ ਇਹ ਗੱਲ ਕਹਿਣਾ, ਕਿਰਾਏ ਦੇ ਅੰਦਰ ਅਸੀਂ ਬੇਸਮੈਂਟ 'ਚ ਰਹਿ ਰਹੇ ਹਾਂ, ਪਰ ਘਰ ਲੈਂਦੇ ਵਕਤ ਮੈਨੂੰ ਸੈਂਟਰਲ ਆਈਲੈਂਡ ਵੀ ਚਾਹੀਦਾ ਹੈ, ਮੈਨੂੰ ਇਹ ਵਾਲਾ ਡਿਜ਼ਾਈਨ ਵੀ ਚਾਹੀਦਾ ਹੈ, ਮੈਨੂੰ ਬੈਕ ਲਾਉਣ ਵੀ ਚਾਹੀਦਾ ਹੈ, ਮੈਨੂੰ ਇਹਨੇ ਵਾਸ਼ਿੰਗ ਵੀ ਚਾਹੀਦਾ। ਉਸ ਵਕਤ ਜਿਸ ਵਕਤ ਸਾਡੀ ਵਾਂਟਸ ਵੱਧ ਜਾਂਦੀਆਂ ਨੇ ਨਾ, ਉਸ ਵਕਤ ਸਾਨੂੰ 8 ਲੱਖ ਤੋਂ ਥੱਲੇ ਘਰ ਨਜ਼ਰ ਨਹੀਂ ਆਉਂਦਾ। ਜਿਸ ਵਕਤ ਤੁਹਾਨੂੰ ਇਹ ਕਰਨਾ ਹੁੰਦਾ ਨਾ ਕਿ ਮੈਂ ਘਰ ਲੈਣਾ ਹੈ, ਘਰ ਨਾਲ ਮੈਂ ਮਕਾਨ ਬਣਾਵਾਂਗਾ, ਨਾ ਕਿ ਮਕਾਨ ਨਾਲ ਘਰ, ਉਸ ਵਕਤ ਤੁਹਾਨੂੰ ਘਰ ਮਿਲ ਜਾਏਗਾ, ਪਰ ਤੁਸੀਂ ਮਕਾਨ ਲੱਭ ਰਹੇ ਹੋ ਨਹੀਂ ਮਿਲੇਗਾ। ਘਰ ਲੱਭ ਲੋਗੇ ਜਿਸ ਦਿਨ, ਉਸ ਦਿਨ ਮਿਲ ਜਾਏਗਾ। ਕੰਟੈਕਟ ਕਰੋ, ਅਸੀਂ ਦਿਲਾ ਦੇंगे। ਮੈਂ ਔਨ 에ਅਰ ਕਹਿ ਰਿਹਾ, ਬ੍ਰੈਂਟਨ ਦੇ ਅੰਦਰ ਹੀ ਦਿਲਾ ਦੇਵਾਂਗਾ। ਪਰ ਉਹ ਸਿਸਟਮ ਹੁੰਦਾ ਪਹਿਲਾਂ ਤੋਂ ਬੰਦਾ ਬਣਿਆ ਹੋਵੇ। ਜਿਸ ਤਰ੍ਹਾਂ ਹੁਣ ਮੈਂ ਆਇਆ, ਮੈਂ 2014 'ਚ ਆਪਣੀ ਲੈ ਕੇ ਆ ਗਿਆ ਰਿਟਾਇਰਮੈਂਟ, ਮੇਰੇ ਕੋਲ $20-25,000 ਸੀਗਾ। ਮੈਨੂੰ ਲੋਕ ਕਹਿੰਦੇ ਤੂੰ ਘਰ ਲੈ, ਮੈਂ ਕਿਹਾ ਨਹੀਂ ਜੀ, ਮੈਂ ਕੋਈ ਘਰ ਨਹੀਂ ਲੈ ਸਕਦਾ। ਮੈਂ ਕੰਡੋ ਲੈ ਲਈ 2 ਲੱਖ ਦੀ। ਠੀਕ ਹੈ, ਉਹ 3 ਸਾਲ ਦੇ ਵਿੱਚ ਉਹਨੇ ਮੈਨੂੰ $2 ਲੱਖ ਰੁਪਇਆ ਦੇ ਦਿੱਤਾ, $2 ਲੱਖ। ਵੈਰੀ ਗੁੱਡ। ਦੇਖੋ ਨਾ ਤੁਸੀਂ ਸਰ ਕਰ ਲਿੱਤਾ, ਕਿੰਨੀ ਖੁਸ਼ੀ ਹੋਈ ਹੈ ਸੁਣ ਕੇ ਇਹ ਵਾਲੀ ਗੱਲ ਕਿ ਤੁਸੀਂ ਵੱਡੀ ਛਲਾਂਗਾ ਨਹੀਂ ਮਾਰੀਆਂ, ਕਾਊਂਟਰ ਚਲੇ ਗਏ, ਤੁਹਾਡੇ ਕਾਊਂਟਰ ਨੇ ਤੁਹਾਨੂੰ ਮਕਾਨ ਬਣਾ ਕੇ ਦੇ ਦਿੱਤਾ। ਮੈਂ ਇਸੇ ਤਰ੍ਹਾਂ ਸੀ ਨਾ, ਮੈਂ ਉਹਨੂੰ ਕਿਹਾ ਵੀ ਨਹੀਂ ਜੀ, ਮੈਂ ਤਾਂ ਮੇਰੇ ਕੋਲ ਇੰਨੇ ਕੁ ਪੈਸੇ ਮੈਂ ਨਹੀਂ ਲੈਣਾ। ਮੈਂ 3 ਸਾਲ ਰੱਖਿਆ, 3 ਸਾਲ ਬਾਅਦ ਮੈਂ ਲੈ ਕੇ ਉਹ 7 ਲੱਖ ਦਾ ਘਰ ਰਹਿ ਲਿਆ। ਉਹ 7 ਲੱਖ ਦਾ ਜਿਹੜਾ ਘਰ ਆ ਉਹ ਘੱਟ ਤੋਂ ਘੱਟ ਮੇਰੇ ਕੋਲ 1.2 ਦਾ ਹੋਊਗਾ ਹੁਣ। ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ ਸਰ। ਮੇਰੀ ਬੇਟੀ ਦਾ 18 ਸਾਲ 19 ਸਾਲ ਪਹਿਲੇ ਵਿਆਹ ਹੋਇਆ ਸੀਗਾ, ਉਹਨੂੰ ਮੈਂ ਸ਼ੁਰੂਆਤ ਹਿਲਕ੍ਰੈਸਟ ਮਿਸਾਗਾ ਅਪਾਰਟਮੈਂਟ ਤੋਂ ਕਰਵਾਈ। ਹਾਲਾਂਕਿ ਮੈਂ ਪੈਸੇ ਪਾ ਕੇ ਘਰ ਵੀ ਲੈ ਕੇ ਦੇ ਸਕਦਾ ਸੀਗਾ। ਉਹ ਕਹਿੰਦੀ ਨਹੀਂ ਡੈਡ, ਇਹ ਡੈਡ। ਮੈਂ ਕਿਹਾ ਸ਼ਟ ਅਪ,
शुरुआत कर अपनी जिंदगी, तुम कौन से बड़े हो गए, तुम भी छोटे हो। तो ਹੁਣ ਉਹਦੇ ਕੋਲ 5000 ਸਕੁਅਰ ਫੁੱਟ ਦਾ ਡਿਟੈਚ ਮੌਰਗੇਜ ਫ੍ਰੀ ਕਰ ਹੈਗਾ 18 ਸਾਲ ਦੇ ਅੰਦਰ। ਸ਼ੁਰੂਆਤ ਕੀਤੀ ਸੀ ਨਾ ਅਸੀਂ ਲੋਕ, ਸ਼ੁਰੂਆਤ ਹੀ ਨਹੀਂ ਕਰਦੇ। ਸਾਡੀ ਸ਼ੁਰੂਆਤ ਹੀ ਜਿਹੜੀ ਹੁੰਦੀ ਤਾਜ ਮਹਿਲ ਨਾਲ ਸ਼ੁਰੂ ਹੋ ਜਾਂਦੀ ਹੈਗੀ, ਦੇਖਾ ਦੇਖੀ ਕਿ ਪੜੋਸੀ ਕੀ ਕਰ ਰਿਹਾ, ਦੋਸਤ ਕੀ ਕਹਿ ਰਿਹਾ, ਭੈਣ ਕੀ ਕਰ ਰਹੀ ਹੈ, ਭਰਾ ਕੀ ਕਰ ਰਿਹਾ, ਮਾਸੀ ਕੀ ਕਰ ਰਹੀ ਹੈ, ਮਾਸੜ ਕੀ ਕਰ ਰਿਹਾ, ਉਹਨੂੰ ਦੇਖ ਲੈਂਦੇ ਹਾਂ ਅਸੀਂ, ਉਹਨਾਂ ਨੂੰ ਕੰਪੇਅਰ ਕਰ ਲੈਂਦੇ ਹਾਂ ਬਜ਼ੁਰਗਾਂ ਨੂੰ, ਪਰ ਏਜ ਕੰਪੇਅਰ ਨਹੀਂ ਕਰਦੇ। ਬਈ ਉਹ 65 ਸਾਲ ਦੇ ਨੇ, ਤੁਸੀਂ 25 ਸਾਲ ਦੇ ਹੋ ਜਾਂ 40 ਸਾਲ ਦੇ ਹੋ, ਏਜ ਕੰਪੇਅਰ ਨਹੀਂ ਕਰ ਰਹੇ, ਮਕਾਨ ਕੰਪੇਅਰ ਕਰ ਰਹੇ हैं। बड़ी अजीब जी गल है, मतलब ਤੁਹਾਡਾ ਕੰਪੇਅਰ ਕਰਨ ਦਾ ਤਰੀਕਾ ਹੀ ਗਲਤ ਹੈ। ਮਤਲਬ ਜੀ ਮੈਂ ਵੀ ਚਰਨਜੀਤ ਸਾਹਿਬ ਹਾਂਜੀ ਮੈਂ ਵੀ ਚਰਨਜੀਤ ਸਾਹਿਬ ਪੀਕੇ ਜੀ ਦੀ ਗੱਲ ਨੂੰ ਅੱਗੇ ਵਧਾ ਦਿੰਦਾ ਹੈ। ਜੇ ਦੋ ਗੱਲਾਂ ਮੈਂ ਇੱਥੇ ਬਸ ਕੁਇਕਲੀ ਕਹਾਂਗਾ। ਇੱਕ ਤੇ ਇਹ ਹੈ ਕਿ ਮੇਰੇ ਨਾਲ ਦੇ ਕਈ ਬੰਦੇ ਐਸੇ ਨੇ ਕਿ ਪੀਕੇ ਜੀ ਦੇ ਨਾਲ ਗੱਲ ਮਤਲਬ ਤੁਹਾਨੂੰ ਨਾਮ ਹੀ ਲੈ ਦਿੰਦਾ, ਆਪਣੇ ਸੋਹੇਲ ਸਾਹਿਬ ਹੈਗੇ ਨੇ ਆਪਣੇ ਪਾਕਿਸਤਾਨ ਤੋਂ, ਸਾਡੇ ਨਾਲ ਇੱਥੇ ਚੈਨਲ ਵਾਈਡ ਤੇ ਸੀਗੇ, ਠੀਕ ਹੈ। ਉਹ ਮੈਂ ਕਹਿੰਦਾ ਜੀ ਕੋਈ ਜ਼ਿਆਦਾ ਲੰਬੀ ਚੌੜੀ ਸੇਵਿੰਗ ਨਹੀਂ ਉਹਨਾਂ ਦੀ, ਕੋਈ ਜ਼ਿਆਦਾ ਗੱਲਬਾਤ ਨਹੀਂ, ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਮੈਂ ਘਰ ਦਾ ਵੀ ਕਿੱਦਾਂ ਸਿਲਸਿਲਾ ਕਰ ਲਾਂਗਾ। ਪੀਕੇ ਜੀ ਨੂੰ ਮਿਲਦੇ ਰਹੇ, ਗੱਲ ਕਰਦੇ ਰਹੇ, ਇਹਨਾਂ ਨੇ ਪਹਿਲਾਂ ਉਹਨਾਂ ਨੂੰ ਇੱਕ ਛੋਟਾ ਜਿਹਾ ਕਰ ਦਿਲਵਾ, ਛੋਟਾ ਜਿਹਾ ਲੈ ਕੇ ਦਿੱਤਾ ਸਰ। ਉਹ ਤੁਹਾਡੀ ਪਿੱਠ ਪਿੱਛੇ ਅੱਜ ਤੱਕ ਮਤਲਬ ਗੱਲਾਂ, ਉਹ ਗੱਡੀਆਂ ਲੈ ਲਈਆਂ, ਡਿਟੈਚ ਘਰਾਂ 'ਚ ਪਹੁੰਚ ਗਏ ਸਰ, 3 ਘਰ ਹੋ ਗਏ ਨੇ। ਮੈਂ ਇੰਨਾ ਪ੍ਰਾਊਡ ਫੀਲ ਕਰਨਾ ਮੀਆਂ ਬੀਬੀ ਦਾ, ਦੋਨੋਂ ਆਉਂਦੇ ਨੇ ਮੇਰੇ ਕੋਲ ਆਫਿਸ ਵਿੱਚ, ਹਰ साल आते ने, पूरा अपना फाइनेंशियल लेके आते हैं, पूरी एसेट्स लेके आते हैं। बोले जी अब क्या करें, कितना दिल खुश होता है बैठ के कि लो जी मेरी ये इनकम है पीके जी, अब मेरे को जो अपने प्रॉपर्टी ली गई थी अब यही हो गया, रेंट 2 का इतना आ रहा है और 1 का इतना आ रहा है, 1 की अभी क्लोजिंग होने वाली है, उसका मैं क्या करूं, और ये मेरा अपना मकान है। कुछ भी नहीं है, आधा घंटा बैठ के 1 कप चाय पी के फाइनेंशियल डिस्कस कर लेते हैं, हम अगली प्लानिंग करके चले आते हैं। और अभी तो वो इतने ज्यादा मेरे को अच्छा लगा उन सोहेल साहब से मिलके और बात करके कि उनके कोई दोस्त पाकिस्तान से, यहाँ से, वहाँ से, वो सीधा पकड़ के मेरे ऑफिस में ले आते, कहते जी बात किसी करनी नहीं, सीधा वहाँ जाके बैठ जाओ, वहाँ जाके बैठ जाओ और डिस्कस कर लो। अभी उनके कोई भाई बंद वगैरह आए थे, बड़े बहुत मोटी, शायद आपको भी मिले थे वो, बड़े मीडिया, बिल्कुल मिले सर। सर देखा वो आए, उनको किसी ने गलत सलाह दे दी थी, मेरे पास आया, मैंने मना कर दिया, मैं नो रहने दो। कहते क्यों, हम ले सकते हैं। मैं कहा आप ले सकते हो पर आप फॉरेन बायर्स के अंदर आ रहे हो, कोई आपको फंसा देगा, अभी रुक जाओ, बाद में कहने कल को कोई दिक्कत आ गई, कुछ आ गई, जो भी टेक्निकल बातें थी, जहाँ लंबी मैं नहीं जाना चाहूंगा। बड़े खुश होकर चले गए सोहेल साहब, बड़े खुश हुए, कहते ठीक है जी आपने तो मना ही कर दिया। मैं कहा मैं सच्ची बात बोली, मना थोड़ा किया, मेरे को कमाई मेरे को चाहिए भाई, पर जो झूठी कमाई नहीं चाहिए। आज इनको बुक करा के दे दूं, फॉरेन बायर्स के अंदर किसी का नाम डाल के करवा दूं, कल को ना हो सके इधर के उधर रुल जाए बेचारे, पता चले जी गाड़ियां मुझे पड़नी शुरू हो गई। तो वो सोहेल साहब का एग्जाम्पल बड़ा अच्छा दिया आपने, बड़ा एग्जाम्पल है, ऐसी सीधी बात करो, बात खत्म। ਸਰ ਸਭਰਾ ਸਾਹਿਬ ਗੱਲ ਤਾਂ ਇਹ ਹੈ ਨਾ ਵੀ ਜਿਹਦਾ ਕੋਈ ਜ਼ਿਆਦਾ ਪੈਸਾ ਹੈਗਾ ਨਾ, ਜਿਹੜੇ ਇਨਵੈਸਟ ਕਰਦੇ ਆ ਉਹ ਕੀ ਕਰਦੇ ਆ, ਥੋੜੇ ਸਾਲ 6 ਮਹੀਨੇ ਬਾਅਦ ਫਿਰ ਵੇਚ ਦਿੰਦੇ ਆ, ਉਹਦੇ ਚ ਕੀ ਉਹਨਾਂ ਨੇ ਪ੍ਰੋਫਿਟ ਲੈ ਲਿਆ ਨਾ। ਪਰ ਜਿਹਦੇ ਕੋਲ ਪੈਸੇ ਨਹੀਂ ਹੈਗੇ, ਨਵਾਂ ਲੈਣਾ ਆ, ਉਹ ਉਹਨਾਂ ਵਾਸਤੇ ਪ੍ਰੋਬਲਮ ਆ ਜਾਂਦੀ ਹੈ। ਜਿਹੜੇ ਜ਼ਿਆਦਾ ਪੈਸੇ ਵਾਲੇ ਲੈ ਕੇ ਗਾਂ ਘਰ ਵੇਚੀ ਜਾਂਦੇ ਆ, ਤੇ ਮੇਰਾ ਖਿਆਲ ਹੈ ਟੋਟਲ ਸਰਕਾਰ ਜਿਹੜੀ ਗੱਲ ਕਰ ਰਹੀ ਸੀ ਉਹਨਾਂ ਵਾਸਤੇ ਕਰ ਰਹੇ ਸੀ ਵੀ ਉਹਨਾਂ ਕਰਕੇ ਲੋਕਾਂ ਦੀ ਅਫੋਰਡੇਬਿਲਿਟੀ ਤੋਂ ਬਾਹਰ ਜਾ ਰਿਹਾ ਘਰ, ਉਹ ਲੈ ਕੇ ਵੇਚੀ ਜਾਂਦੇ ਆ। ਇਹ ਗੱਲ ਹੋ ਰਹੀ ਸੀ। ਬਲਕਿ ਗੱਲੋਂ ਜਿਹੜਾ ਹੁਣ ਮਾਰਕੀਟ ਗਿਰੀ ਹੈ ਨਾ ਜੀ, ਜਿਹੜਾ ਇਨਵੈਸਟਰ ਨੂੰ ਘਾਟੇ ਸ਼ੁਰੂ ਹੋਏ ਨੇ, ਬਲਕਿ ਇੱਕ ਗੱਲੋਂ ਚੰਗਾ ਹੀ ਹੋਇਆ ਕਿ ਥੋੜਾ ਡਿਸਕਰੇਜ ਹੋਣਗੇ ਇਨਵੈਸਟਰ, ਸੋ ਕਾਲਡ ਨਾਟ ਇਨਵੈਸਟਰ ਬਲਕਿ ਸੋ ਕਾਲਡ ਇਨਵੈਸਟਰ, ਜਿਹੜੇ ਕਿ ਆਪਣੇ ਆਪ ਨੂੰ ਇਨਵੈਸਟਰ ਮੰਨ ਲੈਂਦੇ ਨੇ। ਇੱਕ ਰੇੜੀ, ਉਹ ਕਹਿੰਦੇ ਜੀ तुम्हारा क्या काम है, मेरी सब्जी मंडी है जी, और वाह बड़े खुश हो गए, सब्जी मंडी है, इतनी बड़ी मंडी का मालिक। अगले ने देखा सड़क के किनारे रेड़ी लगे खड़ा सीगा सब्जी दी, वो कहना तेरी तो मंडी, कहना देखो मंडी तो है, 10 सब्जियां बेच रहे हैं अलग अलग, मैं मंडी होगी मेरी। वो एवरेज इन्वेस्टर जो आ गए ना जी, उन्होंने उसे बहुत चंगा होया। ਠੀਕ ਹੈ ਸਰ, ਥੈਂਕ ਯੂ ਜੀ। ਔਰ ਥੈਂਕ ਯੂ ਚਰਨਜੀਤ ਸਾਹਿਬ, ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿ ਦਿੰਦਾ ਹੈ ਕਿ ਕੋਈ ਬੰਦਾ ਜਿਹੜੇ ਕੋਲ ਅੱਜ 1 ਪ੍ਰੋਪਰਟੀ ਐਕਸਟਰਾ ਆ, 2 ਪ੍ਰੋਪਰਟੀ ਐਕਸਟਰਾ ਆ, ਕੋਈ ਵੀ ਜਿਹੜਾ ਬੰਦਾ ਆ, ਉਹ ਬੰਦਾ ਪਹਿਲੀ ਜਿਹੜੀ ਪੀਕੇ ਜੀ ਨੇ ਗੱਲ ਕਹੀ ਨਾ, ਲੱਖ ਰੁਪਏ ਦੀ ਗੱਲ ਆ, ਲੱਖ ਰੁਪਏ ਦੀ ਗੱਲ। ਜੇ ਤੁਸੀਂ ਆਹ ਗੱਲ ਪਕੜ ਲਓ, ਅਸੀਂ ਸਾਰੇ ਜਿਹੜੇ ਕੀ ਹੈ ਸ਼ੁਰੂਆਤ ਨਹੀਂ ਕਰਦੇ। ਅਸੀਂ ਜਿੱਦਣ ਅਸੀਂ ਸ਼ੁਰੂਆਤ ਕਰ ਲਈ, ਉਹ ਸਾਡਾ ਘਰ ਵੀ ਬਣ ਜਾਂਦਾ ਹੈ, ਪ੍ਰੋਪਰਟੀ ਵੀ ਬਣ ਜਾਂਦੀ ਹੈ, ਇਨਵੈਸਟਰ ਵੀ ਬਣ ਜਾਂਦਾ ਹੈ। ਇਨਵੈਸਟਰ ਕਿਹੜਾ ਰਾਤੋਂ ਰਾਤ ਉੱਪਰੋਂ, ਮੇਰੀ ਇੱਕ ਗੱਲ ਦਾ ਤੁਸੀਂ ਜਵਾਬ ਦਿਓ, ਆਪਣੇ ਚੋਂ ਮੈਨੂੰ ਕੋਈ ਬੰਦਾ ਲੈ ਕੇ ਦਿਖਾਓ, ਬਹੁਤ ਘੱਟ ਆਪਣੇ ਚੋਂ, ਮੈਂ ਤੇ ਘੱਟੋ ਘੱਟ ਕੋਈ ਐਡਾ ਸਾਹੂਕਾਰ ਨਹੀਂ ਸੀਗਾ ਕਿ ਮੈਂ ਇੱਥੇ $1,00,000 ਵੀ ਲੈ ਕੇ ਆਇਆ ਸੀ। ਆਪਣੇ ਚੋਂ ਇੱਕ ਅੱਧਾ % ਹੋਏਗਾ ਜਿਹੜਾ ਕੋਈ ਸਾਹੂਕਾਰ, ਹਾਂ ਉਹ ਵੀ ਆਉਂਦੇ ਨੇ ਬੰਦੇ ਜਿਹੜੇ $1,00,000 2 ਲੱਖ ਲੈ ਕੇ ਆਉਂਦੇ ਹੋਣਗੇ, ਬਿਲਕੁਲ 1% ਤੋਂ ਜ਼ਿਆਦਾ ਨਹੀਂ ਹੋਣਗੇ। ਆਪਾਂ ਸਾਰਿਆਂ ਨੇ ਇੱਥੇ ਆ ਕੇ ਮਿਹਨਤ ਕੀਤੀ, ਇੱਥੇ ਆ ਕੇ ਘਰ ਬਣਾਏ, ਬਿਜ਼ਨਸ ਖੜੇ ਕੀਤੇ, ਆਪਣੀਆਂ ਨੌਕਰੀਆਂ ਵਧੀਆ ਕੀਤੀਆਂ, ਟਰੱਕ ਪਾਏ, ਕਿਸੇ ਨੇ ਆਪਣੇ ਰੈਸਟੋਰੈਂਟ, ਬੈਂਕਟ ਹਾਲ। ਅੱਜ ਮੈਂ ਦੇਖ ਕੇ ਖੁਸ਼ ਹੁੰਦਾ ਕਿਉਂਕਿ ਅਸੀਂ ਤਾਂ ਮੀਡੀਆ 'ਚ ਹੈ, ਬੰਦੇ ਬੁਲਾਉਂਦੇ ਆ ਸਾਨੂੰ, ਸਰ ਅੱਜ 5-5, 8-8, 10-10 ਮਿਲੀਅਨ ਦੀ ਪ੍ਰੋਪਰਟੀ ਹੈ। ਹਾਂ ਨੋ ਡਾਊਟ, ਇੱਕ ਗੱਲ ਪੱਕੀ ਹੈ, ਮੈਨੂੰ 20 ਸਾਲ 25 ਸਾਲ ਕਈ ਨੂੰ ਹੋ ਗਏ ਦੇਖਦੇ ਆ, ਜਾਂ ਤੇ ਰਾਤ ਨੂੰ ਦੇਰ ਤੱਕ ਕੰਮ ਕਰਦੇ ਜਾਂ ਸਵੇਰੇ 5 ਵਜੇ ਸਾਰੀ ਫੈਮਿਲੀ, 2 ਭਰਾ ਜੀ, ਅਸੀਂ ਵਾਈਫ, ਸਾਰੇ 5 ਵਜੇ ਆ ਜਾਂਦੇ ਆ। ਜਿਹੜੇ ਬੰਦੇ ਨੇ ਮਿਹਨਤ ਕੀਤੀ ਇੱਥੇ,
ਕੈਨੇਡਾ ਦੇ ਵਿੱਚ ਕੈਨੇਡਾ ਨੇ ਉਹਨੂੰ ਕਮੀ ਨਹੀਂ ਰੱਖੀ, ਜਿਹੜੇ ਬੰਦੇ ਨੇ ਮਿਹਨਤ ਕੀਤੀ। ਉਹ ਮੇਰੀ ਇੱਕ ਜਿੱਦਾਂ ਪੀਕੇ ਜੀ ਦੀਆਂ ਕਈ ਚੀਜ਼ਾਂ ਓਰੀਜਨਲ ਨੇ ਨਾ, ਮੇਰੀ ਵੀ ਇੱਕ ਚੀਜ਼ ਓਰੀਜਨਲ ਆ ਜੋ ਮੈਨੂੰ ਬਹੁਤ ਵਧੀਆ ਲੱਗਦੀ ਆ। ਨਾ ਕੰਮ ਕਰਨ ਦੇ 1000 ਬਹਾਨੇ, ਠੀਕ ਹੈ ਜੀ, ਕੰਮ ਕਰਨ ਲਈ ਇੱਕ ਇੰਸਪੀਰੇਸ਼ਨ। ਨਾ ਕੰਮ ਕਰਨ ਲਈ 5 ਬਹਾਨੇ ਥੋੜ੍ਹੀ ਮਿਲਦੇ ਆ। ਜਿਹਨਾਂ ਨੇ ਕੰਮ ਨਹੀਂ ਕਰਨਾ ਉਹ ਤਾਂ 1000 ਬਹਾਨੇ ਲੱਭ ਲੈਣੇ, ਉਹਨੇ 1000 ਬਹਾਨੇ ਮਿਲ ਜਾਣਗੇ। ਕੰਮ ਕਰਨ ਲਈ ਇੱਕ ਇੰਸਪੀਰੇਸ਼ਨ ਮਿਲ ਜਾਏ ਕਿ ਭਾਈ ਮੈਂ ਆਪਣੇ ਬੱਚਿਆਂ ਦਾ ਪੇਟ ਪਾਲਣਾ ਹੈ, ਜਾਂ ਮੈਂ ਆਪਣੇ ਫੈਮਿਲੀ ਦੀ ਟੇਕ ਕੇਅਰ ਕਰਨੀ ਹੈ, ਜਾਂ ਮੈਂ ਆਪਣੇ ਲਈ ਇੱਕ ਖੁਸ਼ਬੂ ਆਊਗੀ, ਮੇਰੇ ਕੋਲ ਖੁਦ ਖੁਸ਼ਬੂ ਆਊਗੀ ਜੇ ਮੈਂ ਮਿਹਨਤ ਕਰਾਂਗਾ। ਇੱਕ ਇੰਸਪੀਰੇਸ਼ਨ ਕੋਈ ਵੀ ਮਿਲੇਗੀ ਨਾ, फिर देखो तुसी काम कितना करते हो। ना काम कर 1000 बहाने जी। सिंपल मैं अपनी ट्रेनिंग कहना हूं अपने एजेंटा नू, तुमने कुछ नहीं करना, रात को सोने से पहले शीशे के आगे अपने आप को देखना है और अपने आप को क्वेश्चन करना है कि आज मैंने क्या क्या किया और क्या क्या कर सकता था, क्या क्या किया और क्या क्या कर सकता था। अपने खुद के मुंह में थप्पड़ मारने का तुम्हारा दिल करेगा। जब वो टाइम आ जाएगा अगला दिन तुम्हारा अच्छा निकलेगा, तुम्हारे पास एक टारगेट आ जाएगा। हम बाहर क्या निकले, कुछ है ही नहीं करने के लिए। अरे बाहर निकलोगे तो कुछ करने के लिए होगा ना। बाहर जाके क्या करेंगे, कुछ भी मत करो, एक गाड़ी लेके राउंड ही काट लो, नेबरहुड का राउंड काट लो, कोई ना कोई आइडिया निकलेंगे पर उसके लिए आपको तैयार होना पड़ता है। काम करने के भी तरीके होते हैं, ना करने के बहुत बहाने हैं। मैं आपको छोटी सी एक लाइन खत्म कर देता हूँ। जैसे डोर नॉकिंग की बात चलती है कभी हमारे ऑफिस में, तो अक्सर क्या होता है जब कोई रियल्टर लिस्ट बनाता है कि मैंने चलो जी एल्बन मार्केट में ले ली स्ट्रीट, यहाँ पर मैं डोर नॉकिंग करके अपने बारे में बताऊंगा, तो पता क्या होता है, डोर नॉकिंग की, घर नंबर 1 उनसे बात करी, घर नंबर 2 बात करी, घर नंबर 3 उसने दरवाजा लॉक खुला नहीं, तो वो क्या करते हैं, हमें डायरी में लिख लेते हैं घर नंबर 3 खुला नहीं, खुश हो जाते हैं चलो ये घर तो बचा। अरे तुम्हें दुखी होना चाहिए कि ये घर बंद क्यों था, बल्कि उसके ऊपर रेड मार्क कर देना चाहिए कि ये घर मैं सुबह 9 बजे आया हूँ बंद था, अब मैं शाम को जाऊंगा तब बंद है कि नहीं, शाम को भी बंद था फिर मैं दिन को जाऊंगा। वो घर आपका चैलेंज बन जाना चाहिए जो बंद था, ना कि मुझे खुश हो जाना चाहिए। तो ये काम करने का बहाना भी है, वो काम करने का तरीका भी है। एक ही चीज है, 2 तरीके से की जा सकती है। बिल्कुल जी। मैं एक गल शेयर करदा है, ਸਾਡੀ ਆਪਣੀ ਮੀਟਿੰਗ ਚੱਲ ਰਹੀ ਸੀਗੀ ਪਿਛਲੇ ਹਫਤੇ, ਤੇ ਮੈਂ ਸਭ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਇਹ ਗੱਲ ਦੱਸੋ ਕਿ ਜੇ ਵਰਲਡ ਰਿਕਾਰਡ ਹੋਲਡਰ ਬੰਦਾ ਕਹਿੰਦਾ ਹੋਵੇ ਵੀ ਮੈਂ ਗੋਲਡ ਮੈਡਲ ਜਿੱਤਿਆ 8 ਸੈਕਿੰਡ 100 ਮੀਟਰ ਦੇ ਵਿੱਚ, ਤੇ ਮੈਂ ਆਪਣੀ ਟੀਮ ਨੂੰ ਪੁੱਛਿਆ, ਅਸੀਂ 10 ਜਣੇ ਸੀਗੇ ਕਮਰੇ ਦੇ ਵਿੱਚ, ਮੈਂ ਆਪਣੀ ਟੀਮ ਨੂੰ ਪੁੱਛਿਆ, ਜਿਹੜੀ ਸਾਡੀ ਮਾਰਕੀਟਿੰਗ ਟੀਮ ਹੈ, ਮੈਂ ਕਿਹਾ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਕਿ ਜੇ ਮੈਂ ਯੁਧਵੀਰ ਜਸਵਾਲ ਨੇ ਦੌੜਨਾ ਹੋਵੇ 8 ਸੈਕਿੰਡ ਦੇ ਵਿੱਚ 100 ਮੀਟਰ ਬੰਦਾ ਗੋਲਡ ਮੈਡਲ ਜਿੱਤਾ 8 ਸੈਕਿੰਡ 'ਚ, ਤੇ ਮੇਰਾ ਟਾਰਗੇਟ ਕੀ ਹੋਏਗਾ, ਮੈਂ 7.59 ਸੈਕਿੰਡ ਮਤਲਬ 1 ਸੈਕਿੰਡ ਘੱਟ ਦੇ ਵਿੱਚ ਟਾਰਗੇਟ ਰੱਖ ਕੇ ਮੈਂ ਗੋਲਡ ਮੈਡਲ ਜਿੱਤ ਸਕਦਾ ਹੈਗਾ। ਮੇਰਾ ਦੱਸੋ ਕੀ ਟਾਰਗੇਟ ਹੋਏਗਾ। ਸਰ ਫੌਰਨ 3 ਤੋਂ 4 ਬੰਦਿਆਂ ਨੇ ਕਹਿਤਾ ਨਹੀਂ ਸਰ ਤੁਹਾਡਾ ਇਹ ਟਾਰਗੇਟ ਹੀ ਨਹੀਂ ਹੋਏਗਾ 7.59 ਸੈਕਿੰਡ। ਮੈਂ ਕਿਹਾ ਕਿਉਂ ਨਹੀਂ ਹੋਏਗਾ ਬਈ, 8 ਸੈਕਿੰਡ ਦੇ ਵਿੱਚ ਤਾਂ ਗੋਲਡ ਮੈਡਲ ਜਿੱਤ ਜਾਂਦਾ। ਮੈਂ 7.59 ਸੈਕਿੰਡ 'ਚ ਮੈਂ ਦੁਨੀਆ ਦਾ ਫਾਸਟੈਸਟ ਰਨਰ ਬਣਾਂਗਾ। ਉਹ ਕਹਿੰਦੇ ਨਹੀਂ ਸਰ ਸਾਨੂੰ ਤੁਹਾਡੀ ਫਿਲੋਸਫੀ ਪਤਾ ਹੈ, ਤੁਹਾਡਾ ਪੋਟੈਂਸ਼ੀਅਲ ਹੋ ਸਕਦਾ ਹੈ 4 ਸੈਕਿੰਡ 'ਚ ਤੁਸੀਂ 100 ਮੀਟਰ ਦੌੜੋ, ਤੁਸੀਂ ਆਪਣਾ ਟਾਰਗੇਟ ਬਲੌਕ ਹੀ ਨਹੀਂ ਕਰਨਾ ਕਦੇ। ਮੈਂ ਕਿਹਾ ਅੱਛਾ, ਸਮਝ ਗਏ। ਬਿਊਟੀਫੁਲ ਕਿਉਂ ਸਰ? ਹਾਂਜੀ ਚਰਨਜੀਤ ਜੀ ਗੋ ਅਹੈਡ। ਹਾਂ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਵੀ ਕੰਮ ਕਰਨ ਦੇ ਵਾਸਤੇ ਤਾਂ ਕੋਈ ਬਹਾਨਾ ਨਹੀਂ, ਜੇ ਨਹੀਂ ਕਰਨਾ ਤਾਂ 100 ਬਹਾਨੇ ਜਿਹੜਾ ਮਰਜ਼ੀ ਬਣਾ ਲਓ। ਜੀ ਇਹਦੇ ਵਾਸਤੇ ਇੰਟਰਸਟਿੰਗ ਸਟੋਰੀ ਸੁਣਾਉਣਾ ਇੱਕ। ਮੈਂ ਨਵਾਂ ਸ਼ਹਿਰ ਸੀਗਾ, ਉੱਥੇ ਮੇਰੀ ਜੌਬ ਅਸਿਸਟੈਂਟ ਇੰਜੀਨੀਅਰ। ਤੁਸੀਂ ਕ੍ਰਿਸ਼ਨ ਕੁਮਾਰ ਨੂੰ ਤਾਂ ਜਾਣਦੇ ਹੀ ਹੋ? ਬਿਲਕੁਲ ਜਾਣਦੇ, ਉਹਨਾਂ ਨੂੰ ਕੌਣ ਨਹੀਂ ਜਾਣਦਾ, ਸਾਰੇ ਜਾਣਦੇ ਹਨ। ਉਹ ਸੀਗੇ ਉੱਥੇ। ਹਾਂਜੀ। ਤੇ ਉਹ ਹਰ ਮਹੀਨੇ ਮੀਟਿੰਗ ਹੁੰਦੀ ਸੀ, ਪ੍ਰੋਗਰੈਸ ਮੀਟਿੰਗ ਕਰਦੇ ਸੀ ਮੰਥਲੀ। ਤਾਂ ਇੱਕ ਉੱਥੇ ਬੀਆਂ ਕਰਦਾ ਨਾ ਯੰਗ ਮੁੰਡਾ SDO, ਉਹਨੇ ਉਹਨੂੰ ਖੜਾ ਕਰ ਲਿਆ। ਉਹਨੇ ਪ੍ਰੋਗਰੈਸ ਮੰਗੀ, ਕਹਿੰਦਾ ਹਾਂ ਵੀ ਉਹ ਮੁਕੰਦਪੁਰ ਬੰਗਾ ਰੋਡ ਬਣ ਰਹੇ ਸੀ ਤੇ ਕੀ ਤੇਰਾ ਉਹਦਾ ਕੀ ਸਕੈਜੂਲ ਆ, ਕੀ ਬਣ ਗਿਆ। ਉਹ ਲੱਗ ਪਿਆ ਉੱਠ ਕੇ ਕਹਿਣ ਉਹਨੂੰ, ਉਹ ਜੀ ਉਹ ਸਾਡਾ ਜੀ ਪੱਥਰ ਨਹੀਂ ਆਇਆ, ਜੇ ਉਹ ਆਇਆ। ਉਹਨੂੰ ਪਤਾ ਕੀ ਕਹਿੰਦੇ ऐसे करो, आपको बहाना नहीं बनाना आता, आप ऐसे करो बाजार में जाओ, एक 50 रुपए की ना एक बुक मिल जाएगी, तो वहां से आप बहाने बनाओ, ये आपको नहीं आते हैं। इस करके जो बहाने नहीं वो जरा ਉਹਨੂੰ ਇੰਨਾ ਦਬਕਿਆ ਉਹਨੇ ਨਾ, ਉਹ ਉੱਠ ਕੇ ਬਾਹਰ ਚਲ ਗਿਆ ਰੋਂਦਾ ਹੀ। ਉਹ ਬਹੁਤ ਸਟ੍ਰਿਕਟ ਸੀਗੇ। ਤੇ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਦੱਸਦਾ ਵੀ ਇੱਦਾਂ ਦੀਆਂ ਵੀ ਕਹਾਣੀਆਂ ਹੈਗੀਆਂ ਨਾਲ, ਜਿਹਨਾਂ ਨੇ ਨਹੀਂ ਕੰਮ ਕਰਨਾ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਕੱਢ ਲੈਣਾ ਗਾਂ। ਉਹ ਬਹਾਨੇ ਨੇ ਨਹੀਂ ਸੁਣਨੇ, ਇੱਦਾਂ ਦੇ ਬੰਦੇ ਵੀ ਹੈਗੇ ਆ ਜਿਹੜੇ ਗਾਂ ਉਹਨਾਂ ਦਾ ਜਵਾਬ ਵੀ ਦੇ ਸਕਦੇ ਹੈਗੇ ਆ ਜੀ। ਸਰ ਮੈਂ ਤੁਹਾਨੂੰ ਗੱਲ ਇੱਥੇ ਹੀ ਫਿਨਿਸ਼ ਕਰ ਦਿੰਦਾ। ਕਿਤਾਬ ਲੈਣ ਦੀ ਲੋੜ ਨਹੀਂ ਹੈ, ਜੇ ਤੁਸੀਂ ਕੰਮ ਕਰਨਾ ਸਿੱਖਣਾ ਹੈ ਨਾ, ਤੇ ਵਿਦ ਬਹੁਤ ਮੈਂ ਰਿਸਪੈਕਟਫੁਲੀ ਗੱਲ ਕਰਦਾ, ਆਹ ਘੰਟਾ ਸਵਾ ਘੰਟਾ PK ਜੀ ਤੇ ਪੰਕਜ ਜੀ ਦੀਆਂ ਗੱਲਾਂ ਸੁਣ ਲਿਆ ਕਰੋ। ਇਹ ਰੀਅਲ ਸਟੇਟ ਨਹੀਂ, ਇੱਥੇ ਰੀਅਲ ਸਟੇਟ ਦੀ ਗੱਲ ਨਹੀਂ ਹੋ ਰਹੀ ਹੁੰਦੀ, ਇੱਥੇ ਕੋਈ ਸਮਾਨ ਨਹੀਂ ਕੋਈ ਵਿਕ ਰਿਹਾ ਹੈਗਾ। ਜੇ PK ਜੀ ਪਰਮਾਤਮਾ ਦੀ ਕਿਹੜੀ ਕਿਰਪਾ ਇਹਨਾਂ ਕੋਲੋਂ, ਜੇ ਨਹੀਂ ਵੀ ਰੀਅਲ ਸਟੇਟ ਦੀ ਇੱਥੇ ਕੋਈ ਕਰਨਗੇ ਨਾ ਤਾਂ ਆਪਣਾ ਬੜਾ ਵਧੀਆ ਇਹਨਾਂ ਦਾ ਸਿਲਸਿਲਾ ਚੱਲ ਜਾਣਾ। ਇਹ PK ਜੀ ਔਰ ਪੰਕਜ ਜੀ ਜਿਹੜੀਆਂ ਇੱਥੇ ਗੱਲਾਂ ਕਰ ਰਹੇ ਨੇ,
ਤੁਸੀਂ ਇੱਕ ਗੱਲ ਦਾ ਜਵਾਬ ਦਿਓ। ਮੈਂ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ ਹੈ, ਪੀਕੇ ਜੀ ਅੱਜ ਬੜੇ ਆਰਾਮ ਦੇ ਨਾਲ ਰਿਟਾਇਰ ਹੋ ਸਕਦੇ ਨੇ, ਆਰਾਮ ਨਾਲ ਬੰਦਾ ਬੈਠ ਸਕਦਾ ਹੈ। ਪੰਕਜ ਜੀ ਨੂੰ ਘੱਟੋ ਘੱਟ ਮੇਰੇ ਖਿਆਲ ਨਾਲ ਕਿੰਨੇ ਬੰਦਿਆਂ ਨੂੰ ਤਾਂ ਇਹਨਾਂ ਨੇ ਨਾ ਕਰ ਦਿੱਤੀ ਆ। ਮੈਂ ਇਹਨਾਂ ਕੋਲ ਦੋ ਪ੍ਰਪੋਜ਼ਲ ਤਾਂ ਮੇਰੇ ਇਹਨਾਂ ਨੇ ਨਾ ਕਰ ਦਿੱਤੇ ਨੇ, ਠੀਕ ਹੈ ਨਹੀਂ। ਸੋ ਕੋਈ ਬੰਦਾ ਜਦੋਂ ਕੰਮ ਕਰ ਰਿਹਾ ਹੈ, ਇੱਥੇ ਤੁਸੀਂ 1 ਘੰਟਾ ਸੁਣ ਲਓ, ਆਪਣੇ ਆਪ ਇੰਸਪਾਇਰ ਹੋ ਜਾਏਗਾ। ਜੇ ਪੀਕੇ ਜੀ ਪੰਕਜ ਜੀ ਆਹ ਸੈਗਮੈਂਟ ਸੁਣ ਕੇ ਵੀ ਤੁਸੀਂ ਕੰਮ ਕਰਨ ਲਈ, ਮਿਹਨਤ ਕਰਨ ਲਈ, ਡਿਸਿਪਲਿਨ ਰਹਿਣ ਲਈ ਇੰਸਪਾਇਰ ਨਹੀਂ ਹੋ ਸਕਦੇ, फिर किसी मोटिवेशनल स्पीकर ने तो नहीं सिखाना। बहुत शुक्रिया, थैंक यू चरण। सर मैं 1-2 लाइनें मेरे को याद आ गई, मैं जरूर बोलूंगा बहाने की और शिकायत की। जिंदगी की आपादाबी में बहुत पुराने हैं, बीवी करती शिकायत तो मियाँ करते बहाने हैं। बहुत पुराने हैं सर, जिसको बहाने करने हैं उसको करने हैं। शिकायत बीवी ने कही तुम घर से बाहर क्यों निकले, कोई ना कोई बहाना है। और कल बीवी ये है तुम लेट क्यों आए, तो प्राउडली आप कह सकते ये काम किया, या फिर बहाने। बीवी करती शिकायत तो मियाँ करते बहाने हैं। जिंदगी के आपादाबी में बहुत पुराने हैं। बिल्कुल। हाँ जी तेजिंदर जी ਤੁਹਾਡੀ ਕਾਲ ਅਗਲੀ ਹੈ। तेजिंदर जी ਤੁਹਾਡੀ ਕਾਲ ਅਗਲੀ ਹੈ, ਪਰ ਉਸ ਤੋਂ ਪਹਿਲਾਂ ਅਗਲਾ ਸਵਾਲ ਸਰ ਪਲੀਜ਼ ਆਸਕ ਪੀਕੇ ਜੀ, ਇਨ ਦਾ ਕਰੰਟ ਸਿਨੈਰੀਓ ਦੋ ਬੈਂਕਸ ਗਿਵ ਮੌਰਗੇਜ ਔਨ ਫੁੱਲ ਪਰਚੇਜ਼ ਆਫ ਪ੍ਰਾਈਸ if the closing is after 4 years and appreciation has occurred, if 20% down payment done, I mean banks give full amount of purchase including down payment done. No. They will go only with your purchase price agreement. थोड़ा APS रहेगा, अगर थोड़ी appraisal उस तो घट नहीं होंगी। सपोज करो तुम 1 मिलियन का बुक किया है और 4 साल बाद 1.2 मिलियन का हो जाता है, बैंक तुहानू 1.2 मिलियन के उत्ते नहीं देगा। बैंक तुहानू 1 मिलियन ਦੀ परचेज की है ਉਹਦੇ ਉੱਤੇ ਹੀ ਤੁਹਾਨੂੰ 80% ਦੇਗਾ। और तो अगर ਤੁਸੀਂ ਅਪਰੂਵ ਹੁੰਦੇ ਹੋ ਤਾਂ, ਨਾ ਕਿ ਵਧੀਆ ਪ੍ਰਾਈਸ। ਜਿਸ ਤਰ੍ਹਾਂ ਅਪਰੇਜ਼ ਵੈਲਿਊ ਘਟ ਜਾਂਦੀ ਹੈ ਮਿਲੀਅਨ ਤੋਂ, ਅਗਰ ਮੰਨ ਲਓ ਘਟ ਕੇ 9 ਲੱਖ ਰਹਿ ਜਾਂਦੀ ਹੈ, ਫਿਰ ਉਹ 9 ਲੱਖ ਦੇ ਉੱਤੇ ਤੁਹਾਨੂੰ 80% ਦੇਗਾ। ਲੇਕਿਨ ਅਗਰ ਕੀਮਤ ਵੱਧ ਜਾਂਦੀ ਹੈ ਤੇ ਫਿਰ ਤੁਹਾਨੂੰ ओरिजिनल परचेज प्राइस ਦੇ ਉੱਤੇ ਤੁਹਾਨੂੰ 80% ਦੇਗਾ, ਇਫ ਯੂ ਆਰ ਅਪਰੂਵਡ, ਯੂਰ ਇਨਕਮ ਜਸਟੀਫਾਈਜ਼। ਇਹਦਾ ਮੈਂ ਇੱਕ ਤਰੀਕਾ ਵੀ ਤੁਹਾਨੂੰ ਦੱਸ ਦੇਣਾ ਨਾਲ, ਇਟ ਇਜ਼ ਨਾਟ ਏ ਚੋਰੀ ਚਕਾਰੀ ਨਹੀਂ ਹੈਗੀ, ਇਸ ਕਰਕੇ ਮੈਂ ਤੁਹਾਨੂੰ ਓਪਨ ਤਰੀਕਾ ਦਾ ਦੱਸ ਦੇਣਾ। ਕਈ ਸਾਰੇ ਇਨਵੈਸਟਰਸ ਇਹੋ ਜਿਹਾ ਕੰਮ ਕਰਦੇ ਨੇ, ਅਗਰ ਉਹਨਾਂ ਨੂੰ ਜ਼ਿਆਦਾ ਪੈਸਾ ਚਾਹੀਦਾ ਹੁੰਦਾ ਹੈ ਤੇ ਸਰ ਉਹ ਕਲੋਜ਼ ਕਰਾ ਲੈਂਦੇ ਨੇ ਕਿਸੇ ਹੋਰ 1 ਸਾਲ ਵਾਸਤੇ ਜਾਂ ਡੀਲ ਲੈਂਡਰ ਕੋਲੋਂ ਹਾਰਡਲੀ 1% ਫਾਲਤੂ ਦੇ ਕੇ। ਮੰਨ ਲਓ ਇੱਕ ਪ੍ਰਾਪਰਟੀ ਉਹਨਾਂ ਨੇ ਬੁੱਕ ਕੀਤੀ ਸੀਗੀ 6 ਲੱਖ ਦੀ ਔਰ ਉਹਦੀ ਕੀਮਤ ਵੱਧ ਕੇ ਹੋ ਗਈ ਹੈ ਮੰਨ ਲਓ 7 ਲੱਖ। ਹੁਣ ਉਹਨੂੰ 6 ਲੱਖ ਦੇ ਉੱਤੇ 6/48 4,80,000 ਹੀ ਮਿਲੇਗਾ। ਉਹ ਕੀ ਕਰਦੇ ਨੇ, ਡੀਲ ਲੈਂਡਰ ਤੋਂ ਜਾਂ ਕਿਸੇ ਥਰਡ ਪਾਰਟੀ ਕੋਲੋਂ 1 ਈਅਰ ਵਾਸਤੇ ਜਾਂ 3 ਮਹੀਨੇ ਵਾਸਤੇ 4 ਮਹੀਨੇ ਵਾਸਤੇ ਕਈ ਵਾਰ ਆਪਣੀ ਲਾਈਨ ਆਫ ਕ੍ਰੈਡਿਟ ਹੀ ਚੁੱਕ ਕੇ ਲੈਂਦੇ ਨਹੀਂ ਲੋਨ, ਉਹ ਕਲੋਜ਼ ਕਰਾ ਲੈਂਦੇ ਨੇ। ਹੁਣ ਕਲੋਜ਼ ਕਰਾ ਲਿਆ, ਹੁਣ ਉਹ 3 ਮਹੀਨੇ ਬਾਅਦ ਬੈਂਕ ਕੋਲ ਚਲੇ ਜਾਂਦੇ ਨੇ ਕਿ ਮੈਨੂੰ ਲੋਨ ਚਾਹੀਦਾ ਹੈ। ਉਸ ਵਕਤ ਬੈਂਕ ਉਹਦੀ ਅਪਰੇਜ ਵੈਲਿਊ ਦੇ ਉੱਤੇ ਲੋਨ ਦੇ ਦੇਗਾ। ਯਾਨੀ ਕਿ ओरिजिनल अगर ਤੁਸੀਂ ਲੈਂਦੇ ਹੋ ਤਾਂ ਤੁਹਾਡੀ ਪਰਚੇਜ ਵੈਲਿਊ 6 ਲੱਖ ਦੇ ਉੱਤੇ 4,80,000 ਦੇਗਾ। ਲੇਕਿਨ ਅਗਰ ਤੁਸੀਂ ਕਲੋਜ਼ ਕਰਾ ਲੈਂਦੇ ਹੋ 3 ਮਹੀਨੇ ਬਾਅਦ ਬੈਂਕ ਕੋਲ ਚਲੇ ਜਾਂਦੇ ਹੋ, ਜੀ ਇਹ ਮਾਰਕੀਟ ਇਹਨੂੰ ਮਾਡਲਾਈਜ਼ ਕਰ ਦਿਓ, ਤੇ ਉਦੋਂ ਬਾਅਦ ਉਹਦੀ ਕੀਮਤ ਅਗਰ 7 ਲੱਖ ਹੈਗੀ ਤੇ ਬੈਂਕ 7 ਲੱਖ ਦੇ ਉੱਤੇ ਤੁਹਾਨੂੰ 80% 5,60,000 ਦੇ ਦੇਗਾ। ਬਹੁਤ ਸਾਰੇ ਇਨਵੈਸਟਰ ਇਹ ਕਰਦੇ ਹਨ। ਦਿਸ ਇਜ਼ ਵਨ ਆਫ ਦਾ ਫਾਈਨਲ ਪ੍ਰਿੰਟ, ਕਿਸ ਤਰ੍ਹਾਂ ਇਨਵੈਸਟਰਾਂ ਦੀ ਪ੍ਰਾਪਰਟੀਆਂ ਵੱਧ ਜਾਂਦੀਆਂ ਨੇ, ਕਿਉਂਕਿ ਇਟ ਇਜ਼ ਲੀਗਲ, ਕਿਉਂਕਿ ਬੈਂਕ ਨੇ ਅਪਰੇਜ ਵੈਲਿਊ ਉਸ ਵਕਤ ਦੇਖਣੀ ਹੈ, ਕਿਉਂਕਿ ਆਲਰੇਡੀ ਪ੍ਰਾਪਰਟੀ ਕਲੋਜ਼ ਹੋ ਚੁੱਕੀ ਸੀਗੀ। ਤੇ ਇਹਨਾਂ ਭਾਈ ਸਾਹਿਬ ਵਾਸਤੇ ਜਵਾਬ ਹੈਗਾ ਕਿ ਅਗਰ ਇਹਨੇ ਫੁੱਲ ਮਾਰਕੀਟ ਵੈਲਿਊ ਦੇ ਉੱਤੇ ਲੈਣਾ ਤੇ ਪਹਿਲੇ ਕਲੋਜ਼ ਕਰਾ ਲਓ, ਜਿਸ ਤਰ੍ਹਾਂ ਕਿਸੇ ਹੋਰ ਪਾਰਟੀ ਦੇ ਥਰੂ, ਉਹਦੇ ਬਾਅਦ ਬੈਂਕ ਕੋਲ ਚਲੇ ਜਾਓ ਤਾਂ ਤੁਹਾਡੀ ਉਸ ਵਕਤ ਦੇ ਸਿਨੈਰੀਓ ਦੇ ਹਿਸਾਬ ਨਾਲ, ਉਸ ਵਕਤ ਦੀ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਹਾਨੂੰ ਲੋਨ ਦੇ ਦੇਗਾ। ਅਗਰ ਤੁਸੀਂ ओरिजिनल परचेज प्राइस ਉੱਤੇ ਕਲੋਜ਼ਿੰਗ ਇਸ ਬੈਂਕ ਕੋਲ ਲੋਗੇ ਤਾਂ ਤੁਹਾਡੀ ਪਰਚੇਜ ਪ੍ਰਾइस ਦੇ ਉੱਤੇ ਹੀ ਦੇਗਾ ਜੀ। ठीक है जी। राजीव जी पूछ रहे हैं, हाँ जी तेजिंदर जी होल्ड करना मैं ले रहा। राजीव जी पूछ रहे हैं, आई एम डाउटफुल विद रिगार्ड्स टू बैंक्रप्सी, यू ऑल एग्री दैट द इंटरेस्ट रेट विल बी डाउन बाय 1%। ਅਸੀਂ ਮੈਂ 1% ਕਿਹਾ ਹੈ, बट ਅਸੀਂ ऑल एग्री नहीं करते। पंकज जी और पीके जी ने मैं पूछ लेना, उन्होंने इंटरेस्ट रेट की एग्री करते हैं 1% डाउन कि नहीं। मैं क्वेश्चन थोड़ा पूरा पूछ देना है। सो ऑल दोज पीपल हु विल बी रिन्यूइंग द मॉर्गेज इन द नेक्स्ट 2 years will get the rate around 4%. So right now if they have mortgage rate of 2%, they went through a stress test rate of 4%. If approval was okay for 4% 3 years ago, then there should not be any problem after 2 years, as their income level is definitely better in future. जी सर। ਬਿਊਟੀਫੁਲ। ਪਹਿਲੀ ਗੱਲ ਮੈਂ ਦੱਸ ਦਿਆਂ, ਅਸੀਂ 4% ਦੀ ਇੰਟਰਸਟ ਰੇਟ ਦੀ ਗੱਲ ਨਹੀਂ ਕਰ ਰਹੇ, ਅਸੀਂ 4% ਓਵਰਨਾਈਟ ਦੀ ਗੱਲ ਕਰ ਰਹੇ ਹਾਂ। यस ਅਸੀਂ ਇਹਨਾਂ ਨੂੰ ਕਲੀਅਰ ਕਰ ਦਈਏ ਸਰ। 2% ਇੰਟਰਸਟ ਵਾਲਾ 4% ਓਵਰਨਾਈਟ ਦੇ ਉੱਤੇ ਲਗਭਗ 5.5% ਵਿਆਜ ਦੇਗਾ, ਨਾ ਕਿ 4%। ਦੂਜੀ ਗੱਲ, ਇਹ ਰਿਪੋਰਟ ਵੀ ਆਈ ਹੋਈ ਹੈ ਕਿ ਅਗਰ ਇਹ 1% ਓਵਰਨਾਈਟ ਘੱਟ ਕਰ ਦਿੰਦੇ ਨੇ, यानी कि यह गल कर रहे हैं 20% की गल कर रहे हैं, 20% अगर ओवरनाइट कट आ जाता है, यानी कि 4%, तो जी बैंक्रप्सीज या डेलिक्वेंसीज हैगी ने 25% कट जाएंगे, 25% कट जाएंगे। इन्हों का जवाब सी जी। ठीक है जी सर। वैसे अगर देखा जाए युद्धवीर जी, इस वेले जो प्राइम रेट है वो प्राइम रेट जो है ऑलमोस्ट 7.20 के करीब है। अगर ओवरनाइट लैंडिंग 1% घट जाता है तो 6.2 प्राइम रह जाएगा।
ਪ੍ਰਾਈਮ ਉਸ ਤੋਂ ਵੀ ਥੱਲੇ ਆ ਜਾਏਗਾ ਸਰ, ਉਸ ਤੋਂ ਵੀ ਥੋੜਾ ਥੱਲੇ ਆ ਜਾਏਗਾ, ਥੋੜਾ ਉਸ ਤੋਂ ਵੀ ਥੱਲੇ ਆ ਜਾਏਗਾ। ਚਲੋ ਤੁਹਾਡੀ ਗੱਲ ਠੀਕ ਹੈ, ਇੰਨੇ ਮੰਨ ਲੈਂਦੇ ਹਾਂ ਅਸੀਂ, 6 ਮੰਨ ਲੈਂਦੇ ਹਾਂ। 6 ਮੰਨ ਲੈਂਦੇ ਆ ਤਾਂ 6% ਅਗਰ ਮੋਰਗੇਜ ਰਿਨਿਊ ਹੋ ਰਹੀ ਹੈ ਤੁਹਾਡੀ, ਤਾਂ ਉਸ ਵੇਲੇ ਤੁਹਾਨੂੰ ਪ੍ਰਾਈਮ -1 ਵੀ ਮਿਲਿਆ ਤਾਂ ਤੁਸੀਂ 5% ਤੇ ਆ ਜਾਓ। ਸੋ 4% ਔਰ 3% ਦੀ ਫਿਗਰ 'ਚ ਰਹਿਣਾ ਥੋੜੇ ਖੁਆਬ ਨੇ ਹਲੇ ਰਿਪੋਰਟਾਂ ਦੇ ਹਿਸਾਬ ਨਾਲ, ਲੇਕਿਨ ਹੁਣ ਨੂੰ ਤਾਂ ਕੁਝ ਵੀ ਹੋ ਸਕਦਾ, ਹੁਣ ਨੂੰ ਤਾਂ ਕੁਝ ਬਹੁਤ ਵੱਡੀ ਚੀਜ਼ ਹੋ ਗਈ ਤਾਂ ਥੱਲੇ ਆ ਸਕਦਾ, ਲੇਕਿਨ ਅੱਜ ਦੀ ਡੇਟ ਦੀ ਪ੍ਰੈਡਿਕਸ਼ਨ ਦੇ ਹਿਸਾਬ ਨਾਲ, ਅੱਜ ਦੇ ਡੇਟ ਦੇ ਰਿਪੋਰਟਸ ਦੇ ਹਿਸਾਬ ਨਾਲ ਅਸੀਂ ਇੰਨਾ ਐਕਸਪੈਕਟ ਨਹੀਂ ਕਰ ਰਹੇ ਹਾਂ ਅਗਲੇ ਸਾਲ ਥੱਲੇ ਆਉਣ ਵਾਲਾ। ਜੀ ਇੱਕ ਗੱਲ ਹੋਰ ਜਿਹੜਾ ਐਂਡ ਯੂਜ਼ਰ ਹੈਗਾ, ਜਿਹੜਾ ਇੰਨਾ ਜ਼ਿਆਦਾ ਇੰਟਰਸਟ ਦੇ ਰਿਹਾ ਹੈ, ਉਹ ਰਿਕਵਰ ਨਹੀਂ ਕਰ ਪਾਇਆ, ਉਹਦਾ ਚਲਾ ਗਿਆ। ਲੇਕਿਨ ਇਨਵੈਸਟਰ ਜਿਹੜਾ ਜ਼ਿਆਦਾ ਇੰਟਰਸਟ ਦੇ ਰਿਹਾ ਹੈ, ਉਹ ਐਜ਼ ਐਨ ਐਕਸਪੈਂਸ ਸਾਰਾ ਇੰਟਰਸਟ ਕਲੇਮ ਕਰ ਰਿਹਾ ਹੈਗਾ। ਦੇਖਾ ਜਾਏ ਤੇ ਅਗਰ ਉਹਨੇ 2000 ਫਾਲਤੂ ਦਿੱਤੇ ਨੇ ਤੇ ਲਗਭਗ ਉਹਦੇ ਅੰਦਰ 800 ਤੋਂ ਉਹਨੇ ਕਲੇਮ ਹੀ ਕਰ ਲਿਆ ਵਾਪਸ, ਤੇ ਉਹਨੂੰ 1200 ਦਾ ਫਰਕ ਪਿਆ। ਇਸ ਕਰਕੇ ਇਨਵੈਸਟਰ ਦੀ ਜਿੱਤ ਉੱਥੇ ਹੋ ਜਾਂਦੀ ਹੈ, ਬਿਕੋਜ਼ ਉਹ ਆਪਣੇ ਜਿਹੜੀ ਇੰਟਰਸਟ ਦੇ ਰਿਹਾ ਉਹ ਕਲੇਮ ਕਰ ਲੈਂਦਾ ਐਜ਼ ਐਨ ਐਕਸਪੈਂਸ, ਤੇ ਉਹ ਟੈਕਸ ਦੇ ਅੰਦਰ ਬਹੁਤ ਕੁਝ ਬਚਾ ਲੈਂਦਾ ਹੈਗਾ, ਪਰ ਐਂਡ ਯੂਜ਼ਰ ਨਹੀਂ ਬਚਾ ਪਾਉਂਦਾ। ਇਹ ਵੀ ਥੋੜਾ ਬੈਨੀਫਿਟ ਚਲਾ ਜਾਂਦਾ ਇਨਵੈਸਟਰ ਨੂੰ ਜੀ। ਔਰ ਹਾਂਜੀ ਠੀਕ ਹੈ ਜੀ। ਔਰ ਅਗਲੀ ਕਾਲ ਜੀ ਤੇਜਿੰਦਰ ਜੀ, ਤੁਸੀਂ ਆਉਂਦੇ ਰਹੋ। ਤੇਜਿੰਦਰ ਜੀ, ਗੋ ਹੈਡ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ ਹੈ। ਹਾਂਜੀ ਸਰ, ਮੇਰੇ 2-3 ਸਵਾਲ ਨੇ। ਇੱਕ ਤਾਂ ਪਹਿਲਾਂ ਤੁਸੀਂ ਹੁਣੇ ਕੈਨੇਡਾ ਬਾਰੇ ਦੱਸ ਰਹੇ ਸੀ ਸਰ, ਜਿਹੜੇ ਵੀ ਮਿਹਨਤ ਕਰਨੀ ਚਾਹੀਦੀ ਹੈ, ਤੇ ਮੈਂ ਉਹ ਪੁੱਛਣਾ ਚਾਹੁੰਦਾ ਸਰ, ਵਰਕ ਹਾਰਡ ਔਰ ਵਰਕ ਸਮਾਰਟ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ? ਹਮੇਸ਼ਾ ਹੀ ਸਮਾਰਟ ਕਹਿੰਦੇ ਜੀ, ਹਾਰਡ ਦੀ ਗੱਲ ਕਰਦੇ ਹੀ ਨਹੀਂ। ਹਮੇਸ਼ਾ ਗੱਲ ਸ਼ੁਰੂ ਤੋਂ ਹੀ ਸਮਾਰਟ ਦੀ ਗੱਲ ਚੱਲ ਰਹੀ ਹੈ ਜੀ। ਗੱਲ ਸਮਾਰਟ ਦੀ ਹੈ, ਹਾਰਡ ਦੀ ਕੋਈ ਗੱਲ ਹੀ ਨਹੀਂ। ਹਾਰਡ ਤੇ ਮੈਨੂੰ ਲੱਗਦਾ ਹੈ ਕਿ ਗਧਾ ਬਹੁਤ ਕਰਦਾ ਹੈ, ਪਰ ਸਮਾਰਟ ਘੋੜਾ ਉਸ ਤੋਂ ਜ਼ਿਆਦਾ ਹੈਗਾ। ਮੇਰਾ ਵੀ ਆਹੀ ਮੰਨਣਾ ਜੀ, ਜਿਹੜਾ ਬੰਦਾ ਸਾਨੂੰ ਵੱਧ ਹਾਰਡ ਕੰਮ ਕਰਦਾ ਨਾ, ਉਹ ਸਾਰਿਆਂ ਨਾਲੋਂ ਘੱਟ ਸਕਸੈਸਫੁਲ ਹੁੰਦਾ। ਜਿਹੜਾ ਸਾਨੂੰ ਸਮਾਰਟ ਕਰਦਾ ਉਹ ਸਾਨੂੰ ਵੱਧ ਹੁੰਦਾ। ਤੇ ਦੂਸਰਾ ਕੁਐਸਚਨ ਸਰ ਮੇਰਾ ਹਵਾ ਵੀ ਜਿਹੜਾ ਆਪਣਾ ਓਵਰਨਾਈਟ ਲੈਂਡਿੰਗ ਕਹਿ ਰਹੇ ਆ, ਉਹ ਰੇਟ ਹੁੰਦਾ ਹੈ? ਆਵਾਜ਼ ਕੱਟ ਰਹੀ ਹੈ ਜੀ, ਕੀ ਕਹਿ ਰਹੇ ਜੀ? ਤੁਹਾਡੀ ਆਵਾਜ਼ ਕੱਟ ਰਹੀ ਹੈ ਤੇਜਿੰਦਰ ਸਾਹਿਬ, ਆਵਾਜ਼ ਕੱਟ ਰਹੀ ਹੈ। ਹਾਂਜੀ ਸਰ, ਹੁਣ ਕਿਵੇਂ ਹੈ? ਓਵਰਨਾਈਟ ਲੈਂਡਿੰਗ ਰੇਟ ਤੇ ਪ੍ਰਾਈਮ ਰੇਟ ਦਾ ਕੀ ਫਰਕ ਹੁੰਦਾ ਜੀ? ਓਵਰਨਾਈਟ ਬੈਂਕ ਰੇਟ ਹੁੰਦਾ ਜੀ, ਜਿਸ ਤਰ੍ਹਾਂ ਅੱਜ ਓਵਰਨਾਈਟ 5 ਹੈਗਾ, ਲੇਕਿਨ ਜਿਹੜਾ ਪ੍ਰਾਈਮ ਹੈਗਾ ਉਹ 7.2 ਹੈਗਾ। ਪ੍ਰਾਈਮ ਜਿਹਦੇ ਉੱਤੇ ਪ੍ਰਾਈਮ ਦੇ ਉੱਤੇ ਬੈਂਕ ਤੁਹਾਡਾ ਐਗਰੀ ਕਰਦਾ ਕਿ ਅਸੀਂ ਪ੍ਰਾਈਮ ਮੰਨ ਰਹੇ ਹਾਂ, ਉਹਦੇ ਉੱਤੇ ਵੇਰੀਏਸ਼ਨ ਕਰਕੇ ਪਲੱਸ ਮਾਈਨਸ ਬੈਂਕ ਤੁਹਾਨੂੰ ਮੌਰਗੇਜ ਦਿੰਦਾ ਹੈ। ਓਵਰਨਾਈਟ ਰੇਟ ਜਿਹੜਾ ਹੈਗਾ ਉਹ ਐਲਾਨ ਕੀਤਾ ਜਾਂਦਾ ਬੈਂਕ ਆਫ ਕੈਨੇਡਾ ਵੱਲੋਂ, ਜਿਸ ਤਰ੍ਹਾਂ ਉਹਨਾਂ ਨੇ ਹੁਣ 10 ਵਾਰ ਵਧਾਇਆ ਤੇ ਬਾਰ-ਬਾਰ ਵਧਾ ਕੇ 0.25 ਤੋਂ ਵਧਾ ਕੇ ਉਹਨਾਂ ਨੇ ਓਵਰਨਾਈਟ 5 ਕਰਤਾ ਹੈਗਾ। ਇਹ ਦੋ ਰੇਟ ਅਲੱਗ ਹੁੰਦੇ ਨੇ। ਓਵਰਨਾਈਟ ਰੇਟ ਨੂੰ ਬੈਂਕ ਫੋਲੋ ਕਰਦਾ ਹੈਗਾ ਫॉर देयर ਪ੍ਰਾਈਮ ਰੇਟ। ਐਕਚੁਅਲੀ ਪੀਕੇ ਜੀ ਨੇ ਬੜੀ ਅੱਛੀ ਤਰ੍ਹਾਂ ਐਕਸਪਲੇਨ ਕਰ ਦਿੱਤਾ ਤੇਜਿੰਦਰ ਜੀ। ਐਕਚੁਅਲੀ ਕੀ ਹੁੰਦਾ ਹੈ, ਓਵਰਨਾਈਟ ਲੈਂਡਿੰਗ ਰੇਟ ਉਹ ਰੇਟ ਹੈ ਜਿਹੜਾ ਬੈਂਕ ਦਿੰਦਾ ਹੈ। ਅੱਜ ਜਿਵੇਂ ਮੰਨ ਲਓ TD ਹੈ, TD ਅਗਰ ਕੋਈ ਪੈਸਾ ਲੈਂਡ ਕਰਨਾ ਚਾਹ ਰਿਹਾ ਹੈ, ਜਿਵੇਂ ਲੈਣਾ ਚਾਹ ਰਿਹਾ ਹੈ, ਬੋਰੋ ਕਰਨਾ ਚਾਹ ਰਿਹਾ ਹੈ, ਅਗਰ ਬੈਂਕ ਆਫ ਕੈਨੇਡਾ ਤੋਂ ਬੋਰੋ ਕਰ ਰਿਹਾ ਹੈ ਜਾਂ CIBC ਤੋਂ ਬੋਰੋ ਕਰ ਰਿਹਾ ਹੈ, ਤਾਂ ਉਹ ਆਪਸ ਉਹਨਾਂ ਦਾ ਜਿਹੜਾ ਰੇਟ ਹੈ ਉਹ 5% ਹੈ। ਅੱਜ ਅਗਰ TD ਬੈਂਕ ਕੋਲ ਜਾਂ CIBC ਕੋਲ ਫਾਲਤੂ ਪਿਆ, ਉਹ ਬੈਂਕ ਆਫ ਕੈਨੇਡਾ 'ਚ ਜਮ੍ਹਾਂ ਕਰਵਾਉਂਦਾ ਹੈ ਤਾਂ ਬੈਂਕ ਆਫ ਕੈਨੇਡਾ ਉਹਨਾਂ ਨੂੰ 5% ਦੇਵੇਗਾ। ਸੋ ਇਹ ਆਪਸ ਦਾ ਰੇਟ ਹੈ ਉਹਨਾਂ ਦਾ। ਹੁਣ ਹੁੰਦਾ ਕੀ ਹੈ, ਜਦੋਂ ਤੁਸੀਂ ਮੋਰਗੇਜ ਦਿੰਦੇ ਹੋ, ਸੋ ਜਦੋਂ ਇਹ ਪ੍ਰਾਈਮ ਰੇਟ ਹੈ, ਇਸ ਵਾਸਤੇ ਨਾਰਮਲੀ ਸਾਡਾ ਜਿਹੜਾ ਪ੍ਰਾਈਮ ਰੇਟ ਹੈ ਉਹ 2% ਐਕਸਟਰਾ ਹੈ ਉਹਦੇ ਤੇ ਉੱਪਰ। ਪ੍ਰਾਈਮ ਰੇਟ ਉਹ ਹੈ ਜੋ ਜਨਤਾ ਵਾਸਤੇ ਹੈ, ਲੋਕਾਂ ਵਾਸਤੇ ਹੈ, ਬਿਜ਼ਨਸ ਵਾਸਤੇ ਹੈ। ਕਿਉਂ ਬਿਜ਼ਨਸ ਵਾਸਤੇ ਰੇਟ ਹੈ? ਕਿਉਂਕਿ ਅਗਰ ਬੈਂਕ ਕੋਲ ਅੱਜ ਲੈਟਸ ਸੇ CIBC, TD, ਨੈਸ਼ਨਲ ਬੈਂਕ, ਉਹ ਅਗਰ ਬੈਂਕ ਆਫ ਕੈਨੇਡਾ ਨੂੰ ਪੈਸਾ ਦੇ ਕੇ 5% ਕਮਾ ਸਕਦਾ ਤਾਂ ਤੁਹਾਨੂੰ ਉਹ 5% 'ਚ ਕਿਉਂ ਦੇਵੇਗਾ? ਤੁਹਾਡੇ ਤੋਂ ਆਪਦਾ ਰਿਸਕ ਲਵੇਗਾ ਨਾ ਹੋਰ, ਕਿਉਂਕਿ ਤੁਹਾਨੂੰ ਜਦੋਂ ਮੋਰਗੇਜ ਦੇ ਰਿਹਾ ਹੈ, ਕਮਰਸ਼ੀਅਲ ਲੋਨ ਦੇ ਰਿਹਾ ਹੈ, ਪ੍ਰਾਈਵੇਟ ਲੋਨ ਦੇ ਰਿਹਾ ਹੈ, ਤਾਂ ਉਹਦਾ ਰਿਸਕ ਵੱਧ ਗਿਆ। ਬੈਂਕ ਆਫ ਕੈਨੇਡਾ ਨੂੰ ਦੇ ਕੇ ਉਹਦਾ ਕੋਈ ਰਿਸਕ ਨਹੀਂ ਵਧਿਆ, ਉਹਦਾ ਤਾਂ ਬਲਕਿ ਸਿਕਿਉਰ ਪਿਆ ਉਹ ਪੈਸਾ। ਸੋ ਉਹ ਤੁਹਾਡੇ ਤੋਂ ਐਜ਼ ਏ ਪ੍ਰਾਈਮ ਰੇਟ ਉਹ ਡਿਸਾਈਡ ਕੀਤਾ ਜਾਂਦਾ ਹੈ। ਔਰ ਸਾਡੇ ਨਾਰਮਲੀ 2% ਆਉਂਦਾ ਸੀਗਾ, ਲੇਕਿਨ ਜਦੋਂ ਇਹ ਘਟਾਣੇ ਸ਼ੁਰੂ ਕੀਤੇ ਸੀਗੇ ਤਾਂ ਬੈਂਕ ਇੱਕ ਵਾਰੀ ਵਿੱਚੋਂ ਅੜ ਗਏ ਸੀਗੇ ਕਿ ਨਹੀਂ ਇਹ ਬਹੁਤ ਜ਼ਿਆਦਾ ਘਟ ਗਿਆ, ਸਾਨੂੰ ਥੋੜਾ ਜਿਹਾ ਕਮਾਉਣਾ ਹੈ। ਸੋ 2.20 ਦਾ ਵੇਰੀਏਸ਼ਨ ਆ ਚੁੱਕਿਆ ਇਸ ਵੇਲੇ, ਉਹ ਬੈਂਕ ਡਿਸਾਈਡ ਕਰਦੇ ਨੇ ਕਾਫੀ। ਸੋ 2.2 ਦਾ ਵੇਰੀਏਸ਼ਨ ਆ ਚੁੱਕਿਆ ਹੈ। ਜਿਸ ਤਰ੍ਹਾਂ TD ਦਾ ਇਸਦਾ ਪ੍ਰਾਈਮ ਅਲੱਗ ਚੱਲ ਰਿਹਾ ਹੈ, TD ਦਾ ਪ੍ਰਾਈਮ ਅਲੱਗ ਚੱਲ ਰਿਹਾ, ਬਾਕੀ ਬੈਂਕਾਂ ਤੋਂ ਬਾਕੀ ਅਲੱਗ ਚੱਲ ਰਿਹਾ। ਸੋ ਬੇਸਿਕਲੀ ਬੈਂਕ ਜਿਹੜਾ ਹੈ ਆਪਦਾ ਪ੍ਰਾਈਮ ਵੀ ਡਿਸਾਈਡ ਕਰ ਸਕਦਾ ਹੈ, ਲੇਕਿਨ ਨਾਰਮਲੀ 5-6 ਬੈਂਕ ਦੇ ਸਾਡੇ ਉਹ ਆਪਸ ਇਹਨਾਂ ਦੀ ਆਪਸ 'ਚ ਅੰਡਰਸਟੈਂਡਿੰਗ ਰਹਿੰਦੀ ਹੈ, ਸੋ ਕਰਦੇ ਨੇ। ਲੇਕਿਨ ਓਵਰਨਾਈਟ ਲੈਂਡਿੰਗ ਉਹ ਹੈ ਜਿਹੜਾ ਆਪਸ 'ਚ ਬੈਂਕ ਯੂਜ਼ ਕਰਦੇ ਜੀ। ਜੀ ਜਾਣ ਦਾ ਟਾਈਮ ਮੇਰੇ ਖਿਆਲ ਹੋ ਗਿਆ ਸ਼ਾਇਦ। ਬਿਲਕੁਲ ਠੀਕ ਹੈ ਜੀ। ਲਾਸਟ ਸਵਾਲ ਤੁਹਾਡੇ ਲਈ, ਆਪਣੇ ਓਵਨ ਸਾਊਂਡ ਬਾਰੇ ਕੀ ਖਿਆਲ ਹੈ ਤੁਹਾਡਾ ਇਨਵੈਸਟਮੈਂਟ ਲਈ? ਸਰ ਸਿੰਪਲ ਜੀ ਗੱਲ, ਮੈਂ ਹਮੇਸ਼ਾ ਹਰ ਗੱਲ ਦਾ ਇੱਕੋ ਜਵਾਬ ਆਉਂਦਾ ਮੇਰਾ, ਜਸਟ ਯੂ ਹੈਵ ਟੂ ਚੈੱਕ ਓਵਨ ਸਾਊਂਡ ਇਜ਼ ਅ ਗੁੱਡ ਪਲੇਸ। ਓਵਨ ਸਾਊਂਡ ਦੇ ਅੰਦਰ ਲੋਕੇਸ਼ਨ, ਬਿਲਡਰ, ਪ੍ਰਾਈਸ ਐਂਡ ਡਿਊਰੇਸ਼ਨ, ਇਹ 4 ਚੀਜ਼ਾਂ ਜਿਸ ਦਿਨ ਮੈਚ ਹੋ ਜਾਣਗੀਆਂ। ਓਵਨ ਸਾਊਂਡ ਗਿਆ, ਓਵਨ ਦੇ ਅੰਦਰ ਸਾਊਂਡ ਸੀਗਾ, ਓਵਨ ਦੀ ਜਗ੍ਹਾ ਕੁਝ ਵੀ ਮਾਈਕ੍ਰੋਵੇਵ ਵੀ ਕਰਦੇ ਬੇਸ਼ੱਕ,
हर जगह मंजूर है। हाँ ते इस करके मैनू यह देखना होंदा है कि मेरा एरिया के हिसाब नाल लोकेशन कई बार लोकेशन नूं आदमी की समझ लेंदे ने ओवन साउंड इज अ डिफरेंट लोकेशन, मिसाग इज अ डिफरेंट। नो, ओवन साउंड के अंदर केड़ी लोकेशन, फिर बिल्डर विद प्राइस एट पर लोकेशन बहुत ज्यादा इंपॉर्टेंट है एंड ड्यूरेशन। ये चारों चीजें जब मैच कर दी ने कई बार असं जो प्रोजेक्ट में ट्रिपल दे दें और कई बार असं डाउनटाउन बी ग्रेड कर दें। ये चार चीजें देखनी होंगी ने सर, तुम मैं दस देना कि गल कर रहे हो, मैं तुम्हें गाइड कर देंगे। ठीक है जतिन जी? ठीक है सर, ठीक है। लास्ट वन कॉल या वन क्वेश्चन ले लाਂਗੇ और उस तो बाद रैप अप ਕਰਨ ਦੇ ਹੁਕਮ ਆ ਚੁੱਕੇ ਨੇ। 1 ਵਜੇ ਅਸੀਂ ਪੰਜਾਬ ਸਪੈਸ਼ਲ ਸ਼ੁਰੂ ਕਰਨਾ ਹੈ ਤੇ 1:05 ਮਿੰਟ ਹੋ ਗਏ ਨੇ। ਪੰਜਾਬ ਸਪੈਸ਼ਲ ਹੁਣੇ ਆ ਰਿਹਾ ਜੀ ਭਗਵੰਤ ਮਾਨ ਸਾਹਿਬ ਦਾ ਔਰ ਵਾਈ ਮੀਡੀਆ ਪੋਲੀਟੀਕਲ ਸਾਇੰਸਿਸ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੁੰਦੀ ਹੈ ਕਿ ਨਹੀਂ ਹੁੰਦੀ, ਆਮ ਆਦਮੀ ਪਾਰਟੀ ਖਤਮ ਹੋਏਗੀ ਕਿ ਨਹੀਂ ਹੋਏਗੀ, ਇਹ ਸਾਰੀ ਗੱਲ ਹੁਣੇ ਕਰਾਂਗੇ। ਲਾਸਟ ਹੈ ਜੀ, ਗੁੱਡ ਮਾਰਨਿੰਗ ਯੁਧਵੀਰ ਜੀ, ਕੋਈ ਕੁਐਸਚਨ ਫॉर ਪੰਕਜ ਜੀ, व्हाट कुड बी द इन्वेस्टमेंट व्हीकल्स फॉर फंड्स लाइंग आइडियल इन कॉर्पोरेशन अकाउंट। सर पैसे पे इन कॉर्पोरेशन अकाउंट कहते कितने फिर इन्वेस्टमेंट करिए, दसो जी। ललित साहब का सवाल है सर। मंगा साहब मैं तो टोक रहा, सॉरी, इन्होंने करो पहले तो अपना आधा घंटा इन्वेस्ट करो, जाके बैठ जाओ, थोड़े को उसके बाद ही गल बननी चाहिए। गल खत्म। फर्स्ट इन्वेस्टमेंट इज 30 मिनट्स। 100% मैं ही कहने लग्या सीगा सर, मैं एवे रेडियो ते एडवाइस नहीं दे सकता। नहीं दे सकते। इन्ने सारे टूल ने सर उस पैसे ਨੂੰ ਕੱਢਣ ਵਾਸਤੇ। ਅਗਰ ਤੁਹਾਡੇ ਕੋਲ ਐਕਚੁਅਲੀ ਪੈਸਾ ਬਚਿਆ ਹੋਇਆ ਹੈ ਔਰ ਤੁਸੀਂ ਉਹਨੂੰ ਯੂਜ਼ ਨਹੀਂ ਕਰ ਪਾ ਰਹੇ ਔਰ ਕੱਢਦੇ ਹੋ ਤਾਂ ਟੈਕਸ ਲੱਗਦਾ ਹੈ। ਸਰ ਪਤਾ ਨਹੀਂ, ਐਜ਼ ਅ ਫਾਈਨੈਂਸ਼ੀਅਲ ਪਲੈਨਰ ਮੈਂ ਤੁਹਾਡੇ ਸਾਹਮਣੇ ਬਹਿ ਕੇ ਕਿੰਨੇ ਸਾਰੇ ਟੂਲ ਦੇ ਸਕਦਾ ਕਿ ਇਹਨੂੰ ਕਿਵੇਂ ਅਸੀਂ ਬਿਨਾਂ ਟੈਕਸ ਪੇ ਕੀਤੇ ਬਾਹਰ ਕੱਢ ਲਈਏ, ਕਿਵੇਂ ਅਸੀਂ ਟੈਕਸ ਐਡਵਾਂਟੇਜ ਲੈ ਗਏ, ਕਿਵੇਂ ਉਹਦੇ ਤੋਂ ਪੈਸਾ ਕਮਾ ਸਕਦੇ ਹੋ। ਸੋ ਇੱਕ CFP ਦੀ ਐਕਚੁਅਲੀ ਤੁਸੀਂ ਬੈਨੀਫਿਟ ਲੈਣਾ ਚਾਹ ਰਹੇ ਹੋ ਐਜੂਕੇਸ਼ਨ ਦਾ ਤਾਂ ਤੁਹਾਨੂੰ 30 ਮਿੰਟ ਇਨਵੈਸਟ ਕਰਨੇ ਪੈਣਗੇ। ਪੀਕੇ ਜੀ ਨੇ ਸਹੀ ਕਿਹਾ। ਬਿਲਕੁਲ ਜੀ। ਔਰ ਇਸ ਮੌਕੇ ਦੇ ਉੱਤੇ ਪੰਕਜ ਜੀ ਤੁਸੀਂ ਫੋਨ ਨੰਬਰ ਦਿਓ, ਸਰਵਿਸ ਸਾਂਝੀਆਂ ਕਰੋ। ਪੀਕੇ ਜੀ ਫੋਨ ਨੰਬਰ ਔਰ ਸਰਵਿਸ ਔਰ ਜਿਹੜਾ ਇਵੈਂਟ ਤੁਸੀਂ ਕਰ ਰਹੇ ਹੋ ਉਹਦੇ ਬਾਰੇ ਵੀ ਜਾਣੋ ਪਲੀਜ਼। ਮੰਗਾ ਜੀ ਤੁਸੀਂ ਸ਼ੁਰੂ ਕਰ ਦਿਓ ਜੀ। ਮੰਗਾ ਜੀ ਜੀ ਥੈਂਕ ਯੂ ਪੀਕੇ ਜੀ। ਬੇਸਿਕਲੀ ਮੈਂ ਹੁਣੇ ਜੋ ਗੱਲ ਕਰ ਰਿਹਾ ਸੀ ਉਹਨੂੰ ਵੀ ਐਕਸਪੈਂਡ ਕਰ ਦਿੰਦੇ ਆ। ਮੈਂ ਇੱਕ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਹਾਂ ਜੀ। ਮੇਰੇ ਖਿਆਲ CFP, CLU, CHS ਇਹ 3 ਡੈਜ਼ਿਗਨੇਸ਼ਨ ਜਿਹੜੀਆਂ ਨੇ ਕੈਨੇਡਾ ਸਿਰਫ 5% ਲੋਕ ਨੇ ਜਿਨ੍ਹਾਂ ਕੋਲ ਹੈਗੀਆਂ ਨੇ ਜੀ, ਇਹ ਤਿੰਨੋਂ ਇਕੱਠੀਆਂ। और CFP भी बहुत कैटेगरी से आता है। CFP is recognized in almost 150-60 countries। तो एक ऐस कंट्री मतलब हर जगह ते CFP होंदे ने। सो CFP ਤੁਹਾਡੇ ਵਾਸਤੇ ਹਰ ਤਰ੍ਹਾਂ ਦੀਆਂ ਪ੍ਰੋਟੈਕਸ਼ਨ ਕਰ ਸਕਦਾ ਹੈ, ਚਾਹੇ ਤੁਸੀਂ ਕਿਸੇ ਤਰ੍ਹਾਂ ਦੀ ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹ ਰਹੇ ਹੋ, ਸਟੇਟ ਪਲੈਨਿੰਗ ਕਰਨਾ ਚਾਹ ਰਹੇ ਹੋ, ਟੈਕਸ ਪਲੈਨਿੰਗ, ਟੈਕਸ ਐਡਵਾਂਟੇਜ ਕਿਵੇਂ ਲਿੱਤੀਆਂ ਜਾਣ, ਇਹ ਤੁਹਾਡੇ ਕੋਲ ਕਾਰਪੋਰੇਸ਼ਨ ਹੈਗੀ ਹੈ ਉਹਦੇ ਚੋਂ ਪੈਸਾ ਕਿਵੇਂ ਬਾਹਰ ਕੱਢਿਆ ਜਾਵੇ, ਕਿਵੇਂ ਤੁਸੀਂ ਆਪਦੇ ਅੱਜ ਤੋਂ ਲੈ ਕੇ ਕਿੰਨਾ ਕੁ ਜੋੜਨਾ ਪਏਗਾ ਤੁਹਾਨੂੰ ਕਿ ਤੁਹਾਡੀ ਜਿਹੜੇ ਰਿਟਾਇਰਮੈਂਟ ਦੀ ਏਜ ਹੈ ਬੜੀ ਸੌਖੀ ਨਿਕਲੇ, ਤੁਸੀਂ ਟਰੈਵਲ ਕਰ ਸਕੋ, ਘੁੰਮਣਾ ਚਾਹ ਰਹੇ ਹੋ ਜਾਂ ਆਪਦੇ ਗ੍ਰੈਂਡ ਚਿਲਡਰਨ ਨਾਲ ਬਹਿ ਕੇ ਇੰਜੋਏ ਕਰਨਾ ਚਾਹ ਰਹੇ ਹੋ, ਇਹ ਨਾ ਸੋਚਣਾ ਪਵੇ ਪੈਸਾ ਕਿੱਥੋਂ ਆਏਗਾ। ਇਹਨਾਂ ਚੀਜ਼ਾਂ ਵਾਸਤੇ ਔਰ ਅੱਜ ਦੀ ਡੇਟ 'ਚ ਅਗਰ ਤੁਹਾਨੂੰ ਕੋਈ ਪ੍ਰੋਟੈਕਸ਼ਨ ਚਾਹੀਦੀ ਹੈ, ਜਿਵੇਂ ਲਾਈਫ ਹੁੰਦੀ ਹੈ, ਲਾਈਫ ਇੰਸ਼ੋਰੈਂਸ ਹੁੰਦੀ ਹੈ, ਕ੍ਰਿਟੀਕਲ ਹੈ, ਜਾਂ ਕਾਰਪੋਰੇਸ਼ਨਸ ਨੇ ਤੁਹਾਡੇ ਕੋਲ, ਜਿਵੇਂ ਸਾਡੀ ਪੰਜਾਬੀ ਕਮਿਊਨਿਟੀ ਬਹੁਤ, ਸਾਡੀ ਟਰਾਂਸਪੋਰਟ ਇੰਡਸਟਰੀ 'ਚ ਬਹੁਤ ਹੈ, ਤੁਹਾਡੇ ਕੋਲ ਟਰਾਂਸਪੋਰਟ ਫਲੀਟ ਹੈ, ਤੁਸੀਂ ਉਹਨਾਂ ਨੂੰ ਸਿਕਿਉਰ ਕਰਨਾ ਚਾਹ ਰਹੇ ਹੋ, ਉਹਨਾਂ ਦੀ ਇੰਜਰੀ ਜਿਵੇਂ WSAB ਦੇ ਬਰਾਬਰ ਦੀ ਜਿਹੜੀ ਚੀਜ਼ ਹੁੰਦੀ ਹੈ ਉਸ ਤਰ੍ਹਾਂ ਦੀ ਪ੍ਰੋਟੈਕਸ਼ਨ ਦੇਣਾ ਚਾਹ ਰਹੇ ਹੋ, ਉਹਦੇ ਵਾਸਤੇ ਵੀ ਅਗਰ ਤੁਸੀਂ ਇੰਡੀਵਿਜੂਅਲ ਵੀ ਹੋ, ਅਗਰ ਤੁਸੀਂ ਆਪਦੀ ਪ੍ਰੋਟੈਕਸ਼ਨ ਕਰਨਾ ਚਾਹ ਰਹੇ ਹੋ, ਅੱਜ ਤੁਸੀਂ US ਜਾ ਰਹੇ ਹੋ, ਉੱਥੇ ਤੁਹਾਡੇ ਵਾਸਤੇ ਮੈਡੀਕਲ ਕਵਰ ਨਹੀਂ ਹੈ, ਉਹ ਮੈਡੀਕਲ ਕਿਵੇਂ ਕਵਰ ਹੋਏਗਾ, ਜਾਂ ਤੁਹਾਡੀ ਕੋਈ ਇੰਜਰੀ ਹੋ ਜਾਂਦੀ ਹੈ ਤਾਂ ਮੰਥਲੀ ਇਨਕਮ ਕਿਵੇਂ ਆਵੇਗੀ ਤੁਹਾਡੇ ਕੋਲ, ਇਹ ਸਾਰੀਆਂ ਚੀਜ਼ਾਂ ਵਾਸਤੇ ਤੁਸੀਂ ਕਿਸੇ ਤਰ੍ਹਾਂ ਵੀ, ਔਰ ਅਗੇਨ ਮੈਂ ਦੁਹਰਾਉਣਾ ਚਾਹਾਂਗਾ ਲਲਿਤ ਸਾਹਿਬ ਨੂੰ, ਪਲੀਜ਼ 30 ਮਿੰਟ ਤੁਹਾਨੂੰ ਇਨਵੈਸਟ ਕਰਨੇ ਪੈਣਗੇ। ਮੈਂ ਤੁਹਾਨੂੰ ਕਈ ਤਰ੍ਹਾਂ ਦੇ ਵਹੀਕਲ ਦੇ ਸਕਦਾ ਜਿਹੜਾ ਤੁਹਾਨੂੰ ਪਸੰਦ ਆਏ, ਬਲਕਿ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਨੂੰ ਸੁਜੈਸਟ ਵੀ ਕਰ ਸਕਦਾ ਕਿ ਕਿਹੜਾ ਤੁਹਾਨੂੰ ਸੂਟ ਕਰਦਾ ਪਿਆ। ਸੋ ਉਸ ਵਾਸਤੇ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 647-285-1007। ਥੈਂਕ ਯੂ ਵੈਰੀ ਮਚ ਜੀ ਪੀਕੇ ਜੀ। ਬਸ ਜੀ ਮੈਂ 5 ਨਵੰਬਰ ਦੀ ਗੱਲ ਦੱਸਣਾ ਚਾਹੁੰਦਾ। 5 ਨਵੰਬਰ ਸੰਡੇ 11 to 6, 5th of November ਸੰਡੇ 11 to 6 ਮੇਰੀ ਪੂਰੀ ਟੀਮ ਹੋਏਗੀ। ਤੁਸੀਂ ਸਾਨੂੰ ਕੰਟੈਕਟ ਕਰ ਲਓ। ਅਸੀਂ ਬਹੁਤ ਜ਼ਬਰਦਸਤ ਇਨਸੈਂਟਿਵਸ, ਜ਼ਬਰਦਸਤ ਅਨਬਿਲੀਵੇਬਲ ਇਨਸੈਂਟਿਵ ਕਹਿ ਲਓ, ਜਿਹਦੇ ਅੰਦਰ ਅਸੀਂ ਪੋਜ਼ਿਟਿਵ ਕੈਸ਼ ਫਲੋ ਦੀ ਗਾਰੰਟੀ ਲੈ ਰਹੇ ਹਾਂ ਅਪ ਟੂ 2030 ਤੱਕ। ਅਨਬਿਲੀਵੇਬਲ ਅਸੀਂ ਬਿਲਡਰ ਕੋਲ ਕੁਝ ਪ੍ਰੋਪਰਟੀ ਲੈ ਕੇ ਆਏ ਹਾਂ। ਔਰ 5 ਨਵੰਬਰ ਨੂੰ ਆਉਣ ਵਾਸਤੇ ਤੁਸੀਂ ਰਜਿਸਟਰ ਕਰੋ, ਸਾਨੂੰ ਟੈਕਸਟ ਮੈਸੇਜ ਪਾ ਦਿਓ ਜਾਂ teamsabrawal.com ਤੇ ਜਾ ਕੇ ਰਜਿਸਟਰ ਕਰ ਦਿਓ, ਜਾਂ ਮੈਂ ਨੰਬਰ ਦੇਣਾ ਇੱਥੇ ਰਜਿਸਟਰ ਕਰ ਦਿਓ। ਤੁਹਾਨੂੰ ਵੀ ਛੋਟੇ ਇਨਵੈਸਟਰ ਤੋਂ ਲੈ ਕੇ ਵੱਡੀ ਤੋਂ ਵੱਡੀ ਇਨਵੈਸਟਮੈਂਟ ਤੱਕ ਦੀ ਸਾਡੇ ਕੋਲ ਹੈਗੇ ਨੇ। ਸਾਡੇ ਕੋਲ 4-4.5 ਲੱਖ ਤੋਂ ਇਨਵੈਸਟਮੈਂਟ ਸ਼ੁਰੂ ਹੋ ਰਹੀਆਂ ਨੇ। ਪ੍ਰੋਪਰਟੀ ਵੈਲਿਊ ਅਪ ਟੂ $18 ਮਿਲੀਅਨ ਦਾ ਕਾਉਂਡੋ 18 ਮਿਲੀਅਨ ਤੱਕ, ਮਤਲਬ ਹਰ ਕੈਟੇਗਰੀ ਵਾਸਤੇ, ਹਰ ਸਟੇਜ ਵਾਸਤੇ ਸਾਡੇ ਕੋਲ ਇਨਵੈਸਟਮੈਂਟ ਹੈਗੀਆਂ ਨੇ। ਲੋ ਰਾਈਜ਼, ਹਾਈ ਰਾਈਜ਼, ਹਰ ਟਾਊਨ ਹੋਮ, ਸੈਮੀ ਡਿਟੈਚ ਜਾਂ ਅਪਾਰਟਮੈਂਟਸ, ਹਾਈ ਰਾਈਜ਼, ਹਰ ਕੁਝ ਸਾਡੇ ਕੋਲ ਹੈਗਾ।
5 ਨਵੰਬਰ ਯਾਦ ਰੱਖ ਲਓ, ਉਹਦੇ ਵਾਸਤੇ ਰਜਿਸਟਰ ਕਰ ਦਿਓ। 11 to 6 snacks will be served. The number is 647-299-4757. I repeat, 647-299-4757. Thank you very much, Yudhvir ji. ਥੈਂਕ ਯੂ ਜੀ। ਲਲਿਤ ਜੀ ਦਾ ਮੈਸੇਜ ਆ ਗਿਆ, ਉਹ ਕਹਿੰਦੇ ਥੈਂਕਸ ਫॉर ਆਸਕਿੰਗ। ਲਲਿਤ ਜੀ ਕਹਿੰਦੇ ਆਈ ਵਿਲ ਮੀਟ ਪਰਸਨਲੀ ਆਲਸੋ ਪੰਕਜ ਜੀ। ਪੰਕਜ ਜੀ ਤੁਹਾਨੂੰ ਮਿਲ ਲੈਣਗੇ ਪਰਸਨਲੀ। Very nice. ਜੀ ਥੈਂਕ ਯੂ ਲਲਿਤ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸੋ ਮਚ ਪੀਕੇ ਜੀ ਐਂਡ ਥੈਂਕ ਯੂ ਸੋ ਮਚ ਪੰਕਜ ਜੀ। ਪੀਕੇ ਜੀ ਦੇ ਨਾਲ ਦੁਬਾਰਾ ਜਿਹੜੀ ਗੱਲਬਾਤ ਹੈ ਉਹ 3:30 ਤੋਂ 4 ਦੇ ਵਿੱਚ ਦੁਬਾਰਾ ਵੀ ਹੋਏਗੀ ਔਰ ਸ਼ਾਮ ਨੂੰ ਇਸੇ ਚੈਨਲ ਦੇ ਉੱਤੇ ਦੁਬਾਰਾ ਹੋਏਗੀ ਗੱਲਬਾਤ। ਔਰ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਸ਼ਾਮ ਨੂੰ ਹਰ ਵੈਨਸਡੇ 6:30 ਤੋਂ 7 ਤੁਸੀਂ ਦੇਖਦੇ ਹੋ, ਸੁਣਦੇ ਨਹੀਂ ਸਿਰਫ ਦੇਖਦੇ ਵੀ ਹੋ, ਵਿਚਾਰ ਵੀ ਹੋ ਸਾਂਝੇ ਕਰਦੇ ਨੇ ਤੁਸੀਂ। ਸਾਰੀ ਗੱਲਬਾਤ ਵੀਕ ਦੇ ਵਿੱਚ ਇੱਕ ਵਾਰ ਸਾਰੀ ਰਿਪੋਰਟ ਆਉਂਦੀ ਅੱਧੇ ਘੰਟੇ ਵਾਸਤੇ, ਹਰ ਵੈਨਸਡੇ ਸ਼ਾਮ 6:30 ਵਜੇ ਤੋਂ ਲੈ ਕੇ 7 ਵਜੇ। ਥੈਂਕ ਯੂ ਸੋ ਮਚ ਪੀਕੇ ਜੀ। ਥੈਂਕ ਯੂ, ਵਿਸ਼ਿੰਗ ਆਲ ਦ ਬੈਸਟ। ਥੈਂਕ ਯੂ ਸਰ ਜੀ। ਥੈਂਕ ਯੂ।